ਭਖਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੋਂ ਮੇਰਾ ਸਾਥ ਦੇ ਰਹੇ ਨੇ ਸੀਪੀ ਸਿੰਘ ਜੀ, ਸਬਦੀਸ਼ ਜੀ, ਦਿਲਰਾਜ ਜੀ ਅਤੇ ਅਜੀਤ ਜੀ। ਗੱਲਬਾਤ ਸ਼ੁਰੂ ਕਰਾਂਗੇ ਓਪੀਨੀਅਨ ਪੋਲ ਤੋਂ। ਜਿੱਦਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ, ਚੱਕ ਦੇ ਟੀਵੀ ਦੀ ਟੀਮ ਹਰ ਵੀਕ ਤੁਹਾਡੇ ਸਾਹਮਣੇ 2 ਰਾਈਡਿੰਗ ਦੇ ਓਪੀਨੀਅਨ ਪੋਲ ਲੈ ਕੇ ਆਉਂਦੀ ਆ। ਸੈਟਰਡੇ ਅਤੇ ਸੰਡੇ ਨੂੰ 1 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਤੁਸੀਂ ਇਹ ਬ੍ਰੌਡਕਾਸਟ ਦੇਖ ਸਕਦੇ ਜੋ। ਮੈਂ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰ ਓਪੀਨੀਅਨ ਪੋਲ ਤੋਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਓਪੀਨੀਅਨ ਪੋਲ ਅਜੇ ਤੱਕ ਅਸੀਂ ਕੀਤੇ ਹੋਏ ਆ, ਤੁਸੀਂ ਚੱਕ ਦੇ ਟੀਵੀ ਦੇ YouTube ਪੋਲ ਤੇ, YouTube ਪੇਜ ਤੇ, ਜਾਂ ਫਿਰ ਚੱਕਦੇTV.net ਤੇ ਜਾ ਕੇ, ਚੱਕਦੇTV.net ਤੇ ਜਾ ਕੇ ਸ਼ੋਜ਼ ਦੇ ਅੰਡਰ ਓਪੀਨੀਅਨ ਪੋਲ ਦਾ ਅਸੀਂ 8 ਸੈਕਸ਼ਨ ਬਣਾਇਆ ਵਾ। ਉੱਥੇ ਜਾ ਕੇ ਸਾਰੇ ਹੀ ਓਪੀਨੀਅਨ ਪੋਲ ਦੇਖ ਸਕਦੇ ਜੋ। ਕੋਈ ਵੀ ਜੋ ਅਸੀਂ ਓਪੀਨੀਅਨ ਪੋਲ ਦਾ ਰਿਜ਼ਲਟ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਕੋਈ ਵੀ ਓਪੀਨੀਅਨ ਪੋਲ ਦਾ ਰਿਜ਼ਲਟ ਇਦਾਂ ਦਾ ਨਹੀਂ ਆ ਜੋ ਅਸੀਂ YouTube ਜਾਂ ਵੈਬਸਾਈਟ ਤੇ ਨਹੀਂ ਪਾ ਰਹੇ, ਤਾਂ ਕਿ ਉਹ ਲੋਕ ਜੋ ਸਾਡੇ ਤੇ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਗਲਤ ਓਪੀਨੀਅਨ ਪੋਲ ਦੇ ਰਹੇ ਹੋ, ਉਹਨਾਂ ਨਾਲ 11 ਮਾਰਚ ਤੋਂ ਬਾਅਦ ਅਸੀਂ ਇਹ ਸਾਬਿਤ ਕਰ ਸਕਾਂਗੇ ਕਿ ਸਾਡੇ ਓਪੀਨੀਅਨ ਪੋਲ ਕਿਹੜੇ ਹਲਕੇ 'ਚ ਸਹੀ ਸਾਬਤ ਹੋਏ ਤੇ ਜਾਂ ਫਿਰ ਕਿਹੜੇ ਹਲਕੇ ਵਿੱਚ ਗਲਤ ਸਾਬਿਤ ਹੋ। ਤੁਸੀਂ ਵੀ ਦੇਖ ਸਕੋਗੇ ਕਿ ਸਾਡੇ ਓਪੀਨੀਅਨ ਪੋਲ ਕਿਹੜੇ ਹਲਕੇ ਸਹੀ ਸਾਬਿਤ ਹੋਏ, ਕਿਹੜੇ ਹਲਕੇ 'ਚ ਗਲਤ ਸਾਬਿਤ ਹੋਏ। ਨਾਲ ਹੀ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਹਰ ਰਾਈਡਿੰਗ 'ਚ 250 ਤੋਂ 300 ਲੋਕਾਂ ਦੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਡੇਟਾ ਨੂੰ ਤੁਹਾਡੇ ਸਾਹਮਣੇ ਪ੍ਰਸਤੁਤ ਕੀਤਾ ਜਾਂਦਾ ਵਾ। ਜੇ ਸਾਡੀ ਟੀਮ ਸੰਤੁਸ਼ਟ ਨਹੀਂ ਹੋਏ ਓਪੀਨੀਅਨ ਪੋਲ ਨਾਲ, ਕਈ ਰਾਈਡਿੰਗ ਐਸੀਆਂ ਨੇ ਜਿੱਥੇ ਕਿ ਅਸੀਂ ਉਹ ਡੇਟਾ ਤੁਹਾਡੇ ਨਾਲ ਸ਼ੇਅਰ ਨਾ ਕਰਕੇ ਫਿਰ ਤੋਂ ਟੀਮ ਨੂੰ ਵਾਪਸ ਸਰਵੇ ਕਰਨ ਵਾਸਤੇ ਭੇਜਿਆ, ਤਾਂ ਕਿ ਅਸੀਂ ਸ਼ੋਰ ਹੋ ਸਕੀਏ ਕਿ ਇਸ ਰਾਈਡਿੰਗ 'ਚ ਜੋ ਅਸੀਂ ਡੇਟਾ ਦਿਖਾਉਣ ਜਾ ਰਹੇ ਹਾਂ ਉਹ ਡੇਟਾ ਕਾਫੀ ਹੱਦ ਤੱਕ ਸਹੀ ਹੋਵੇ। ਹਾਂ, ਪਰ ਇੰਨਾ ਕੁ ਫਰਕ ਜ਼ਰੂਰ ਹੈ ਕਿ ਜਿੱਦਣ ਅਸੀਂ ਓਪੀਨੀਅਨ ਪੋਲ ਕਰ ਰਹੇ ਹਾਂ ਉਸ ਤੋਂ ਬਾਅਦ ਇਲੈਕਸ਼ਨ ਡੇਟ ਤੱਕ ਉਸ ਹਲਕੇ 'ਚ ਜਾਂ ਪਾਰਟੀ ਦੀ ਪਾਲਿਸੀ 'ਚ ਕੀ ਫਰਕ ਪੈਂਦਾ ਵਾ, ਉਹਦਾ ਉਸ ਹਲਕੇ ਦੇ ਲੋਕਾਂ ਤੇ ਕਿੰਨਾ ਕੁ ਫਰਕ ਪੈਂਦਾ ਵਾ, ਉਹਦਾ ਅਸਰ ਸ਼ਾਇਦ ਜੇ ਸਾਡੇ ਓਪੀਨੀਅਨ ਪੋਲ ਦੇ ਡੇਟਾ ਤੋਂ ਫਰਕ ਪਾ ਸਕੇ ਤੇ ਉਹ ਤੇ ਉੱਤੇ ਅਸੀਂ ਦਾਵਾ ਨਹੀਂ ਕਰਦੇ। ਪਰ ਜਿੱਦਣ ਅਸੀਂ ਓਪੀਨੀਅਨ ਪੋਲ ਕਰਦੇ ਹਾਂ ਉਦੋਂ ਦੇ ਅਸੀਂ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਉਸ ਹਲਕੇ ਦੇ ਰਹਿਣ ਵਾਲੇ ਲੋਕਾਂ ਦੇ ਉਦੋਂ ਦੇ ਵਿਚਾਰ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ, ਤਾਂ ਕਿ ਤੁਸੀਂ ਅਤੇ ਪੰਜਾਬ 'ਚ ਬੈਠੀਆਂ ਪੋਲੀਟੀਕਲ ਪਾਰਟੀਆਂ ਵੀ ਜੋ ਇਹ ਡੇਟਾ ਵਾਚ ਕਰ ਰਹੀਆਂ ਨੇ ਉਹ ਵੀ ਆਪਣੀ ਸਟ੍ਰੈਟਜੀ ਉਸ ਹਿਸਾਬ ਨਾਲ ਬਣਾ ਸਕਣ। ਮੈਂ ਦਰਸ਼ਕਾਂ ਨੂੰ ਇਹ ਵੀ ਦੱਸਦਾ, ਮੇਰੇ ਕੋਲ ਕੁਝ ਖਬਰਾਂ ਇਦਾਂ ਦੀਆਂ ਆਈਆਂ ਨੇ ਜਿੱਥੇ ਕਿ ਕੁਝ ਪੋਲੀਟੀਕਲ ਪਾਰਟੀ ਨੇ ਆਪਣੇ ਲੀਡਰ ਨੂੰ ਜੋ ਟਿਕਟ ਦਿੱਤੀ ਉਹਦੇ ਵਿੱਚ ਚੱਕ ਦੇ ਟੀਵੀ ਦਾ ਓਪੀਨੀਅਨ ਪੋਲ ਵੀ ਇੱਕ ਸਰਵੇ ਦੇ ਵਾਂਗੂ ਇਸਤੇਮਾਲ ਕੀਤਾ ਗਿਆ ਵਾ। ਅੱਜ ਵੀ ਸਾਨੂੰ ਇੱਕ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਪਾਰਟਿਕੂਲਰ ਏਰੀਆ ਦਾ ਸਰਵੇ ਕਰਨ ਨੂੰ ਕਿਹਾ ਵਾ। ਉਹਨਾਂ ਨੇ ਸਿਰਫ ਡੇਟਾ ਮੰਗਿਆ ਸੀ, ਇਹ ਮੰਗਿਆ ਸੀ ਕਿ ਜੇ ਤੁਹਾਡੇ ਕੋਲ ਇਸ ਹਲਕੇ ਦਾ ਡੇਟਾ ਵਾ ਤੇ ਮੈਨੂੰ ਚਾਹੀਦਾ, ਕਿਉਂਕਿ ਉਹ ਪਾਰਟਿਕੂਲਰ ਪਾਰਟੀ ਦੇ ਕੈਂਡੀਡੇਟ ਉੱਥੋਂ ਇਲੈਕਸ਼ਨ ਲੜ ਰਹੇ ਨੇ। ਇੱਕ ਹੋਰ ਮੈਂ ਜੋ ਪਿਛਲੇ ਵੀਕ ਹੀ ਸਾਨੂੰ ਇੱਕ ਮੈਸੇਜ ਆਇਆ ਸੀ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਵਾਂ। ਟੋਟਲ ਟੀਵੀ ਨੇ ਵੀ ਦਿੱਲੀ ਦੇ ਵਿੱਚ ਲਗਭਗ ਇਦਾਂ ਦਾ ਹੀ ਸਰਵੇ ਕੀਤਾ ਸੀ। ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ 67 ਸੀਟਾਂ ਜਿੱਤੀਆਂ ਨੇ, ਉਦੋਂ ਟੋਟਲ ਟੀਵੀ ਨੇ ਵੀ ਲਗਭਗ ਇਦਾਂ ਦਾ ਹੀ ਸਰਵੇ ਕੀਤਾ ਸੀ। ਲਗਭਗ 200-250 ਬਾਈਟਸ ਹਰ ਰਾਈਡਿੰਗ 'ਚ ਪ੍ਰਸਤੁਤ ਕੀਤੀਆਂ ਸੀ। ਉਹਦੇ ਆਧਾਰ ਤੇ ਟੋਟਲ ਟੀਵੀ ਨੇ ਦਿੱਲੀ ਵਿੱਚ ਕੌਣ ਜਿੱਤੂਗਾ ਪ੍ਰੈਡਿਕਟ ਕੀਤਾ ਸੀ ਤੇ ਟੋਟਲ ਟੀਵੀ ਦੀ ਉਹ ਪ੍ਰੈਡਿਕਸ਼ਨ ਬਿਲਕੁਲ ਸਹੀ ਸਾਬਿਤ ਹੋਈ ਆ। ਤੁਸੀਂ ਗੂਗਲ ਤੇ ਜਾਂ ਫੇਸਬੁੱਕ ਤੇ ਜਾ ਕੇ ਟੋਟਲ ਟੀਵੀ ਦੇ ਦਿੱਲੀ ਦੇ ਸਰਵੇ ਜੇ ਸਰਚ ਕਰੋਗੇ ਤੇ ਲਗਭਗ ਇਦਾਂ ਦਾ ਹੀ ਪੈਟਰਨ ਟੋਟਲ ਟੀਵੀ ਨੇ ਫੋਲੋ ਕੀਤਾ ਸੀ, ਜੋ ਕਿ ਸਾਨੂੰ ਕੱਲ ਪਿਛਲੇ 1-2 ਦਿਨਾਂ 'ਚ ਹੀ ਕੇ ਨੇ ਮੈਸੇਜ ਕਰਕੇ ਦੱਸਿਆ ਕਿ ਜੋ ਤੁਹਾਡੇ ਸਰਵੇ ਨੇ ਇਦਾਂ ਦਾ ਹੀ ਪੈਟਰਨ ਪਹਿਲਾਂ ਵੀ ਫੋਲੋ ਕੀਤਾ ਗਿਆ ਵਾ। ਗੱਲਬਾਤ ਸ਼ੁਰੂ ਕਰਦੇ ਹਾਂ ਜਲਾਲਾਬਾਦ ਤੋਂ। ਜਲਾਲਾਬਾਦ ਜੋ ਕਿ ਇੱਕ ਹੌਟ ਰਾਈਡਿੰਗ ਬਣ ਚੁੱਕੀ ਆ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਡਿਪਟੀ ਸੀਐਮ ਸੁਖਬੀਰ ਬਾਦਲ, ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਪੋਲੀਟੀਕਲ ਰਣਨੀਤੀ, ਪੋਲੀਟੀਕਲ ਸਟ੍ਰੈਟਜੀ ਬਣਾਉਣ ਵਾਲੇ ਸ਼ਖਸ ਸੁਖਬੀਰ ਬਾਦਲ ਚੁਣਾਵ ਲੜਦੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਜੋ ਇੱਕ ਸਟ੍ਰੈਟਜੀ ਅਪਣਾਈ ਹੈ ਕਿ ਅਸੀਂ ਪੰਜਾਬ 'ਚ ਅਕਾਲੀ ਦਲ ਬਾਦਲ ਦੇ ਵੱਡੇ ਲੀਡਰਾਂ ਦੇ ਖਿਲਾਫ ਆਪਣੇ ਵੱਡੇ ਲੀਡਰ ਖੜਾ ਕਰਾਂਗੇ, ਤੇ ਉਹਦੇ ਚੱਲਦੇ ਹੋਏ ਭਗਵੰਤ ਮਾਨ ਜੋ ਕਿ ਇਹ ਤੱਕ ਕਹਿ ਰਹੇ ਸੀ ਕਿ ਜੇ ਸੁਖਬੀਰ ਬਾਦਲ 2 ਜਗ੍ਹਾ ਤੋਂ ਇਲੈਕਸ਼ਨ ਲੜੂਗਾ ਤੇ ਮੈਂ ਦੋਵੇਂ ਜਗ੍ਹਾ ਤੋਂ ਇਲੈਕਸ਼ਨ ਲੜੂੰਗਾ ਤੇ ਮੈਂ ਮੇਕ ਸ਼ੋਰ ਕਰੂੰਗਾ ਕਿ ਸੁਖਬੀਰ ਬਾਦਲ ਦੋਵੇਂ ਜਗ੍ਹਾ ਤੋਂ ਇਲੈਕਸ਼ਨ ਹਾਰਨ। ਭਗਵੰਤ ਮਾਨ ਸਾਹਿਬ ਦਾ ਮੁਕਾਬਲਾ ਸੁਖਬੀਰ ਬਾਦਲ ਨਾਲ ਜਲਾਲਾਬਾਦ। ਪੰਜਾਬ ਦੇ ਪੂਰੇ ਇਲੈਕਸ਼ਨ 'ਚ ਜਲਾਲਾਬਾਦ ਰਾਈਡਿੰਗ ਨੂੰ ਇੱਕ ਇੰਟਰਸਟਿੰਗ ਰਾਈਡਿੰਗ ਬਣਾਉਂਦਾ ਵਾ। ਆਮ ਆਦਮੀ ਪਾਰਟੀ ਨੂੰ ਇੱਕ ਗੱਲ ਦਾ ਤੇ ਕ੍ਰੈਡਿਟ ਜ਼ਰੂਰ ਜਾਂਦਾ ਵਾ ਕਿ ਮਜੀਠਾ, ਜਲਾਲਾਬਾਦ ਅਤੇ ਲੰਬੀ ਇਸ ਰਾਈਡਿੰਗ ਨੂੰ ਨੈਸ਼ਨਲ ਮੀਡੀਆ ਜਾਂ ਫਿਰ ਤੁਸੀਂ ਕਹਿ ਸਕਦੇ ਜੋ ਇੰਟਰਨੈਸ਼ਨਲ ਪੰਜਾਬੀ ਮੀਡੀਆ ਦੇ ਵਿੱਚ ਸੁਰਖੀਆਂ ਤੇ ਲਿਆਂਦਾ ਵਾ। ਪਰ
ਸਾਡੇ ਸਰਵੇ ਦੇ ਹਿਸਾਬ ਨਾਲ ਅੱਜ ਅਸੀਂ ਦੇਖਾਂਗੇ ਕਿ ਜਲਾਲਾਬਾਦ ਦੇ ਵੋਟਰ ਕੀ ਆਂਦੇ ਨੇ, ਕਿਹੜੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ ਤੇ ਕਿਹੜੀ ਪਾਰਟੀ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ, ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਆਧਾਰ ਤੇ ਜਲਾਲਾਬਾਦ ਦੇ ਵੋਟਰਸ ਵੋਟ ਪਾਉਣਾ ਚਾਹੁੰਦੇ ਨੇ। ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨਾਲ ਇਹ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਅਨਡਿਸਾਈਡਡ ਵੋਟਰ ਦੀ ਗਿਣਤੀ ਜਲਾਲਾਬਾਦ 'ਚ ਪਹਿਲੀ ਏਦਾਂ ਦੀ ਰਾਈਡਿੰਗ ਆ ਜਿੱਥੇ ਕਿ ਅਨਡਿਸਾਈਡਡ ਵੋਟਰ ਦੀ ਗਿਣਤੀ 30% ਤੋਂ ਘਟੀ ਆ, ਅਦਰਵਾਈਜ਼ 20% ਤੋਂ ਥੱਲੇ ਆਈ ਆ। ਅਦਰਵਾਈਜ਼ ਆਮ ਤੌਰ ਤੇ ਜਿੰਨੀਆਂ ਵੀ ਅਸੀਂ ਰਾਈਡਿੰਗ ਵਿੱਚ ਸਰਵੇ ਕਰਦੇ ਆ, ਜੋ ਅਨਡਿਸਾਈਡਡ ਵੋਟਰ ਦੀ ਗਿਣਤੀ ਆ ਉਹ ਹਮੇਸ਼ਾ 30% ਦੇ ਕੋਲ ਰਹਿੰਦੀ ਆ, 30 ਤੋਂ 35% ਜਾਂ ਥੋੜਾ ਬਹੁਤ ਪਲੱਸ ਮਾਈਨਸ 2-3 ਦੇ ਕੋਲ ਅਨਡਿਸਾਈਡਡ ਵੋਟਰ ਦੀ ਮਾਤਰਾ ਹੁੰਦੀ ਆ। ਚੋਣ ਜਾਬਤਾ ਵੀ ਲੱਗ ਚੁੱਕਿਆ ਸੀ ਜਿੱਦਣ ਅਸੀਂ ਜਲਾਲਾਬਾਦ ਓਪੀਨੀਅਨ ਪੋਲ ਕੀਤਾ। 9, 10, 11 ਤਰੀਕ ਦੇ ਕੋਲ ਲਗਭਗ ਇਹ ਸਰਵੇ ਜਲਾਲਾਬਾਦ ਹਲਕੇ 'ਚ ਹੋਏ ਨੇ। ਚੋਣ ਜਾਬਤਾ ਲੱਗਣ ਦਾ ਫੈਕਟਰ ਮੰਨ ਲਓ ਜਾਂ ਫਿਰ ਇਲੈਕਸ਼ਨ ਔਨ ਕਾਲ ਦਾ ਕੋਲ ਆਨ ਦਾ ਫੈਕਟਰ ਮੰਨ ਲਓ, ਪਰ ਅਨਡਿਸਾਈਡਡ ਵੋਟਰ ਦੀ ਮਾਤਰਾ ਜਲਾਲਾਬਾਦ ਹਲਕੇ ਵਿੱਚ ਸਾਡੇ ਓਪੀਨੀਅਨ ਪੋਲ ਦੇ ਮੁਤਾਬਿਕ ਸਿਰਫ 19% ਆ। ਕਾਂਗਰਸ ਪਾਰਟੀ ਤੀਜੇ ਨੰਬਰ ਤੇ ਆ, ਸਿਰਫ 8% ਵੋਟਰ ਕਾਂਗਰਸ ਪਾਰਟੀ ਨੂੰ 8% ਜਲਾਲਾਬਾਦ ਹਲਕੇ ਦੇ ਵੋਟਰ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਆ। ਇੱਕ ਫੈਕਟਰ ਜੋ ਕਾਂਗਰਸ ਪਾਰਟੀ ਦੇ ਹੱਕ 'ਚ ਨਹੀਂ ਜਾ ਰਿਹਾ ਸੀ, ਕੈਂਡੀਡੇਟ ਦਾ ਨਾਂ ਅਨਾਉਂਸ ਹੋਣਾ। ਕਾਫੀ ਸਾਡੇ ਕੋਲ ਇਦਾਂ ਦੀ ਵੀਡੀਓ ਇੰਟਰਵਿਊਸ ਨੇ ਜਿਹਦੇ ਵਿੱਚ ਕਿ ਵੋਟਰਸ ਨੇ ਇਹ ਵੀ ਕਿਹਾ ਵਾ ਕਿ ਕੈਂਡੀਡੇਟ ਤੇ ਅਨਾਉਂਸ ਨਹੀਂ ਕੀਤਾ, ਮੈਂ ਪੱਕਾ ਕਾਂਗਰਸੀ ਆ ਤੇ ਮੈਂ ਅਜੇ ਤੱਕ ਮਨ ਨਹੀਂ ਬਣਾਇਆ। ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਉਹ ਚੀਜ਼ ਨਹੀਂ ਜਾ ਰਹੀ ਸੀ। ਹੁਣ ਇਹ ਆਉਂਦਾ ਹੈ, ਹੁਣ ਅਖੀਰਲੇ ਬੱਚੇ ਦੋ ਕੈਂਡੀਡੇਟ, ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ, ਭਗਵੰਤ ਮਾਨ ਜਾਂ ਸੁਖਬੀਰ ਬਾਦਲ, ਕਿਹੜੇ ਕੈਂਡੀਡੇਟ ਨੰਬਰ 1 ਦੀ ਪੋਜੀਸ਼ਨ ਤੇ ਆ ਤੇ ਕਿਹੜਾ ਕੈਂਡੀਡੇਟ ਨੰਬਰ 2 ਦੀ ਪੋਜੀਸ਼ਨ ਤੇ ਆ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਜਲਾਲਾਬਾਦ ਤੋਂ 25% ਵੋਟਰਸ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਹੱਕ 'ਚ ਵੋਟ ਪਾਉਣਾ ਚਾਹੁੰਦੇ ਆ। ਮੈਂ ਫਿਰ ਤੋਂ ਦੱਸਦਾ, ਜਲਾਲਾਬਾਦ ਦੇ 25% ਵੋਟਰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਆ। ਅਖੀਰ 'ਚ ਸਭ ਤੋਂ ਅੱਗੇ ਇਸ ਰੇਸ ਵਿੱਚ ਚੱਲ ਰਹੇ ਨੇ ਸੁਖਬੀਰ ਬਾਦਲ, ਜੋ ਕਿ ਲਗਭਗ ਡਬਲ ਲੀਡ ਆ। 48% ਜਲਾਲਾਬਾਦ ਦੇ ਵੋਟਰ ਸੁਖਬੀਰ ਬਾਦਲ ਨੂੰ ਵੋਟ ਪਾਉਣਾ ਚਾਹੁੰਦੇ ਆ। ਮੈਂ ਸਾਰੇ ਸਕੋਰ ਇੱਕ ਵਾਰ ਰਿਪੀਟ ਕਰ ਦਿੰਦਾ, ਤੁਸੀਂ ਸਕਰੀਨ ਤੇ ਥੱਲੇ ਪੜ੍ਹ ਵੀ ਰਹੇ ਹੋਗੇ। ਸੁਖਬੀਰ ਬਾਦਲ ਨੰਬਰ 1, ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਨੰਬਰ 1 ਦੀ ਪੋਜੀਸ਼ਨ ਤੇ ਆ 48% ਵੋਟ ਲੈ ਕੇ। ਆਮ ਆਦਮੀ ਪਾਰਟੀ ਭਗਵੰਤ ਮਾਨ ਨੰਬਰ 2 ਦੀ ਪੋਜੀਸ਼ਨ ਤੇ ਆ 25% ਵੋਟ ਲੈ ਕੇ, ਤੇ ਕਾਂਗਰਸ ਨੰਬਰ 3 ਦੀ ਪੋਜੀਸ਼ਨ ਤੇ ਆ 8% ਵੋਟ ਲੈ ਕੇ। ਤੇ ਅਨਡਿਸਾਈਡਡ ਵੋਟਰ ਦੀ ਮਾਤਰਾ ਸਾਡੇ ਓਪੀਨੀਅਨ ਪੋਲ ਦੇ ਮੁਤਾਬਿਕ 19% ਆ ਰਹੀ ਆ। ਸ਼ੁਰੂ ਕਰਦੇ ਹਾਂ ਸੀਪੀ ਸਿੰਘ ਜੀ ਤੋਂ। ਬਿਲਕੁਲ ਹਰਪ੍ਰੀਤ ਜੀ, ਮੈਂ ਡਾਟਾ ਹੀ ਐਨਾਲਾਈਜ਼ ਕਰ ਰਿਹਾ ਸੀ। ਤੁਸੀਂ ਇੱਕ ਚੀਜ਼ ਇੱਥੇ ਨੋਟ ਕਰਨ ਵਾਲੀ ਹੈ, ਜੇ ਅਨਡਿਸਾਈਡਡ ਵੋਟ 19% ਹੈ ਔਰ ਕਾਂਗਰਸ 8% ਹੈ, ਜੇ ਅਸੀਂ ਉਹਨੂੰ ਵੀ ਮਿਲਾ ਦਿੰਦੇ ਆ ਤਾਂ ਵੀ ਉਹ ਦੋ ਉੱਪਰਲੀਆਂ ਦੋ ਪਾਰਟੀਆਂ ਦੇ ਬਰਾਬਰ ਜੇ ਖੜੇ ਹੋ ਜਾਂਦੀ ਹੈ। ਪਰ ਇੱਥੇ ਇੱਕ ਚੀਜ਼ ਮੇਨ ਚੀਜ਼ ਦੇਖਣ ਵਾਲੀ ਇਹ ਹੈ ਕਿ 48% ਤਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਮਿਲਿਆ, ਲੇਕਿਨ ਸੈਕੰਡ ਪੋਜੀਸ਼ਨ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ 25% ਜਿਹੜੇ ਲੋਕਾਂ ਦਾ ਜਿਹੜਾ ਵਿਊ ਹੈ ਜਾਂ ਲੋਕਾਂ ਦਾ ਜਿਹੜਾ ਡਿਸੀਜਨ ਹੈ ਉਹ ਆਮ ਆਦਮੀ ਪਾਰਟੀ ਵੱਲ ਗਿਆ, ਜਿਹੜਾ ਕਿ ਉਸ ਰਾਈਡਿੰਗ ਦੇ ਅਕੋਰਡਿੰਗ ਦੇਖੀਏ ਬਹੁਤ ਜ਼ਿਆਦਾ ਹੈ। ਕਿਉਂਕਿ ਸੁਖਬੀਰ ਬਾਦਲ ਦਾ ਗੜ੍ਹ ਹੈ, ਉਹ ਸੁਖਬੀਰ ਬਾਦਲ ਬਹੁਤ ਉਹਨਾਂ ਉੱਤੇ ਹੋਲਡ ਆਪਣਾ ਬਣਾਇਆ ਹੋਇਆ, ਉਹਨਾਂ ਨੇ ਕੰਮ ਵੀ ਬਹੁਤ ਕੀਤੇ ਨੇ ਔਰ ਲੋਕੀ ਜਿਹੜੇ ਹੈ ਬਹੁਤ ਜ਼ਿਆਦਾ ਇਨਫਲੂਐਂਸ ਹੈ ਉਹਨਾਂ ਤੋਂ। ਪਰ ਫਿਰ ਵੀ ਦੇਖੋ ਤੁਸੀਂ ਉਸ ਏਰੀਏ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ ਜਾਂ ਲੋਕਾਂ ਨੂੰ ਸਪੋਰਟ, ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਦਿੱਤੀ ਹੈ, ਉਹ 25% ਹੈ, ਜਿਹੜੀ ਕਿ ਮੇਰੇ ਹਿਸਾਬ ਨਾਲ ਬਿਲਕੁਲ ਜ਼ਿਆਦਾ ਹੈ। ਔਰ ਜੇ ਅਸੀਂ ਇਲੈਕਸ਼ਨ ਦੇ ਮੱਦੇਨਜ਼ਰ ਦੇਖੀਏ ਤਾਂ ਇਹ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਪੂਰੀ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਇੱਥੇ ਮੈਂ ਇੱਕ ਚੀਜ਼ ਹੋਰ ਕਹੂੰਗਾ, ਅਗਰ ਫੇਅਰ ਇਲੈਕਸ਼ਨ ਹੋ ਜਾਂਦੀ ਹੈ ਤਾਂ ਉੱਥੇ ਇਹ ਜਿਹੜਾ ਫੈਕਟਰ ਹੈ ਅਨਡਿਸਾਈਡਡ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇੰਪੋਰਟੈਂਸ ਰੱਖੇਗਾ ਕੈਂਡੀਡੇਟ ਨੂੰ ਜਿਤਾਉਣ ਲਈ। ਔਰ ਜੇ ਅਸੀਂ ਇਹ ਦੇਖਦੇ हैं कि श्रोमणी अकाली दल और बीजेपी डीमोनेटाइजेशन फैक्टर और सुखबीर बादल का डेवलपमेंट फैक्टर उत्ते काम कर गया, तो आई थिंक क्लीन स्वीप तो सुखबीर बादल ਨੂੰ ਉੱਥੇ ਕੋਈ ਵੀ ਨਹੀਂ ਬਚਾ ਸਕਦਾ। ਫੈਕਟਰਸ ਦੀ ਗੱਲ ਆਪਾਂ ਜ਼ਰੂਰ ਡਿਸਕਸ ਕਰਾਂਗੇ, ਪਰ ਜੇ ਮੇਰਾ ਕੋਈ ਵੀ ਪੈਨਲਿਸਟ ਇਸ ਸਕੋਰ ਤੇ ਕਮੈਂਟ ਕਰਨਾ ਚਾਹੇ, ਉਸ ਤੋਂ ਬਾਅਦ ਕਿਹੜੇ ਮੁੱਦੇ ਆ ਉੱਤੇ ਆਪਾਂ ਡਿਸਕਸ ਕਰਾਂਗੇ, ਜਿਹੜੇ ਮੁੱਦਿਆਂ ਤੇ ਸੁਖਬੀਰ ਬਾਦਲ ਨੰਬਰ 1 ਦੀ ਪੋਜੀਸ਼ਨ ਤੇ ਭਗਵੰਤ ਮਾਨ ਨੰਬਰ 2 ਦੀ ਪੋਜੀਸ਼ਨ ਤੇ ਬਣੇ ਹੋਏ ਆ।
ਹਰਪ੍ਰੀਤ ਜੀ, ਜੇ ਅਸੀਂ ਜਲਾਲਾਬਾਦ ਦੀ ਤਸਵੀਰ ਨੂੰ ਵੇਖੀਏ ਜਿਹੜੀ ਸਰਵੇ ਦੇ ਵਿੱਚ ਸਾਹਮਣੇ ਆਈ ਹੈ, ਤੇ ਉਸੇ ਤਸਵੀਰ ਨੂੰ ਅਸੀਂ ਮਜੀਠਾ ਹਲਕੇ ਦੇ ਵਿੱਚ ਲੈ ਜਾਈਏ ਤਾਂ ਉਹਦੇ ਵਿੱਚ ਇੱਕ ਚੀਜ਼ ਬਿਲਕੁਲ ਕਾਮਨ ਸਾਨੂੰ ਨਜ਼ਰ ਆਉਂਦੀ ਹੈ ਕਿ ਸੱਤਾਧਾਰੀ ਪਾਰਟੀ ਦੇ ਪ੍ਰਮੁੱਖ ਨੇਤਾ ਜਿਨ੍ਹਾਂ ਦਾ ਸੱਤਾ ਦੇ ਵਿੱਚ ਭਾਈਵਾਲੀ 'ਚ ਵੀ ਬਹੁਤ ਵੱਡਾ ਹਿੱਸਾ ਵਾ ਤੇ ਜਿਹੜੇ ਸੱਤਾ ਨੂੰ ਪ੍ਰਭਾਵਿਤ ਵੀ ਬਹੁਤ ਕਰਦੇ ਨੇ, ਉਹ ਆਪੋ ਆਪਣੀ ਸੀਟ ਦੇ ਉੱਤੇ ਬਹੁਤ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ। ਫਰਕ ਸਾਨੂੰ ਸਿਰਫ ਇੱਕ ਨਜ਼ਰ ਆਉਂਦਾ ਕਿ ਮਜੀਠਾ ਹਲਕੇ ਦੇ ਵਿੱਚ ਟੂ ਪਾਰਟੀ ਸਿਸਟਮ ਵਾਂਗ ਟੱਕਰ ਦੇਣ ਦੇ ਲਈ ਕਾਂਗਰਸ ਪਾਰਟੀ ਹਾਜ਼ਰ ਹੈ ਤੇ ਆਮ ਆਦਮੀ ਪਾਰਟੀ ਉੱਤੇ ਬਿਲਕੁਲ ਬਹੁਤ ਹੇਠਾਂ ਚਲੇ ਗਈ ਹੈ। ਇਹਦੇ ਉਲਟ ਜੇ ਅਸੀਂ ਜਲਾਲਾਬਾਦ ਹਲਕੇ ਦੇ ਵਿੱਚ ਆ ਜਾਂਦੇ ਹਾਂ ਤਾਂ ਸਾਨੂੰ ਤਸਵੀਰ ਇਸ ਤਰ੍ਹਾਂ ਬਦਲੀ ਹੋਈ ਮਿਲਦੀ ਹੈ ਕਿ ਭਗਵੰਤ ਮਾਨ ਬਹੁਤ ਵੱਡੇ ਸਮਰਥਨ ਦੇ ਨਾਲ, ਮੁਕਾਬਲਤਨ ਬਹੁਤ ਵੱਡੇ ਸਮਰਥਨ ਦੇ ਨਾਲ ਸੁਖਬੀਰ ਸਿੰਘ ਬਾਦਲ ਦਾ ਪਿੱਛਾ ਕਰ ਰਹੇ ਨੇ ਤੇ ਕਾਂਗਰਸ ਪਾਰਟੀ ਇੱਥੇ ਬਹੁਤ ਪਛੜੀ ਹੋਈ ਸ਼ਕਲ ਦੇ ਵਿੱਚ ਨਜ਼ਰ ਆਉਂਦੀ ਆ। ਮੇਰੇ ਮੁਤਾਬਕ ਇਸ ਤਸਵੀਰ ਨੂੰ ਸਮਝੇ ਜਾਣ ਦੀ ਜ਼ਰੂਰਤ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਸੱਤਾ ਦੇ ਵਿੱਚ ਪ੍ਰਮੁੱਖ ਦਾਅਵੇਦਾਰ ਹੁੰਦੇ ਨੇ, ਜਿਹੜੇ ਪ੍ਰਮੁੱਖ ਨੇਤਾ ਹੁੰਦੇ ਨੇ, ਉਹ ਇੰਨਾ ਕੰਮ ਕਰ ਲੈਂਦੇ ਨੇ ਆਪੋ ਆਪਣੇ ਹਲਕੇ ਦੇ ਵਿੱਚ ਕਿ ਬਾਕੀ ਸਾਰੇ ਰਾਜ ਦੇ ਵਿੱਚ ਪੋਜੀਸ਼ਨ ਜੋ ਵੀ ਬਣ ਜਾਵੇ ਉਹਨਾਂ ਦੀਆਂ ਸੀਟਾਂ ਲਗਭਗ ਪੱਕੀਆਂ ਰਹਿ ਜਾਂਦੀਆਂ ਨੇ। ਜੇ ਅਸੀਂ ਯੂਪੀ ਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਸੋਨੀਆ, ਰਾਹੁਲ ਗਾਂਧੀ ਬੇਸ਼ੱਕ ਯੂਪੀ ਦੇ ਵਿੱਚ ਕੋਈ ਬਹੁਤੇ ਮਾਅਨੇ ਨਹੀਂ ਰੱਖਦੀ ਕਾਂਗਰਸ, ਪਰ ਆਪੋ ਆਪਣੇ ਹਲਕੇ ਦੇ ਵਿੱਚ ਵੱਡੀ ਹੈਸੀਅਤ ਰੱਖਦੇ ਨੇ। ਇਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੁੰਦੀ ਹੈ ਕਿ ਸਾਡੇ ਦੇਸ਼ ਦੇ ਸਿਆਸਤਦਾਨ ਜਿਨ੍ਹਾਂ ਦਾ ਖਾਸ ਕਰਕੇ ਸੱਤਾ ਦੇ ਵਿੱਚ ਦਖਲਅੰਦਾਜ਼ ਹੁੰਦਾ, ਉਹ ਆਪਣੇ ਹਲਕੇ ਦੇ ਵਿੱਚ ਇੰਨੀ ਜ਼ਿਆਦਾ ਕਹਿ ਲਓ ਲੋਕਾਂ ਦੀ ਬਾਂਹ ਫੜਦੇ ਨੇ ਜਾਂ ਲੋਕਾਂ ਨੂੰ ਇੰਨੀਆਂ ਜ਼ਿਆਦੀਆਂ ਸਬਸਿਡੀਆਂ ਸੁਗਾਤਾਂ ਦੇ ਨਾਲ ਲੱਦ ਦਿੰਦੇ ਨੇ ਕਿ ਉਹਨਾਂ ਤੇ ਵਿਸ਼ਵਾਸ ਬਣਿਆ ਰਹਿੰਦਾ। ਪਰ ਕੀ ਜਮਹੂਰੀਅਤ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਹੇਵ ਕਰਨਾ ਕਿ ਪ੍ਰਮੁੱਖ ਨੇਤਾ ਦਾ ਹਲਕਾ ਤਾਂ ਮਾਲਾ ਮਾਲ ਹੋ ਜਾਵੇ ਤੇ ਬਾਕੀ ਦੇ ਹਲਕੇ ਜਿਹੜੇ ਆ ਉਹ ਕਮਜ਼ੋਰ ਰਹਿ ਜਾਣ, ਈਵਨ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਹਲਕੇ ਵੀ ਉਹਨਾਂ ਵਿਕਾਸ ਨਾ ਕਰ ਸਕਣ। ਤੇ ਜਿੱਥੇ ਇਸ ਤਰੀਕੇ ਦੀ ਤਸਵੀਰ ਹੋਵੇਗੀ ਉੱਥੇ ਤੁਸੀਂ ਕਿਵੇਂ ਕਲਪਨਾ ਕਰ ਸਕਦੇ ਹੋ ਕਿ ਵਿਰੋਧੀ ਧਿਰ ਨਾਲ ਸੰਬੰਧਿਤ ਹਲਕਿਆਂ ਉੱਤੇ ਸਾਡੇ ਸੱਤਾਧਾਰੀ ਲੋਕ ਜਿਹੜੇ ਆ ਉਹ ਵਿਕਾਸ ਦਾ ਜਿਹੜਾ ਚਾਨਣ ਵੀ ਉਹ ਪੈਣ ਦੇਣਗੇ। ਤੇ ਜੇ ਇਸੇ ਦਾ ਨਾਂ ਜਮਹੂਰੀਅਤ ਹੈ ਤਾਂ ਸਾਨੂੰ ਆਪਣੇ ਦੇਸ਼ ਦੀ ਜਮਹੂਰੀਅਤ ਬਾਰੇ ਵੀ ਜ਼ਰੂਰ ਸੋਚਣਾ ਪਵੇਗਾ। ਮੈਂ ਜਿਵੇਂ ਪਹਿਲਾਂ ਕਿਹਾ ਸੀ ਪਹਿਲੇ ਹਿੱਸੇ ਦੇ ਵਿੱਚ ਕਿ ਧਰਮ ਦੇ ਸਵਾਲ ਦੇ ਉੱਤੇ ਡੇਰਿਆਂ ਦੇ ਵਿਰੁੱਧ ਵੀ ਤੇ ਸਿਆਸਤਦਾਨਾਂ ਦੇ ਵਿਰੁੱਧ ਵੀ ਕੋਈ ਨਾ ਕੋਈ ਕਾਨੂੰਨ ਬਣ ਜਾਣਾ ਚਾਹੀਦਾ। ਮੇਰੇ ਮੁਤਾਬਕ ਇਸ ਗੱਲ ਲਈ ਵੀ ਕੋਈ ਨਾ ਕੋਈ ਕਾਨੂੰਨ ਬਣ ਜਾਣਾ ਚਾਹੀਦਾ ਵਾ ਕਿ ਆਪੋ ਆਪਣੇ ਹਲਕੇ ਦੇ ਵਿੱਚ ਪ੍ਰਮੁੱਖ ਨੇਤਾ ਵੀ ਇੱਕ ਸੀਮਾ ਤੋਂ ਵੱਧ ਖਰਚਾ ਨਾ ਕਰ ਸਕਣ ਤੇ ਜਿੰਨਾ ਖਰਚਾ ਸਾਰੇ ਹਲਕਿਆਂ ਦੇ ਹਿੱਸੇ ਦੇ ਵਿੱਚ ਆਉਂਦਾ ਵਾ ਬਿਨਾਂ ਕਿਸੇ ਵਿਰੋਧੀ ਤੇ ਬਿਨਾਂ ਕਿਸੇ ਸੱਤਾਧਾਰੀ ਦਲ ਦੇ ਉਹ ਸਾਰੇ ਹਲਕਿਆਂ ਨੂੰ ਮੁਹੱਈਆ ਕੀਤਾ ਜਾਵੇ। ਮੈਨੂੰ ਲੱਗਦਾ ਸ਼ਾਇਦ ਸਾਡੇ ਦੇਸ਼ ਨੂੰ ਹੁਣ ਇੱਦਾਂ ਦੇ ਕਿਸੇ ਕਾਨੂੰਨ ਦੀ ਵੀ ਜ਼ਰੂਰਤ ਹੈ। ਅਦਰਵਾਈਜ਼ ਅਸੀਂ ਉਹਨਾਂ ਨੇਤਾਵਾਂ ਨੂੰ ਜਿੱਤਦੇ ਹੋਏ ਦੇਖਾਂਗੇ ਜਿਹੜੇ ਪੂਰੀ ਤਸਵੀਰ ਦੇ ਵਿੱਚ ਖਲਨਾਇਕ ਨਜ਼ਰ ਆਉਂਦੇ ਨੇ, ਪਰ ਜਦੋਂ ਵੋਟਾਂ ਦੇ ਰਿਜ਼ਲਟ ਆਉਣਗੇ ਉਹ ਤੁਹਾਨੂੰ ਸ਼ਾਇਦ ਵੱਡੀ ਲੀਡ ਲੈ ਕੇ ਸਭ ਤੋਂ ਵੱਡੇ ਨਾਇਕ ਦੇ ਤੌਰ ਤੇ ਉੱਭਰਦੇ ਹੋਏ ਨਜ਼ਰ ਆਉਣਗੇ। ਤੇ ਜੇ ਇਹੀ ਜਮਹੂਰੀਅਤ ਹੈ ਤਾਂ ਮੇਰਾ ਖਿਆਲ ਹੈ ਸਾਡੇ ਦੇਸ਼ ਨੂੰ ਜਮਹੂਰੀਅਤ ਨੂੰ ਵੀ ਰੀਡਿਫਾਈਨ ਕਰਨ ਦੀ ਜ਼ਰੂਰਤ ਪਵੇਗੀ। ਇੱਥੇ ਵੀ ਜ਼ਰੂਰ ਗੱਲਬਾਤ ਕਰਾਂਗੇ, ਉਹਨੂੰ ਪੋਲੀਟੀਕਲ ਕਰਪਸ਼ਨ ਨਾਲ ਮਿਲਾ ਕੇ ਦੇਖਣਾ ਚਾਹੂੰਗਾ ਮੈਂ। ਉਸ ਤੋਂ ਪਹਿਲਾਂ ਦਿਲਰਾਜ ਸਿੰਘ ਜੀ। ਸੱਚ ਜੀ, ਜਿਹੜਾ ਪੋਲ ਜਲਾਲਾਬਾਦ ਚ ਕੀਤਾ ਵਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਜਿੱਤਦੀ ਪਈ ਹੈਗੀ ਹੈ। ਕਾਰਨ ਸਪਸ਼ਟ ਹੈਗੇ ਜੋ ਸੁਖਬੀਰ ਸਿੰਘ ਨੇ ਕਿ ਬਹੁਤ ਡਿਵੈਲਪਮੈਂਟ ਸੁਖਬੀਰ ਬਾਦਲ ਸਾਹਿਬ ਨੇ ਉੱਥੋਂ ਕਰਾਈ ਹੈਗੀ ਹੈ। ਲੋਕੀ ਪਸੰਦ ਕਰਦੇ ਆ ਇੱਕ ਵੱਡਾ ਜਦੋਂ ਸੀਐਮ ਜਾਂ ਡਿਪਟੀ ਸੀਐਮ ਲੈਵਲ ਦਾ ਬੰਦਾ ਉਹਨਾਂ ਦੀ ਕੌਂਸਟੀਚੁਐਂਸੀ ਵਿੱਚ ਹੁੰਦਾ ਵਾ ਤੇ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹੀ ਬੰਦਾ ਜਿੱਥੇ ਕਿ ਡਿਵੈਲਪਮੈਂਟ ਵੱਧ ਤੋਂ ਵੱਧ ਉਹਨਾਂ ਦੇ ਸ਼ਹਿਰ ਵੀ ਹੋ ਸਕੇ। ਪਹਿਲੀ ਚੀਜ਼। ਦੂਜੀ ਚੀਜ਼, ਇਸ ਓਪੀਨੀਅਨ ਪੋਲ ਬਾਰੇ ਜਿਹੜੀ ਤੁਸੀਂ ਗੱਲ ਕੀਤੀ, ਤਕਰੀਬਨ 200-250 ਦਾ ਸੈਂਪਲ ਸਾਈਜ਼ ਸਾਡਾ ਹੈਗਾ। ਤਕਰੀਬਨ ਹਰ ਵਰਗ ਨੂੰ, ਚਾਹੇ ਦੁਕਾਨਦਾਰ ਹੈ, ਚਾਹੇ ਬਿਜ਼ਨਸਮੈਨ ਹੈ, ਚਾਹੇ ਸਿੱਖ ਜਾਤੀ ਦਾ, ਚਾਹੇ ਰਾਏ ਸਿੱਖ ਹੈ, ਚਾਹੇ ਹਿੰਦੂ ਹੈ, ਹਰ ਤਰ੍ਹਾਂ ਦੇ ਵਰਗ ਨੂੰ ਅਸੀਂ ਚੁਣਨੇ ਹਾਂ। ਹਰ ਤਰ੍ਹਾਂ ਦੇ ਵਰਗ ਤੋਂ ਅਸੀਂ ਫੀਡਬੈਕ ਲੈਂਦੇ ਹਾਂ ਤੇ ਚੱਕਦੇ ਟੀਵੀ ਦੇ ਜਿੰਨੇ ਵੀ ਸਰਵੇ ਹੈਗੇ ਆ ਉਸ ਤੋਂ ਬਾਅਦ ਹੀ ਅਸੀਂ ਸਰਵੇ ਰਿਲੀਜ਼ ਕਰਦੇ ਹੈਗੇ ਆ। ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡਾ ਫੇਰ ਬਦਲ ਸਾਡੇ ਓਪੀਨੀਅਨ ਪੋਲ ਜਿਹੜੇ ਹੁੰਦੇ ਪਏ ਆ ਉਹਦੇ ਵਿੱਚ ਤੇ ਜਿਹੜੇ ਰਿਜ਼ਲਟ ਆਣੇ ਆ ਉਹਨਾਂ ਵਿੱਚ ਆਏਗਾ। ਥੋੜਾ ਬਹੁਤਾ ਰਹੇਗਾ ਕਿਉਂਕਿ ਅਨਡਿਸਾਈਡਡ ਵੋਟਾਂ ਕਾਫੀ ਹੈਗੀਆਂ ਵਾ ਤਕਰੀਬਨ ਸਾਰੇ ਖੇਤਰ ਵਿੱਚ, ਪਰ ਬਹੁਤ ਵੱਡਾ ਫਰਕ ਨਹੀਂ ਆਏਗਾ।
ਜਲਾਲਾਬਾਦ ਦੀ ਬਿਲਕੁਲ 100% ਸੁਖਬੀਰ ਬਾਦਲ ਸਾਹਿਬ ਜਿੱਤਦੇ ਪਏ ਆ। ਕਾਫੀ ਵੱਡਾ ਅੰਤਰ ਹੈ ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ। ਉਹ ਅੰਤਰ ਚਾਹੇ ਥੋੜਾ ਘੱਟ ਹੋਏਗਾ ਪਰ ਕੁਝ ਵੋਟ ਬੈਂਕ ਭਗਵੰਤ ਮਾਨ ਸਾਹਿਬ ਦੀਆਂ ਵੀ ਰਵਿੰਦਰ ਬਿੱਟੂ ਲੈ ਕੇ ਜਾਣਗੇ, ਕੁਝ ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਰਵਿੰਦਰ ਬਿੱਟੂ ਲੈ ਕੇ ਜਾਣਗੇ ਤੇ ਕਾਂਗਰਸ ਦੀ ਸਥਿਤੀ ਸੁਧਰੇਗੀ। ਪਰ ਫਿਰ ਵੀ ਗੱਲ ਉੱਥੇ ਆ ਕੇ ਖਤਮ ਹੁੰਦੀ ਹੈ ਕਿ ਬਹੁਤ ਡਿਵੈਲਪਮੈਂਟ ਕਰਾਈ ਹੋਈ ਹੈ ਜਲਾਲਾਬਾਦ ਏਰੀਏ ਦੇ ਵਿੱਚ ਤੇ ਸੁਖਬੀਰ ਬਾਦਲ ਨੂੰ ਹਰਾਉਣਾ ਥੋੜਾ ਜਿਹਾ ਮੁਸ਼ਕਿਲ ਹੋਏਗਾ। ਥੋੜੀ ਜੀ ਮੈਂ ਦਿਲਰਾਜ ਜੀ ਨੇ ਕੁਝ ਕਰੈਕਸ਼ਨ ਕਰਨਾ ਚਾਹੁੰਦਾ। ਦਿਲਰਾਜ ਜੀ ਤੁਸੀਂ ਵਰਡ 200 250 ਦਾ ਇਸਤੇਮਾਲ ਕੀਤਾ ਵਾ, ਜਦਕਿ ਜਲਾਲਾਬਾਦ ਹਲਕੇ ਸਾਡੇ ਕੋਲ 300 ਤੋਂ ਜ਼ਿਆਦਾ ਬਾਈਟਸ ਨੇ। ਐਵਰੇਜ ਹਰ ਹਲਕੇ 'ਚ ਅਸੀਂ 250 ਤੋਂ ਜ਼ਿਆਦਾ ਇੰਟਰਵਿਊਜ਼ ਲੈਂਦੇ ਆ। ਗੱਲਬਾਤ ਕਰਨਾ ਚਾਹਾਂਗਾ ਕਿਹੜੇ ਮੁੱਦੇ ਨੇ ਜਲਾਲਾਬਾਦ ਹਲਕੇ ਦੇ ਵਿੱਚ ਜੋ ਮੇਨ ਮੁੱਦਾ ਸੁਖਬੀਰ ਬਾਦਲ ਦੇ ਹੱਕ 'ਚ ਜਾ ਰਿਹਾ ਵਾ, ਉਹ ਸਿਰਫ ਇੱਕੋ ਹੀ ਆ, ਓਵਰ ਡਿਵੈਲਪਮੈਂਟ। ਹਰ ਦੂਜੇ ਜਾਂ ਤੀਜੇ ਵੋਟਰ ਨੇ ਸੁਖਬੀਰ ਬਾਦਲ ਦੀ ਡਿਵੈਲਪਮੈਂਟ ਨੂੰ ਲੈ ਕੇ ਤਾਰੀਫ ਕੀਤੀ ਆ। ਇਵਨ ਕਿ ਕੁਝ ਉਹ ਵੋਟਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਵੋਟ ਪਾਉਣ ਦੀ ਗੱਲ ਕੀਤੀ ਆ, ਉਹਨਾਂ ਨੇ ਵੀ ਇਹ ਗੱਲ ਮੰਨੀ ਆ ਕਿ ਜਲਾਲਾਬਾਦ ਹਲਕੇ ਦੀ ਡਿਵੈਲਪਮੈਂਟ ਬਹੁਤ ਹੋਈ ਆ। ਜੇ ਡਿਵੈਲਪਮੈਂਟ ਦੀ ਗੱਲ ਕਰੀਏ, ਗਰਲਸ ਕਾਲਜ, ਮੁੰਡਿਆਂ ਦਾ ਕਾਲਜ, ਹਸਪੀਟਲਸ, ਸਟੇਡੀਅਮ ਤੇ ਕਬੱਡੀ ਕੱਪ ਦਾ ਹੋਣਾ, ਕੁਝ ਵੋਟਰਸ ਦਾ ਇਹ ਵੀ ਕਹਿਣਾ ਸੀ ਕਿ ਜੋ ਕਬੱਡੀ ਕੱਪ ਦੇ ਹੋਣ ਦੇ ਕਾਰਨ ਉਹਨਾਂ ਦਾ ਜੋ ਹਲਕਾ ਵਾ ਇੰਟਰਨੈਸ਼ਨਲ ਸਿਟੀ ਬਣ ਚੁੱਕਿਆ ਵਾ। ਦੂਜੇ ਜੋ ਆਮ ਤੌਰ ਤੇ ਹਰ ਜਗ੍ਹਾ ਸੁਣਨ ਨੂੰ ਜੋ ਮੁੱਦੇ ਸਾਨੂੰ ਡਿਵੈਲਪਮੈਂਟ ਦੇ ਮੁੱਦੇ ਸਾਨੂੰ ਮਿਲ ਰਹੇ ਨੇ, ਉਹ ਵੀ ਇਸ ਜਗ੍ਹਾ ਜਲਾਲਾਬਾਦ ਦੇ ਵਾਸਤੇ ਵੈਲਿਡ ਆ। ਫੋਰ ਐਗਜ਼ਾਮਪਲ ਗਲੀਆਂ, ਨਾਲੀਆਂ, ਸੀਵਰਸ ਤੇ ਰੋਡ। ਪਰ ਆਮ ਤੌਰ ਤੇ ਜੋ ਜਲਾਲਾਬਾਦ ਦੇ ਵੋਟਰਸ ਨੇ ਗੱਲ ਕੀਤੀ ਆ, ਗਲੀਆਂ, ਨਾਲੀਆਂ, ਸੀਵਰਸ, ਇਹਨਾਂ ਦੇ ਨਾਲ ਹੀ ਜੋ ਕਾਲਜਸ ਦੀ ਗੱਲ ਕੀਤੀ, ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ, ਮੁੰਡੇ ਕੁੜੀਆਂ ਦਾ ਕਾਲਜ ਬਣਾਉਣਾ, ਹਸਪੀਟਲ ਬਣਾਉਣਾ। ਕੁਝ ਵੋਟਰਸ ਨੇ ਵੀ ਆਖਿਆ ਵਾ ਚੰਡੀਗੜ੍ਹ ਤੋਂ ਵੀ ਵਧੀਆ ਹਸਪੀਟਲ ਸੁਖਬੀਰ ਬਾਦਲ ਨੇ ਇੱਥੇ ਬਣਾਇਆ ਵਾ। ਸਕੂਲਿੰਗ ਦੀ ਗੱਲ ਵੀ ਕੁਝ ਵੋਟਰਸ ਨੇ ਕੀਤੀ ਹੈ, ਐਜੂਕੇਸ਼ਨ ਦੀ ਗੱਲ ਕਿ ਵਧੀਆ ਸਕੂਲ ਵੀ ਬਣਾਏ ਨੇ। ਜੇ ਕੋਈ ਵੀ ਮੇਰਾ ਪੈਨਲਿਸਟ ਕਮੈਂਟ ਕਰਨਾ ਚਾਹੇ। ਜੀ ਬਿਲਕੁਲ ਹਰਜੀਤ ਜੀ। ਦੇਖੋ ਡਿਵੈਲਪਮੈਂਟ ਆਪਣੇ ਏਰੀਆ ਦੇ ਵਿੱਚ ਕਰਨਾ, ਉਹਦਾ ਇੱਕ ਤੁਸੀਂ ਕਹਿ ਲਓ ਕਿ ਜਿਸ ਵੋਟਰਾਂ ਨੇ ਉਹਨੂੰ ਵੋਟ ਦੇ ਕੇ ਜਿਤਾਇਆ, ਉਸ ਨਾਲ ਜੋ ਕਮਿਟਮੈਂਟ ਕੀਤੀਆਂ ਹੋਈਆਂ ਔਰ ਉਹ ਜ਼ਰੂਰ ਪੂਰੀਆਂ ਕਰਦੇ ਆ, ਕਿਉਂਕਿ ਉਹ ਹਲਕਾ ਇਸ ਤਰ੍ਹਾਂ ਦਾ ਹੈ ਕਿ ਸੁਖਬੀਰ ਬਾਦਲ ਦਾ ਬਹੁਤ ਪੁਰਾਣਾ ਹੋਲਡ ਹੈ ਉੱਥੇ। ਔਰ ਇਹ ਡਿਵੈਲਪਮੈਂਟ ਜਿਹੜੀ ਹੈ 2012 ਤੋਂ ਨਹੀਂ 2007 ਤੋਂ ਹੀ ਚੱਲਦੀ ਆ ਰਹੀ ਸੀ, ਔਰ ਕਾਫੀ ਜ਼ਿਆਦਾ ਉਹ ਤੁਸੀਂ ਇਹਨੂੰ ਲੰਬੀ ਨਾਲ ਕੰਪੇਅਰ ਕਰਕੇ ਅਗਰ ਦੇਖੋ ਤਾਂ ਦੋਨਾਂ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ, ਔਰ ਦੋਨੋਂ ਏਰੀਆ ਜਿਹੜੇ ਨੇ ਉਹ ਸੀਐਮ ਔਰ ਡਿਪਟੀ ਸੀਐਮ ਦੇ ਏਰੀਆ ਨੇ। ਇਸੇ ਕਰਕੇ ਸ਼ਾਇਦ ਜਿਹੜੇ ਵੋਟਰ ਵੀ ਹੈ ਉਹ ਮੈਂ ਨਹੀਂ ਸਮਝਦਾ ਕਿਸੇ ਦਬਾਅ ਦੇ ਵਿੱਚ ਉਹਨਾਂ ਨੇ ਇਦਾਂ ਦਾ ਓਪੀਨੀਅਨ ਦਿੱਤਾ ਹੈ। ਉਹ ਬਿਲਕੁਲ ਉਹਨਾਂ ਦੀ ਡਿਵੈਲਪਮੈਂਟ ਦੇ ਉੱਪਰ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ, ਔਰ ਜਿਹੜੀ ਕਿ ਆਈ ਥਿੰਕ ਵੋਟਾਂ ਤੋਂ ਬਾਅਦ ਜਦੋਂ ਅਸੀਂ 11 ਮਾਰਚ ਨੂੰ ਰਿਜ਼ਲਟ ਵੀ ਦੇਖਾਂਗੇ, ਉਹ ਪ੍ਰੈਕਟੀਕਲੀ ਸਾਡੇ ਸਾਹਮਣੇ ਆ ਜਾਏਗੀ। ਕਿਉਂਕਿ ਉਸ ਏਰੀਏ ਦੇ ਵਿੱਚ ਜਿਵੇਂ ਕੁਝ ਲੋਕਾਂ ਨੇ ਕਿਹਾ ਕਿ ਚੰਡੀਗੜ੍ਹ ਤੋਂ ਵੀ ਜ਼ਿਆਦਾ ਫੈਸਿਲਿਟੀਜ਼ ਔਰ ਚੰਡੀਗੜ੍ਹ ਤੋਂ ਵੀ ਵਧੀਆ ਫੈਸਿਲਿਟੀ ਸਾਡੇ ਕੋਲ ਜਲਾਲਾਬਾਦ ਦੇ ਵਿੱਚ ਹਨ, ਕਿਉਂ ਉਹ ਬਿਲਕੁਲ ਹੋਣਗੀਆਂ। ਕਿਉਂਕਿ ਆਪਣੀ ਰਾਈਡਿੰਗ ਦੇ ਵਿੱਚ ਆਪਣੀ ਕੰਸਟੀਚੁਐਂਸੀ ਦੇ ਵਿੱਚ ਡਿਪਟੀ ਸੀਐਮ ਸਾਹਿਬ ਨੇ ਸੜਕਾਂ ਦੀ ਗੱਲ ਹੋਵੇ, ਚਾਹੇ ਉਹ ਐਜੂਕੇਸ਼ਨ ਸਿਸਟਮ ਦੀ ਗੱਲ ਹੋਵੇ, ਕਾਲਜਸ ਦੀ ਗੱਲ ਹੋਵੇ, ਈਵਨ ਜਲਾਲਾਬਾਦ ਦੇ ਨੇੜੇ ਤੇੜੇ ਵੀ 3 ਜਾਂ 4 ਇੰਜੀਨੀਅਰਿੰਗ ਕਾਲਜਸ ਜਿਹੜੇ ਸਥਾਪਿਤ ਕੀਤੇ ਨੇ ਔਰ ਕੁਝ ਕੀਤੇ ਜਾ ਵੀ ਰਹੇ ਨੇ। ਸੋ ਪੂਰੀ ਦੀ ਪੂਰੀ ਜਿਹੜੀ ਸਮੀਕਰਨ ਸਾਡੇ ਸਾਹਮਣੇ ਆਇਆ, ਇਹ ਬਿਲਕੁਲ ਆਈ ਥਿੰਕ ਡਿਵੈਲਪਮੈਂਟ ਨੂੰ ਮੇਨ ਰੱਖ ਕੇ ਲੋਕਾਂ ਨੇ ਆਪਣਾ ਜਿਹੜਾ ਰਾਏ ਦਿੱਤੀ ਹੈ। ਔਰ ਲੋਕੀ ਫਿਊਚਰ ਦੇ ਵਿੱਚ ਵੀ ਜਿਹੜੇ 11 ਮਾਰਚ ਨੂੰ ਤੁਸੀਂ ਰਿਜ਼ਲਟ ਦੇਖੋਗੇ, ਉਹਦੇ ਵਿੱਚ ਵੀ ਜਿਹੜੀ ਇਹ ਰਾਏ ਹੈ ਬਿਲਕੁਲ 100% ਪ੍ਰੈਕਟੀਕਲ ਹੁੰਦੀ ਦਿਖੇਗੀ। ਔਰ ਨੋ ਡਾਊਟ ਰਵਨੀਤ ਬਿੱਟੂ ਦੇ ਆਉਣ ਨਾਲ ਵੋਟ ਸ਼ੇਅਰ ਜਿਹੜਾ ਦੋਨੋਂ ਪਾਸਿਓਂ ਥੋੜਾ ਖੁੰਝੇਗਾ, ਲੇਕਿਨ ਡਿਫਰੈਂਸ ਇੰਨਾ ਜ਼ਿਆਦਾ ਹੈ ਔਰ ਕੰਮ ਕਰਨ ਦਾ ਔਰ ਪਪੂਲੈਰਿਟੀ ਸੁਖਬੀਰ ਸਿੰਘ ਬਾਦਲ ਦੀ ਇੰਨੀ ਜ਼ਿਆਦਾ ਉੱਤੇ, ਆਈ ਥਿੰਕ ਇਸ ਚੀਜ਼ ਦਾ ਬਹੁਤਾ ਇੰਪੈਕਟ ਨਹੀਂ ਪਾ ਪਾਣਗੇ ਰਵਿੰਦਰ ਬਿੱਟੂ। ਔਰ ਬਿਲਕੁਲ ਜਿੱਤ ਦੇ ਕੈਂਡੀਡੇਟ ਵੱਲੋਂ ਦੇਖੇ ਜਾ ਰਹੇ ਨੇ ਔਰ ਜਿੱਤਣਗੇ ਵੀ, ਜਿਸ ਤਰ੍ਹਾਂ ਨਾਲ ਸਾਡਾ ਓਪੀਨੀਅਨ ਪੋਲ ਦੱਸ ਰਿਹਾ। ਇੱਥੇ ਹਰਪ੍ਰੀਤ ਜੀ ਮੈਂ ਇੱਕ ਦੂਜਾ ਐਂਗਲ ਵੀ ਦੇਖਣਾ ਚਾਹਾਂਗਾ। ਜੇ ਆਪਾਂ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਏ ਤੇ ਹਜੇ ਥੋੜੀ ਦੇਰੀ ਹੋਈ ਹੈ ਟਿਕਟ ਅਨਾਉਂਸ ਹੋਏ, ਭਗਵੰਤ ਮਾਨ ਨੇ ਜਿਹੜਾ ਡਿਕਲੇਅਰ ਕੀਤਾ ਕਿ ਜਲਾਲਾਬਾਦ ਤੋਂ ਲੜਾਂਗੇ, ਮੇਰੇ ਖਿਆਲ ਨਾਲ 15-20 ਦਿਨ ਹੀ ਹੋਏ ਆ, ਤਾਂ ਵੀ 25% ਵੋਟ ਸ਼ੇਅਰ ਗੁੱਡ ਹੈਗਾ, ਆਪਾਂ ਉਹਨੂੰ ਮਾੜਾ ਨਹੀਂ ਕਹਿ ਸਕਦੇ। ਦੇਖਦੇ ਹੋਏ ਕਿ 15-20 ਦਿਨ ਹੀ ਹਜੇ ਹੋਇਆ ਉਹਨਾਂ ਦੀ ਟਿਕਟ ਅਨਾਉਂਸ ਹੋਏ। ਜਿੱਦਾਂ ਭਗਵੰਤ ਮਾਨ ਸਾਹਿਬ ਉੱਥੇ ਰੈਲੀਆਂ ਕਰਨਗੇ, ਹੋ ਸਕਦਾ ਕੁਝ ਉਹ ਵੀ ਇੰਪੈਕਟ ਪਾਉਣ, ਕੁਝ ਵੋਟ ਬੈਂਕ ਸੁਖਬੀਰ ਬਾਦਲ ਸਾਹਿਬ ਦਾ ਤੋੜਨ ਵਿੱਚ ਕਾਮਯਾਬ ਹੋਣ। 25% ਵੀ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਸਾਹਿਬ ਨੂੰ ਜੇ ਇਸ ਵੇਲੇ ਤੋਂ ਮਿਲਦਾ ਪਿਆ ਤੇ ਉਹ ਵੀ ਗੁੱਡ ਵੋਟ ਸ਼ੇਅਰ ਹੈਗਾ।
ਜੇ ਥੋੜੀ ਜੀ ਮੈਂ ਹੋਰ ਗੱਲ ਕਰਾਂ ਸੁਖਬੀਰ ਬਾਦਲ ਦੇ ਹਲਕੇ ਜੋ ਹੋਰ ਚੀਜ਼ਾਂ ਉਹਨਾਂ ਦੇ ਹੱਕ 'ਚ ਭੁਗਤ ਰਹੀਆਂ ਨੇ, ਕੁਝ ਵੋਟਰਸ ਨੇ ਇਹ ਤੱਕ ਕਿਹਾ ਕਿ ਸੁਖਬੀਰ ਬਾਦਲ ਦੇ ਆਉਣ ਨਾਲ ਜਲਾਲਾਬਾਦ ਹਲਕਾ 20 ਤੋਂ 30 ਸਾਲ ਜੋ 20 ਤੋਂ 30 ਸਾਲ ਅੱਜ ਤੋਂ 20 ਤੋਂ 30 ਸਾਲ ਤਰੱਕੀ ਹੋਣੀ ਸੀ, ਉਹ ਤਰੱਕੀ ਸੁਖਬੀਰ ਬਾਦਲ ਨੇ ਪਿਛਲੇ 5 ਸਾਲ ਚ ਕਰਾ ਦਿੱਤੀ ਆ। ਕੁਝ ਲੋਕਾਂ ਨੇ ਸੁਖਬੀਰ ਬਾਦਲ ਦੇ ਜੋ ਬਿਆਨ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਚਾਹੁੰਦੇ ਆ, ਉਹਦੇ ਨਾਲ ਕੰਪੇਅਰ ਕਰਕੇ ਵੀ ਗੱਲਬਾਤ ਕੀਤੀ ਆ। ਇੱਕ ਜੋ ਖਾਸ ਚੀਜ਼ ਮੈਂ ਨੋਟ ਕੀਤੀ ਇਸ ਵੀਡੀਓ ਫੁਟੇਜ ਜਾਂ ਸਾਡੀ ਟੀਮ ਨੇ ਜੋ ਨੋਟ ਕੀਤੀ ਕਿ ਆਮ ਤੌਰ ਤੇ ਹੀ ਜਦੋਂ ਵੋਟਰਸ ਨੂੰ ਪੁੱਛਿਆ ਜਾਵੇ ਕਿਹਨੂੰ ਵੋਟ ਪਾਓਗੇ ਤੇ ਕੋਈ ਤਕੜੀ, ਕੋਈ ਪੰਜਾ, ਕੋਈ ਝਾੜੂ ਆਉਂਦਾ ਵਾ, ਪਰ ਤਕੜੀ ਦੀ ਆਵਾਜ਼ਾਂ ਇਸ ਏਰੀਏ 'ਚ ਸੁਣਨ ਨੂੰ ਜ਼ਿਆਦੀਆਂ ਮਿਲੀਆਂ। ਕੁੱਲ ਮਿਲਾ ਕੇ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵਾਂ ਕਿ ਆਮ ਤੌਰ ਤੇ ਲੋਕ ਅਕਾਲੀ ਜਾਂ ਤਕੜੀ ਕਹਿ ਕੇ ਆਪਣੀ ਵੋਟ ਦੱਸਦੇ ਆ ਕਿੱਧਰ ਪਾਉਣੀਆਂ ਨੇ, ਪਰ ਜਲਾਲਾਬਾਦ ਹਲਕੇ ਸਪੈਸ਼ਲ ਅਸੀਂ ਨੋਟ ਕੀਤਾ ਕਿ ਤਕੜੀ ਲੋਕਾਂ ਨੇ ਅਕਾਲੀ ਦਲ ਵੀ ਘੱਟ ਸ਼ਬਦ ਇਸਤੇਮਾਲ ਕੀਤਾ, ਤਕੜੀ ਸ਼ਬਦ ਨੂੰ ਜ਼ਿਆਦਾ ਇਸਤੇਮਾਲ ਕੀਤਾ, ਚਾਹੇ ਕੈਂਪੇਨ ਸਟ੍ਰੈਟਜੀ ਕਹਿ ਲਓ ਜਾਂ ਫਿਰ ਲੋਕਾਂ ਦਾ ਵਿਸ਼ਵਾਸ ਕਹਿ ਲਓ, ਉਹਨਾਂ ਨੂੰ ਤਕੜੀ ਕਿਤੇ ਨਾ ਕਿਤੇ ਸ਼ਬਦ ਜੋ ਵਾ ਉਹਨਾਂ ਦੇ ਦਿਮਾਗ ਵਿੱਚ ਇੱਕ ਤਰ੍ਹਾਂ ਫਿਕਸ ਹੋ ਚੁੱਕਿਆ ਸੀ, ਜਾਂ ਫਿਰ ਉਹਨਾਂ ਨੇ ਆਪਣੀ ਵੋਟ ਆਲਰੇਡੀ ਡਿਸਾਈਡ ਕਰ ਲਈ ਸੀ ਕਿ ਤਕੜੀ ਚੋਣ ਨੂੰ ਵੇਖ ਕੇ ਅਸੀਂ ਪਾਉਣੀ ਆ। ਜੇ ਮੇਰਾ ਕੋਈ ਸਾਥੀ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਇਹ ਜਿਹੜਾ ਪੂਰਾ ਏਰੀਆ ਵਾ ਜਲਾਲਾਬਾਦ ਵਾਲਾ ਤੇ ਉਹਦੇ ਆਲੇ ਦੁਆਲੇ ਵਾਲਾ, ਉਹ ਉਨਾ ਡਿਵੈਲਪ ਨਹੀਂ ਹੋ ਪਾਇਆ ਜਿੰਨਾ ਜੇ ਆਪਾਂ ਦੁਆਬੇ ਜਾਂ ਮਾਝੇ ਦੀ ਗੱਲ ਕਰੀਏ, ਜਿਹੜੀ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਾਲੀ ਬੈਲਟ ਦੀ ਗੱਲ ਕਰੀਏ, ਉਹ ਵਾਲਾ ਪੂਰਾ ਏਰੀਆ ਕਿਤੇ ਨਾ ਕਿਤੇ ਪਿਛੜਿਆ ਹੋਇਆ ਰਹਿ ਗਿਆ। ਮੈਨੂੰ ਲੱਗਦਾ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਇੱਕ ਇਮੇਜ ਬਣਾਈ ਹੈਗੀ ਹੈ, ਜਿਹੜੀਆਂ ਚੀਜ਼ਾਂ ਬਣਾਈਆਂ ਵਾ, ਜਿਹੜੀ ਡਿਵੈਲਪਮੈਂਟ ਕੀਤੀ ਹੈਗੀ ਹੈ, ਉਹ ਤਕੜੀ ਨੂੰ ਪ੍ਰਮੋਟ ਕਰਨ ਤੇ ਹੀ ਕੀਤੀ ਹੈ। ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀਗੀ, ਜੇ ਅੱਜ ਜਲਾਲਾਬਾਦ ਦੀ ਆਪਾਂ ਗੱਲ ਕਰੀਏ ਤੇ ਹਰ ਪਿੰਡ ਵਿੱਚ, ਹਰ ਸ਼ਹਿਰ ਦੇ ਵਿੱਚ, ਜਲਾਲਾਬਾਦ ਕੰਸਟੀਚੁਐਂਸੀ ਵਾਲੇ ਏਰੀਏ ਵਿੱਚ ਤਕੜੀ ਦੀਆਂ ਪੇਂਟ ਕੀਤਾ ਹੋਇਆ, ਤਕੜੀ ਤੇ ਸੁਖਬੀਰ ਸਿੰਘ ਬਾਦਲ ਦਾ ਉਹਦੇ ਤੇ ਨਾਮ ਲਿਖਿਆ ਹੋਇਆ ਵਾ। ਬੇਸ਼ੁਮਾਰ ਪੇਂਟਿੰਗ ਸਾਨੂੰ ਜਲਾਲਾਬਾਦ ਦੇ ਵਿੱਚ ਹਰ ਕੰਧ ਤੇ, ਹਰ ਚੁਰਾਹੇ ਤੇ, ਪੋਸਟਰਾਂ ਤੇ ਦਿਖ ਜੇਗੀ। ਸ਼ਾਇਦ ਉਹ ਵੀ ਇੱਕ ਇੰਪੈਕਟ ਹੋਵੇ ਕਿ ਵੱਧ ਤੋਂ ਵੱਧ ਲੋਕੀ ਤਕੜੀ ਕਹਿੰਦੇ ਪਏ ਹੈਗੇ ਆ। ਬਾਕੀ ਜੇ ਡਿਵੈਲਪਮੈਂਟ ਦੀ ਗੱਲ ਕਰੀਏ, ਡਿਵੈਲਪਮੈਂਟ ਤਾਂ ਹੋਈ ਹੈਗੀ। मैंने कॉलर जोड़ चुके, कॉल लेना चाहूंगा। सत श्री अकाल जी, लास्ट 4 नंबर ने 6855। हाँ जी, सत श्री अकाल जी। सत श्री अकाल सर, गुड सर, दसो सर की कहना चाहोगे? पिंडा दा चक्कर सर्वे है कि शहर दा सर्वे भाजी? सॉरी सर, आवाज नहीं आई, थोड़ा सा एक बार रिपीट करोगे, ऊंची बोलियो थोड़ा सा सर। अगर एक पिंड दा सर्वे है, शहर दा सर्वे है? ਪਿੰਡ ਦਾ ਵੀ ਹੈ ਸਰ, ਸ਼ਹਿਰ ਦਾ ਵੀ ਹੈ, ਹਰ ਤਰ੍ਹਾਂ ਦੇ ਵੋਟਰ ਨਾਲ ਗੱਲ ਕਰਕੇ ਤੁਹਾਨੂੰ ਦਿਖਾਏ ਆ ਉਹ ਪਤਾ ਕੀ ਹੈਗਾ, ਉਹ ਬੰਦੇ ਤਾਂ ਸਾਰੀ ਲੁੱਟ ਕੀਤੀ ਹੋਈ ਹੈ, ਉਹ ਤਾਂ ਪੇਂਟ ਵੀ ਕਰਾ ਸਕਦਾ ਹੈ, ਜੋ ਮਰਜ਼ੀ ਕਰਾ ਸਕਦਾ ਹੈ, ਪਰ ਜਿਹੜਾ ਪਿੰਡੂ ਇਲਾਕਾ ਹੈ ਉਹ ਕਹਿ ਰਿਹਾ ਵੀ ਨਹੀਂ ਹੋਈ ਇਹ ਚੀਜ਼। ਕਿਹਦਾ ਕੌਣ ਆਨਸਰ ਦਊਗਾ, ਜਵਾਬ ਕੌਣ ਦਊਗਾ? ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆ ਰਹੀ, ਇੱਕ ਵਾਰ ਰਿਪੀਟ ਕਰੋਗੇ? ਸਮਝ ਆਈ ਹੈਗੀ ਗੱਲ ਵੀ ਜਿਹੜਾ ਉੱਥੇ ਜੋ ਵੀ ਉੱਥੇ ਹੋ ਰਿਹਾ ਅੱਜ ਕੱਲ, ਉਹ ਪੈਸਾ ਗਰੀਬਾਂ ਲਾ ਰਿਹਾ, ਉਹ ਲੁੱਟਿਆ ਕਿੱਥੋਂ ਆ? ਸ਼੍ਰੋਮਣੀ ਕਮੇਟੀ ਦਾ, ਹੋਰ ਪਾਸੇ ਦੇ ਪਿੰਡਾਂ 'ਚ ਹੈ ਨਹੀਂ ਸੀ ਇਹ, ਪ੍ਰਾਈਵੇਟ ਅਦਾਰੇ ਹੈ, ਪ੍ਰਾਈਵੇਟ ਅਦਾਰੇ ਜ਼ਰੂਰ ਹੈਗੇ ਜਿਹੜਾ ਕੁਛ ਹੋ ਰਿਹਾ ਉੱਥੇ। ਓਕੇ ਸ਼ੋਰ ਸਰ, ਹੋਰ ਕੋਈ ਗੱਲ ਕਹਿਣਾ ਚਾਹੋਗੇ? ਜੋ ਹੋਇਆ ਪ੍ਰਾਈਵੇਟ ਅਦਾਰੇ ਸੀਗਾ, ਉੱਥੇ ਕਾਲਜ ਖੁੱਲ੍ਹ ਕੇ ਸਭ ਕੁਝ, ਜਿਹੜਾ ਮੁੱਢਲੀ ਸਿੱਖਿਆ ਉਹ ਤਾਂ ਖਤਮ ਉੱਥੇ, ਫੇਰ ਸਿੱਖਿਆ ਖਤਮ ਉੱਥੇ। ਪਰ ਜੋ ਅਸੀਂ ਤੁਹਾਨੂੰ ਗੱਲ ਕਰ ਰਹੇ ਉੱਥੋਂ ਦਾ ਵੋਟਰ ਜੋ ਕਹਿ ਰਿਹਾ ਉਹ ਦਿਖਾ ਰਹੇ ਆ ਇਸ ਦੋ ਕਹਿ ਰਿਹਾ ਨਾ, ਵੋਟਰ ਦਾ ਗੱਲ ਸੁਣ, ਸੁਖਬੀਰ ਤਾਂ ਉਹਨਾਂ ਨੇ ਤਾਂ ਹੁਣ ਜਿੰਨਾ ਪੈਸਾ ਜੋ ਵੀ ਦੇਖੋ ਵਪਾਰ ਤਾਂ ਉਹਨਾਂ ਦਾ ਹੀ ਹੋਇਆ ਅੱਜ ਤੱਕ। ਹਾਂ, ਪੰਜਾਬ ਦੇ ਵਿੱਚ ਤਾਂ ਲੋਕ ਮਰ ਕੇ ਸਾਰਾ ਕੁਝ ਦੇਖੋ, ਟਰਾਂਸਪੋਰਟ ਵਧੀਆ ਉਹਨੀ ਵਧੀ ਹੈ। ਸਾਡੇ ਜਿਹੜੇ ਚੰਡੀਗੜ੍ਹ ਉਹਨਾਂ ਨੇ ਹੋਟਲ ਬਣਾਇਆ, ਉਹਨਾਂ ਨੇ ਦਿੱਕਤ ਤਾਂ ਬੇਈਮਾਨੀ ਕਰਕੇ ਪੈਸਾ ਬਣਾ ਕੇ ਉੱਥੇ ਲਾ ਰਿਹਾ ਬੰਦਾ, ਉਹ ਦਿਖਾ ਰਿਹਾ ਵੀ ਮੇਰੇ ਕੋਲ ਪੈਸਾ ਹੈ। ਓਕੇ ਸਰ, ਥੈਂਕ ਯੂ ਸਰ। ਪਰ ਆਮ ਤਾਂ ਉੱਥੇ ਆਮ ਪਿੰਡਾਂ ਦਾ ਵਿਕਾਸ ਕੋਈ ਨਹੀਂ ਹੈਗਾ ਉੱਥੇ, ਲੋਕਾਂ ਨੂੰ ਜਾ ਕੇ ਪੁੱਛੋ ਤੁਸੀਂ ਘਰਾਂ ਦੇ ਹਾਲ ਕੀ ਹੋਏ ਉੱਥੇ। ਥੈਂਕ ਯੂ ਸਰ, ਥੈਂਕ ਯੂ। ਪਰ ਜੇ ਦੇਖਿਆ ਜਾਵੇ ਓਵਰਆਲ ਪੋਲ ਦੇ ਵਿੱਚ ਸੁਖਬੀਰ ਬਾਦਲ ਦਾ ਜੇ 48% ਲਗਭਗ 50% ਸਪੋਰਟ ਆ ਰਹੀ ਆ, ਤੇ ਕਿਤੋਂ ਨਾ ਕਿਸੇ ਤਰੀਕੇ ਨਾਲ ਉੱਥੋਂ ਦੇ ਲੋਕ ਸੁਖਬੀਰ ਬਾਦਲ ਨਾਲ ਖੁਸ਼ ਹੋਣਗੇ। ਅਗਲੀ ਗੱਲ ਮੈਂ ਕਰਨਾ ਚਾਹੂੰਗਾ ਕਿ ਜੋ ਭਗਵੰਤ ਮਾਨ ਦੇ
ਵੱਲ 25% ਵੋਟਰ ਭੁਗਤ ਰਹੇ ਆ। ਜਿੱਦਾਂ ਕਿ ਦਲਰਾਜ ਸਿੰਘ ਜੀ ਨੇ ਆਖਿਆ ਕਿ ਹੁਣੇ ਕੈਂਪੇਨ ਸ਼ੁਰੂ ਕੀਤੀ ਆ, ਫਿਰ ਵੀ 25% ਵੋਟਰ ਭਗਵੰਤ ਮਾਨ ਦੇ ਸਾਈਡ ਤੇ ਜਲਾਲਾਬਾਦ ਦੇ ਵੋਟਰ ਭਗਵੰਤ ਮਾਨ ਨੂੰ ਵੋਟ ਪਾਉਣਾ ਚਾਹੁੰਦੇ ਆ। ਇਹ ਗੱਲਾਂ ਕਰੋ, ਉਹ ਤਾਂ ਇੱਕ ਬਾਤ ਦਾ ਉੱਠਿਆ ਮੁੱਦਾ ਹੈਗਾ ਜਿਹੜਾ ਹੁਣ ਤੱਕ 60 ਸਾਲਾਂ ਦੇ ਵਿੱਚ ਹੋਇਆ ਹੈ। ਭਗਵੰਤ ਮਾਨ ਤਾਂ ਹੋ ਆਇਆ ਵਿਚਾਰਾ, ਉਹਦੀ ਤਾਂ ਤੁਸੀਂ ਆਮ ਆਦਮੀ ਪਾਰਟੀ ਦਾ ਕਿਤੇ ਗੱਲੇ ਨਾ ਕਰੋ ਵੀ ਉਹ ਤਾਂ ਇੱਕ ਸੀਗਾ ਵੀ ਹੁਣ ਬਾਅਦ ਚ ਉੱਠੇ ਹੈ, ਉਹ ਜੋ ਮਰਜ਼ੀ ਹੈ। ਉਹ ਤੱਕ ਤਾਂ ਪਹਿਲੀ ਗੱਲ ਕਰੋ ਜਿਹੜਾ ਕਾਂਗਰਸ ਤੇ ਅਕਾਲੀਆਂ ਦਾ ਯੁੱਧ ਹੈਗਾ। ਜਿਹੜੀ ਆਮ ਆਦਮੀ ਪਾਰਟੀ ਤਾਂ ਮੈਦਾਨ ਦੇ ਵਿੱਚ ਆਈ ਵਿਚਾਰੀ ਹੋਣਾ ਹੈ। ਓਕੇ ਸਰ, ਤੁਹਾਡੀ ਗੱਲ ਪੂਰੀ ਹੋ ਗਈ ਸਰ। ਸਾਡੀ ਉਹਦਾ ਤੁਸੀਂ ਜਵਾਬ ਦਿਓ ਵੀ ਉਹ ਲੁੱਟ ਖਾਤੇ ਹੋਈ ਹੈ। ਉਹ ਲੁੱਟ ਹੁਣ ਦੇਖੋ ਸ਼੍ਰੋਮਣੀ ਕਮੇਟੀ ਦੀ ਹੈ, ਲੁੱਟ ਵੀ ਕੁੱਟ ਤੇ ਬਾਲ ਕੋਈ ਗਈ ਹੈ। ਓਕੇ ਸਰ, ਥੈਂਕ ਯੂ ਸਰ। ਤੁਸੀਂ ਮੱਥਾ ਟੇਕਦੇ $1 ਤੂੰ ਕੱਲ ਕਿਹੜੇ ਗੁਰਦੁਆਰਾ ਸਾਹਿਬ ਜਾਣਾ, ਤੂੰ ਉੱਥੇ ਟਿਕਦਾ, ਉਹ ਡਾਲਰ ਵੀਰਵਾਰ ਕੋ ਜਾ ਰਿਹਾ, ਕਾਹਦੇ ਜਾ ਰਿਹਾ? ਤੁਹਾਡੇ ਕੋਲ ਕੋਈ ਸਬੂਤ ਹੈਗਾ ਤੁਹਾਡੇ ਕੋਲ ਉਹ ਡਾਲਰ ਜਾ ਰਿਹਾ? ਤੁਹਾਡੇ ਕੋਈ ਸਬੂਤ ਹੈਗਾ ਉਹਦਾ? ਨਹੀਂ, ਉਹ ਸ਼੍ਰੋਮਣੀ ਕਮੇਟੀ ਦਾ ਪੈਸੇ ਸ਼੍ਰੋਮਣੀ ਕਮੇਟੀ ਦੀ ਕੱਢੀ ਜਾ ਰਹੀ ਹੈ ਉੱਥੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ, ਉਹ ਸ਼੍ਰੋਮਣੀ ਕਮੇਟੀ ਦੀ ਜਿਹੜੀ ਗੱਡੀ ਦਿੱਤੀ ਹੋਈ ਹੈ ਉਹਨਾਂ ਨੂੰ, ਉਹ ਉੱਥੇ ਜਾ ਰਹੀ ਹੈ। ਫਿਰ ਵੀ ਕੋਈ ਵੀਡੀਓ ਫੁਟੇਜ ਜਾਂ ਸਮਥਿੰਗ ਕੁਝ ਹੈਗਾ ਵਾ ਤਾਂ ਕਿ ਅਸੀਂ ਵੀ ਟੀਵੀ ਤੇ ਦਿਖਾ ਸਕੀਏ ਕਿ ਆ ਦੇਖੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ, ਉਹ ਆਮ ਨਹੀਂ ਨਾਲ ਤੁਰੇ ਫਿਰਦੇ। ਪਰ ਸਰ ਤੁਸੀਂ ਕਾਫੀ ਵੱਡਾ ਇਲਜ਼ਾਮ ਲਾ ਰਹੇ ਜੋ ਕਿ ਪੈਸੇ ਜੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਹੈਗੇ ਆ ਉਹ ਤਾਂ ਤੁਰੇ ਫਿਰਦੇ ਆ। ਓਕੇ, ਥੈਂਕ ਯੂ ਸਰ, ਥੈਂਕ ਯੂ। ਮੈਂ ਗੱਲ ਨੂੰ ਅੱਗੇ ਵਧਾਉਣਾ ਚਾਹੂੰਗਾ ਥੋੜਾ ਜਿਹਾ। ਆਪਾਂ ਇਸ ਗੱਲ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਲੁੱਟ ਹੈ ਉਹ ਵੀ ਸੁਖਬੀਰ ਬਾਦਲ ਕੋਲ ਹੀ ਹੈਗੀ ਹੈ। ਥੈਂਕ ਯੂ ਸਰ, ਥੈਂਕ ਯੂ। ਅੱਛਾ, ਜੋ ਮੈਂ ਥੋੜੀ ਜਿਹੀ ਗੱਲ ਨੂੰ ਅੱਗੇ ਵਧਾਉਣਾ ਚਾਹੂੰਗਾ ਕਿ ਭਗਵੰਤ ਮਾਨ ਦੇ ਹੱਕ ਵਿੱਚ ਕੈਂਪੇਨ ਸ਼ੁਰੂ ਕੀਤੇ ਘੱਟ ਟਾਈਮ ਹੋਇਆ, ਫਿਰ ਵੀ 25% ਵੋਟਰਸ ਭਗਵੰਤ ਮਾਨ ਦੇ ਹੱਕ 'ਚ ਵੋਟ ਪਾਉਣਾ ਚਾਹੁੰਦੇ ਆ। ਪਰ ਕਾਫੀ ਵੋਟਰ ਜਦੋਂ ਪੁੱਛਿਆ ਗਿਆ ਕਿ ਕਿਉਂ ਵੋਟ ਪਾਉਣਾ ਚਾਹੁੰਦੇ ਹੋ, ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ। ਕੁਝ ਵੋਟਰਸ ਨੇ ਜ਼ਰੂਰ ਕਿਹਾ ਕਿ ਉਹ ਗੁੱਡ ਸਪੀਕਰ ਆ ਜਾਂ ਫਿਰ ਅਸੀਂ ਚੇਂਜ ਲਿਆਉਣਾ ਚਾਹੁੰਦੇ ਆ, ਪਰ ਜ਼ਿਆਦਾਤਰ ਵੋਟਰ ਨੇ ਸਿਰਫ ਇਹੀ ਭਗਵੰਤ ਮਾਨ ਦੇ ਨਾਂ ਨੂੰ ਹੀ ਵੋਟ ਪਾਉਣ ਦੀ ਗੱਲ ਕੀਤੀ। ਉਹਨਾਂ ਕੋਲ ਕੋਈ ਜੋ ਮੁੱਦਿਆਂ ਦੀ ਰਾਜਨੀਤੀ ਦੀ ਗੱਲ ਕਰਦੇ ਆ, ਕੋਈ ਮੁੱਦਾ ਨਹੀਂ ਸੀ ਕਿ ਭਗਵੰਤ ਮਾਨ ਨੂੰ ਕਿਉਂ ਵੋਟ ਪਾਉਣਾ ਚਾਹੁੰਦੇ ਆ। ਸਬਦੀਸ਼ ਜੀ, ਤੁਹਾਡੇ ਤੋਂ ਸ਼ੁਰੂ ਕਰੂੰਗਾ। ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਇਤਿਹਾਸਕ ਤੌਰ ਤੇ ਦੇਖੀਏ ਤੇ ਮਾਲਵਾ ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦਾ ਬਹੁਤ ਹੀ ਪਛੜਿਆ ਹੋਇਆ ਖੇਤਰ ਸੀ। ਅਗਲੀ ਗੱਲ ਜੇ ਅਸੀਂ ਕਰੀਏ ਤਾਂ ਮਾਲਵਾ ਕਿਉਂਕਿ ਪੰਜਾਬ ਦਾ ਮੁਕਾਬਲਤਨ ਵੱਡਾ ਹਿੱਸਾ ਵਾ, ਸੀਟਾਂ ਦੇ ਲਿਹਾਜ਼ ਦੇ ਨਾਲ ਵੀ ਲਗਭਗ ਅੱਧਾ ਪੰਜਾਬ ਮਾਲਵੇ ਦੇ ਵਿੱਚ ਆ ਜਾਂਦਾ। ਪਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਿਨ੍ਹਾਂ ਸੀਟਾਂ ਦੇ ਉੱਤੇ ਪ੍ਰਮੁੱਖ ਨੇਤਾ ਆ ਜਾਂਦੇ ਨੇ ਉਹਨਾਂ ਸੀਟਾਂ ਦੇ ਉੱਤੇ ਲੋਕਾਂ ਦਾ ਵਿਕਾਸ ਹੋ ਜਾਂਦਾ। ਜਿਨ੍ਹਾਂ ਸੀਟਾਂ ਦੇ ਉੱਤੇ ਪ੍ਰਮੁੱਖ ਨੇਤਾ ਨਹੀਂ ਹੁੰਦੇ, ਮਾਲਵੇ ਦੇ ਵਿੱਚ ਵੀ ਉਹਨਾਂ ਸੀਟਾਂ ਦੇ ਉੱਤੇ ਬਹੁਤਾ ਵਿਕਾਸ ਨਹੀਂ ਹੁੰਦਾ। ਹਾਲਾਂਕਿ ਪੰਜਾਬ ਦੀ ਪੋਲੀਟਿਕਸ ਦੇ ਉੱਤੇ ਬਹੁਤ ਲੰਮੇ ਸਮੇਂ ਤੋਂ ਜਿਹੜਾ ਦਬਦਬਾ ਵਾ ਉਹ ਮਾਲਵਾ ਖੇਤਰ ਦੇ ਨੇਤਾਵਾਂ ਦਾ ਬਣਿਆ ਹੋਇਆ, ਉਹ ਗੱਲ ਬਹੁਤ ਪੁਰਾਣੀ ਹੋ ਚੁੱਕੀ ਹੈ। ਜਦੋਂ ਪ੍ਰਤਾਪ ਸਿੰਘ ਕੈਰੋਂ ਜਿਹੜੇ ਮਝੈਲ ਸੀ ਉਹਨਾਂ ਦਾ ਦਬਦਬਾ ਬਣਦਾ ਸੀ ਪੰਜਾਬ ਦੀ ਪੋਲੀਟਿਕਸ ਦੇ ਉੱਤੇ, ਉਹ ਬਹੁਤ ਦੂਰ ਗੱਲ ਚਲੀ ਗਈ ਹੈ। ਜਦੋਂ ਮੋਹਨ ਸਿੰਘ ਤੋੜ ਜਿਹੜੇ ਮਾਝਾ ਖੇਤਰ ਦੇ ਪ੍ਰਮੁੱਖ ਨੇਤਾ ਸਨ, ਉਹਨਾਂ ਦਾ ਅਕਾਲੀ ਦਲ ਦੇ ਵਿੱਚ ਤੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕੋਈ ਬਹੁਤ ਵੱਡਾ ਦਖਲ ਬਣਦਾ ਸੀ, ਉਹ ਹਾਲਾਤ ਬਹੁਤ ਪਿੱਛੇ ਚਲੇ ਗਏ ਨੇ। ਮੈਂ ਜਿਹੜੇ ਕਾਲਰ ਆਏ ਸਨ, ਮੈਂ ਉਹਨਾਂ ਦੀ ਇਸ ਗੱਲ ਨਾਲ 100% ਐਗਰੀ ਕਰਦਾ ਕਿ ਸਾਰੇ ਵਿਕਾਸ ਦੇ ਬਾਵਜੂਦ ਜਲਾਲਾਬਾਦ ਹਲਕਾ ਕੋਈ ਕੈਲੀਫੋਰਨੀਆ ਨਹੀਂ ਬਣ ਗਿਆ। ਜਲਾਲਾਬਾਦ ਹਲਕੇ ਦੇ ਵਿੱਚ ਵੀ ਹਾਲੇ ਉਸੇ ਤਰ੍ਹਾਂ ਦੇ ਬਹੁਤ ਸਾਰੇ ਹਾਲਾਤ ਬਣੇ ਹੋਏ ਨੇ ਜਿੱਦਾਂ ਦੇ ਹਾਲਾਤ ਨਾਲ ਜੁੜਵੇਂ ਗੁਰੂ ਹਰਸਾਏ ਹਲਕੇ ਦੇ ਵਿੱਚ ਬਣੇ ਹੋਏ ਨੇ, ਜਿੱਦਾਂ ਦੇ ਹਾਲਾਤ ਪੰਜਾਬ ਦੇ ਕਿਸੇ ਵੀ ਮਾਲਵੇ ਦੇ ਖਾਸ ਕਰਕੇ ਪਛੜੇ ਹੋਏ ਬਾਰਡਰ ਨਾਲ ਜੁੜੇ ਹਲਕਿਆਂ ਦੇ ਵਿੱਚ ਬਣੇ ਹੋਏ ਨੇ। ਇਹਦੇ 'ਚ ਕੋਈ ਬਹੁਤ ਵੱਡੀ ਅਤਕਥਨੀ ਵਾਲੀ ਗੱਲ ਨਹੀਂ ਆ। ਪਰ ਸਵਾਲ ਫਿਰ ਇਹੀ ਪੈਦਾ ਹੁੰਦਾ ਵਾ ਕਿ ਜਿੰਨਾ ਕੁਝ ਉਹਨਾਂ ਨੇ ਕਰ ਲਿਆ ਤੇ ਜਿੰਨੇ ਨਾਲ ਉਹਨਾਂ ਨੇ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ ਜਾਂ ਲੋਕਾਂ ਦੇ ਮਨਾਂ ਅੰਦਰ ਇਹ ਭਾਵਨਾ ਕਰ ਦਿੱਤੀ ਹੈ ਪੈਦਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਸੁਖਬੀਰ ਬਾਦਲ ਦੂਰ ਕਰ ਸਕਦੇ ਨੇ, ਤਾਂ ਇਹਦੇ ਵਿੱਚ ਜਿਹੜੇ ਵੋਟਰ ਨੇ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਉਹ ਸੁਖਬੀਰ ਬਾਦਲ ਦੀਆਂ ਵਿਕਾਸ ਦੇ ਮਾਡਲ ਤੋਂ, ਸੁਖਬੀਰ ਬਾਦਲ ਦੇ ਹਲਕੇ ਨੂੰ ਮਜ਼ਬੂਤ ਕਰਨ ਦੇ ਪੱਖਾਂ ਤੋਂ ਉਹਨਾਂ ਦੇ ਪ੍ਰਭਾਵ ਹੇਠ ਆ ਗਏ ਨੇ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਕੁਝ ਵੀ ਨਹੀਂ ਹੋਇਆ। ਜੇ ਅਸੀਂ ਇਦਾਂ ਕਵਾਂਗੇ ਤਾਂ ਅਸੀਂ ਸ਼ਾਇਦ ਜਿਹੜੀ ਸੱਚਾਈ ਆ ਉਹਦੇ ਤੋਂ ਇਨਕਾਰ ਕਰਾਂਗੇ। ਦੂਜੀ ਗੱਲ ਜਿਹੜੀ ਕਾਲਰ ਕਹਿ ਕੇ ਗਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ ਤੇ ਚੜ੍ਹਦੇ ਹੋਏ ਚੜਾਵੇ ਉਹ ਸਾਰੇ ਦੇ ਸਾਰੇ ਸੁਖਬੀਰ ਬਾਦਲ ਨੂੰ ਚਲੇ ਜਾਂਦੇ ਨੇ। ਮੈਂ ਇਸ ਗੱਲ ਨਾਲ ਵੀ ਐਗਰੀ ਕਰਾਂਗਾ ਕਿ ਬਹੁਤ ਕੁਝ ਵਾਪਰਦਾ
ਪਰ ਸਵਾਲ ਇਹ ਪੈਦਾ ਹੁੰਦਾ ਇੱਕ ਮੀਡੀਆ ਚੈਨਲ ਜਿਹੜਾ ਵਾ ਉਹ ਇਹਦਾ ਕੀ ਜਵਾਬ ਦੇ ਸਕਦਾ ਵਾ ਕਿ ਉਹ ਕਿਉਂ ਜਾ ਰਹੇ ਨੇ। ਇਹਦਾ ਜਵਾਬ ਤੇ ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਉਹ ਸੁਖਬੀਰ ਨੂੰ ਪੈਸੇ ਕਿਉਂ ਭੇਜ ਰਹੇ ਨੇ। ਇਹਦਾ ਜਵਾਬ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਰਿਆਂ ਗੁਰਦੁਆਰਿਆਂ ਦਾ ਸੰਚਾਲਨ ਕਰਦੀ ਆ ਉਹਦੇ ਤੋਂ ਪੁੱਛਿਆ ਜਾਣਾ ਚਾਹੀਦਾ ਕਿ ਉਹ ਸੁਖਬੀਰ ਬਾਦਲ ਜਾਂ ਵੱਡੇ ਬਾਦਲ ਨੂੰ ਪੈਸੇ ਕਿਉਂ ਦੇ ਰਹੇ ਨੇ। ਦੂਜੀ ਗੱਲ, ਜਿਹੜੇ ਸੁਖਬੀਰ ਬਾਦਲ ਦੇ ਹਮਾਇਤੀ ਨੇ, ਜੇ ਉਹਨਾਂ ਕੋਲ ਇਹਦਾ ਕੋਈ ਜਵਾਬ ਨਹੀਂ ਜਾਂ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਤੇ ਬੇਸ਼ੱਕ ਘੱਟ ਗਿਣਤੀ ਦੇ ਵਿੱਚ ਹੀ ਬੈਠੇ ਹੋਏ ਨੇ ਜਿਹੜੇ ਕੁਝ ਨੇਤਾ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਬਾਦਲ ਨੂੰ ਵਾਰ-ਵਾਰ ਹਰਾ ਕੇ ਵੀ ਜਿੱਤਦੇ ਰਹੇ ਨੇ। ਜਿਵੇਂ ਆਪਣੇ ਮੋਹਾਲੀ ਦੀ ਗੱਲ ਕਰਾਂ ਤਾਂ ਹਰਦੀਪ ਸਿੰਘ ਇੱਕ ਤੋਂ ਵੱਧ ਵਾਰ ਸ਼੍ਰੋਮਣੀ ਕਮੇਟੀ ਦੀ ਚੋਣ ਅਕਾਲੀ ਦਲ ਦੇ ਖਿਲਾਫ ਜਿੱਤ ਚੁੱਕੇ ਨੇ, ਪਰ ਕੋਈ ਸਬੂਤ ਤਾਂ ਲੈ ਕੇ ਆਵੇ ਨਾ ਕਿਵੇਂ ਪੈਸੇ ਜਾ ਰਹੇ ਨੇ। ਹਰਦੀਪ ਸਿੰਘ ਪੱਕੇ ਬਾਦਲ ਵਿਰੋਧੀ ਨੇ, ਪਰ ਉਹਨਾਂ ਕੋਲੇ ਵੀ ਏਦਾਂ ਦਾ ਕੋਈ ਸਬੂਤ ਨਹੀਂ ਹੈ ਕਿ ਬਾਦਲ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡ ਤੋਂ ਪੈਸੇ ਚੁਰਾ ਕੇ ਸਿਆਸਤ ਲਈ ਕਿਵੇਂ ਵਰਤੇ ਆ। ਇਸ ਕਰਕੇ ਅਸਲ ਜਵਾਬ ਲੋਕ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਹੁੰਦੀ ਹੈ, ਜਦੋਂ ਤੁਸੀਂ ਅਕਾਲੀ ਦਲ ਦਾ ਵਿਰੋਧ ਕਰਨਾ ਹੁੰਦਾ ਵਾ, ਉਦੋਂ ਤੁਸੀਂ ਸਵਾਲ ਸਿੱਧਾ ਮੀਡੀਆ ਦੇ ਖਿਲਾਫ ਕਿਉਂ ਖੜਾ ਕਰਦੇ ਹੋ। ਜੇ ਮੀਡੀਆ ਦੇ ਕੋਲ ਕੋਈ ਨੇਤਾ ਸਬੂਤ ਲੈ ਕੇ ਆਏਗਾ ਤੇ ਲਾਜ਼ਮੀ ਤੌਰ ਤੇ ਅਸੀਂ ਉਹਨੂੰ ਵਿਖਾਵਾਂਗੇ। ਸਾਡੇ ਤੇ ਇਲਜ਼ਾਮ ਤਾਂ ਉਸ ਦਿਨ ਆਉਂਦਾ ਕਿ ਜੇ ਸਾਡੇ ਸੁਣਨ ਵਾਲਿਆਂ ਨੂੰ ਇਸ ਗੱਲ ਦਾ ਇਲਮ ਹੋਵੇ ਕਿ ਸਾਡੇ ਕੋਲੇ ਸਬੂਤ ਆਏ ਨੇ, ਪਰ ਅਸੀਂ ਉਹਨਾਂ ਨੂੰ ਚਲਾਉਣ ਤੋਂ, ਅਸੀਂ ਉਹਨਾਂ ਨੂੰ ਵਿਖਾਉਣ ਤੋਂ, ਅਸੀਂ ਉਹਨਾਂ ਦਾ ਵਿਸ਼ਲੇਸ਼ਣ ਕਰਨ ਤੋਂ ਇਨਕਾਰ ਕੀਤਾ। ਤੇ ਜੇ ਸਾਡੇ ਕੋਲੇ ਸਬੂਤ ਨਹੀਂ ਆਉਂਦੇ ਤਾਂ ਮੇਰਾ ਖਿਆਲ ਉਹਦੀ ਜ਼ਿੰਮੇਵਾਰੀ ਗੁਰਦੁਆਰਾ ਕਮੇਟੀਆਂ ਉੱਤੇ ਤੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਖਾਸ ਕਰਕੇ ਉਹਨਾਂ ਮੈਂਬਰਾਂ ਦੇ ਉੱਤੇ ਪਾਈ ਜਾਣੀ ਚਾਹੀਦੀ ਹੈ ਜੋ ਬਾਦਲ ਦੇ ਵਿਰੋਧੀ ਵੀ ਹਨ ਪਰ ਉਹ ਕੋਈ ਸਬੂਤ ਇਕੱਠੇ ਕਰਨ ਦੇ ਵਿੱਚ ਨਾਕਾਮ ਰਹੇ ਹਨ। ਤੇ ਇਸ ਕਰਕੇ ਜਿਹੜੀ ਗੱਲ ਭਗਵੰਤ ਮਾਨ ਦੇ ਪੱਖ ਦੇ ਵਿੱਚ ਜਾਂਦੀ ਹੈ, ਅਸੀਂ ਉਸ ਗੱਲ ਨੂੰ ਬਿਲਕੁਲ ਨੋਟ ਕਰਾਂਗੇ। ਮੈਨੂੰ ਨਹੀਂ ਸਮਝ ਆਉਂਦੀ ਕਿ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਕਾਂਗਰਸ ਉੱਤੇ ਤੀਜੇ ਨੰਬਰ ਦੇ ਉੱਤੇ ਆ, ਉਦੋਂ ਕੋਈ ਬੰਦਾ ਉਸ ਗੱਲ ਨੂੰ ਅਣਡਿੱਠ ਕਿਵੇਂ ਕਰ ਸਕਦਾ। ਜੇ ਅਸੀਂ ਮਜੀਠਾ ਹਲਕੇ ਦੇ ਵਿੱਚ ਇਹ ਕਹਿੰਦੇ ਆ ਕਿ ਉੱਥੇ ਕਾਂਗਰਸ ਨੰਬਰ 2 ਦੇ ਉੱਤੇ ਆ ਤੇ ਆਮ ਆਦਮੀ ਪਾਰਟੀ 3 ਨੰਬਰ ਦੇ ਉੱਤੇ ਚਲੀ ਗਈ ਆ, ਤੇ ਅਸੀਂ ਆਪਣੇ ਕੋਲੋਂ ਕੁਝ ਵੀ ਨਹੀਂ ਕਹਿ ਰਹੇ, ਨਾਲ ਅਸੀਂ ਇਹ ਗੱਲ ਵਾਰ-ਵਾਰ ਜੋੜ ਰਹੇ ਹਾਂ ਕਿ ਚੋਣਾਂ ਦੇ ਦਿਨਾਂ ਤੱਕ ਕੀ ਵਾਪਰੇਗਾ, ਰਿਜ਼ਲਟ ਕਿਸ ਦਿਸ਼ਾ ਦੇ ਵਿੱਚ ਜਾ ਕੇ ਆਉਣਗੇ, ਕੀ ਚਮਤਕਾਰੀ ਤਬਦੀਲੀਆਂ ਵਾਪਰ ਸਕਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ। ਅਸੀਂ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ, ਅਸੀਂ ਤਾਂ ਉਹਦੀ ਜ਼ਿੰਮੇਵਾਰੀ ਲੈ ਰਹੇ ਹਾਂ ਜੋ ਸਾਡੇ ਕੋਲ ਔਨ ਰਿਕਾਰਡ ਹੈ। ਅਸੀਂ ਆਪਣੇ ਕੋਲੋਂ ਕੋਈ ਵਿਸ਼ਲੇਸ਼ਣ ਕਰਕੇ ਸੁਣਾ ਵੀ ਨਹੀਂ ਰਹੇ। ਅਸੀਂ ਤਾਂ ਜਿਹੜੇ ਲੋਕ ਕਹਿ ਰਹੇ ਨੇ ਕਿ ਅਸੀਂ ਸੁਖਬੀਰ ਨੂੰ ਵੋਟ ਪਾਉਣੀ ਆ, ਜਿਹੜੇ ਲੋਕ ਬੋਲ ਕੇ ਕਹਿ ਰਹੇ ਨੇ ਕਿ ਜੇ ਕਾਂਗਰਸ ਆ ਗਈ ਤਾਂ ਸਾਡਾ ਵਿਕਾਸ ਰੁਕ ਜੂਗਾ, ਜਿਹੜੇ ਲੋਕ ਇਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਕਿ ਅਸੀਂ ਤਬਦੀਲੀ ਕਰਨੀ ਚਾਹੁੰਦੇ ਆ, ਅਸੀਂ ਉਸ ਤਬਦੀਲੀ ਨਾਲ ਐਗਰੀ ਕਰੀਏ ਨਾ ਐਗਰੀ ਕਰੀਏ, ਸਾਨੂੰ ਕਹਿਣਾ ਪਏਗਾ ਕਿ ਜਿਹੜੇ ਸੁਣਨ ਵਾਲੇ ਨੇ, ਸਰਵੇ ਦੇ ਵਿੱਚ ਸ਼ਾਮਲ ਹੋਣ ਵਾਲੇ ਨੇ, ਸਪੋਰਟ ਕੀਤੀ ਆ ਗਈ ਭਗਵੰਤ ਮਾਨ ਦੀ, ਅਸੀਂ ਉਹ ਵੀ ਦੱਸਾਂਗੇ, ਜਿਹਨੇ ਸੁਖਬੀਰ ਦੀ ਕੀਤੀ ਅਸੀਂ ਉਹ ਵੀ ਦੱਸਾਂਗੇ। ਇਨ ਪ੍ਰੈਕਟਿਸ ਪਰਸਨਲੀ ਚਾਹੇ ਮੈਂ ਦੋਵਾਂ ਨਾਲ ਵੀ ਸਹਿਮਤ ਕਿਉਂ ਨਾ ਹੋਵਾਂ ਜਾਂ ਦੋਵਾਂ ਦੇ ਵਿਰੁੱਧ ਵੀ ਕਿਉਂ ਨਾ ਹੋਵਾਂ, ਇਹਦੇ ਨਾਲ ਤਾਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਅਸੀਂ ਲੋਕਾਂ ਦੀ ਰਾਏ ਨੂੰ ਆਪਣੀ ਮਨਮਾਨੀ ਨਾਲ ਤਬਦੀਲ ਨਹੀਂ ਕਰ ਸਕਦੇ। ਸਾਡੀ ਜ਼ਿੰਮੇਵਾਰੀ ਲੋਕਾਂ ਦੀ ਰਾਏ ਨੂੰ ਲੋਕਾਂ ਤੱਕ ਲੈ ਕੇ ਜਾਣਾ। ਰਿਜ਼ਲਟ ਦੇ ਵਿੱਚ ਉਹ ਕਿਹੜੀ ਪਾਰਟੀ ਤੋਂ ਕਿਵੇਂ ਬਦਲਾ ਲੈਂਦੇ ਨੇ, ਅਸੀਂ ਬਿਲਕੁਲ ਉਸ ਬਦਲੇ ਨੂੰ ਵੀ ਵਿਸ਼ਲੇਸ਼ਣ ਕਰਾਂਗੇ ਜਦੋਂ ਇਹ ਪੰਜਾਬ ਦੀਆਂ ਚੋਣਾਂ ਦੇ ਰਿਜ਼ਲਟ ਆਉਣਗੇ। ਪਰ ਅੱਜ ਦੀ ਤਸਵੀਰ ਜੋ ਸਾਡੇ ਸਾਹਮਣੇ ਅਸੀਂ ਉਹੀ ਪੇਸ਼ ਕਰ ਸਕਦੇ ਹਾਂ। ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ ਕਿ ਅਸੀਂ ਆਪਣੀ ਮਨਮਾਨੀ ਦੇ ਨਾਲ ਤਬਦੀਲੀ ਕਰ ਦਈਏ। ਪਰ ਜਿਹੜੇ ਬਹੁਤ ਜ਼ਿਆਦਾ ਉਤਸ਼ਾਹੀ ਲੋਕ ਨੇ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਕਾਂਗਰਸ ਦੇ ਨੇ, ਚਾਹੇ ਆਮ ਆਦਮੀ ਪਾਰਟੀ ਦੇ ਨੇ, ਉਹ ਨਹੀਂ ਚਾਹੁੰਦੇ ਕਿ ਦੂਜੇ ਪਾਸੇ ਵਾਲਾ ਸੱਚ ਵੀ ਸਾਨੂੰ ਨਜ਼ਰ ਆਵੇ। ਉਹ ਉਸੇ ਸੱਚ ਨੂੰ ਸੱਚ ਸਮਝਦੇ ਨੇ ਜੋ ਉਹਨਾਂ ਦੀ ਕਲਪਨਾ ਵਿੱਚ ਹੈ, ਔਰ ਕਲਪਨਾ ਦੇ ਵਿਚਲਾ ਸੱਚ ਕਦੇ ਸੱਚ ਨਹੀਂ ਹੁੰਦਾ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਇਹਨੇ ਕਾਲਰ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 3708। ਸਰ ਆਪਣੇ ਟੀਵੀ ਦੀ ਆਵਾਜ਼ ਜ਼ਰੂਰ ਘਟਾ ਲਿਓ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਲਾਸਟ 4 ਨੰਬਰ ਨੇ 3708। ਆਈ ਥਿੰਕ ਸ਼ਾਇਦ ਲਾਈਨ 'ਚ ਆਡੀਓ ਇਸ਼ੂ ਆ ਰਿਹਾ ਵਾ, ਥੋੜਾ ਜਿਹਾ ਸਮੇਂ ਸਾਡੇ ਕੋਲ ਘੱਟ ਬਚਿਆ ਵਾ। ਪਰ ਹਾਂ, ਜੋ ਸਤੀਸ਼ ਜੀ ਨੇ ਗੱਲ ਕਹੀ ਉਹ ਮੈਂ ਰਿਪੀਟ ਜ਼ਰੂਰ ਕਰਨੀ ਚਾਹੂੰਗਾ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਹੋਵੇ ਤਾਂ ਸਾਨੂੰ ਜ਼ਰੂਰ ਦਿੱਤਾ ਜਾਵੇ। ਜਿੱਦਾਂ ਹੀ ਅਸੀਂ ਦੂਜੇ ਵੀਡੀਓ ਚਲਾਉਂਦੇ ਆ, ਅਸੀਂ ਉਹ ਵੀ ਵੀਡੀਓ ਚਲਾ ਕੇ ਜਾਂ ਉਹ ਵੀ ਸਬੂਤ ਵਿਖਾ ਕੇ ਦਰਸ਼ਕਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ। ਆਈ ਥਿੰਕ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਜੇ ਕੋਈ ਸਬੂਤ ਦਿੰਦਾ ਵਾ ਉਹ ਅਸੀਂ ਨਾ ਪੇਸ਼ ਕਰੀਏ।
ਅਗਲੀ ਸਮਾਂ ਸਾਡੇ ਕੋਲ ਘੱਟ ਬਚਿਆ, ਨਾਲ ਹੀ ਮੈਂ ਇਹਦੇ ਨਾਲ ਹੀ ਮੈਂ ਟੌਪਿਕ ਰਾਈਡਿੰਗ ਚੇਂਜ ਕਰਨਾ ਚਾਹੂੰਗਾ, ਜਲੰਧਰ ਵੈਸਟ ਦੀ ਗੱਲ ਕਰਨਾ ਚਾਹੂੰਗਾ ਕਿ ਜਲੰਧਰ ਵੈਸਟ ਦੇ ਵੋਟਰਸ ਕਿਹੜੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣਾ ਚਾਹੁੰਦੇ ਨੇ। ਜੇ ਮੈਂ ਜਲੰਧਰ ਵੈਸਟ ਦੀ ਗੱਲ ਕਰਾਂ ਤੇ ਬੀਜੇਪੀ ਅਕਾਲੀ ਦਲ ਗੱਠਜੋੜ 34% ਨੰਬਰ 1 ਦੀ ਪੋਜੀਸ਼ਨ ਤੇ ਆ, ਕਾਂਗਰਸ ਪਾਰਟੀ 25% ਨੰਬਰ 2 ਦੀ ਪੋਜੀਸ਼ਨ ਤੇ, ਆਮ ਆਦਮੀ ਪਾਰਟੀ 21% ਨੰਬਰ 3 ਦੀ ਪੋਜੀਸ਼ਨ ਤੇ ਆ, ਤੇ ਅਨਡਿਸਾਈਡਡ ਵੋਟਰ ਇੱਥੇ ਵੀ 20% ਤੋਂ ਘੱਟ ਆ ਤੇ 17% ਦੀ ਪੋਜੀਸ਼ਨ ਤੇ ਆ। ਇੱਕ ਕੁਝ ਨਵੀਆਂ ਚੀਜ਼ਾਂ, ਨਵੇਂ ਫੈਕਟਰ ਸਾਨੂੰ ਵੇਖਣ ਨੂੰ ਮਿਲੇ। ਮੈਂ ਇੱਕ ਵਾਰੀ ਇੱਥੇ ਬ੍ਰੇਕ ਮੇਰੇ ਨਾਲ ਕਾਲਰ ਜੁੜ ਚੁੱਕੇ ਨੇ, ਮੈਂ ਕਾਲ ਲੈਣੀ ਚਾਹੂੰਗਾ। ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਪਲੀਜ਼ ਜੇ ਕੁਆਲਿਟੀ ਵਧੀਆ ਨਾ ਡੋਂਟ ਕਨੈਕਟ ਦ ਕਾਲਸ। ਲਾਸਟ 4 ਨੰਬਰ 3708। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਟੀਵੀ ਦੀ ਆਵਾਜ਼ ਘੱਟ ਕਰ ਲਿਓ ਸਰ ਪਲੀਜ਼। ਕਰਤਾ ਜੀ ਹਰਪ੍ਰੀਤ ਜੀ। ਹਾਂਜੀ ਸਰ। ਆ ਗੱਲ ਇੱਕ ਪਹਿਲਾਂ ਕਰਨ ਨੇ ਗੱਲ ਕੀ ਸੀ ਕਿ ਗੁਰਦੁਆਰੇ ਦੇ ਵਿੱਚੋਂ ਵੀ ਇਹਨਾਂ ਨੂੰ ਲੰਗਰ ਜਾਂਦੇ ਆ। ਅੱਜ ਇੱਕ ਤਾਜ਼ੀ ਖਬਰ ਸੀ, ਕੱਲ ਜਦੋਂ ਸੁਖਬੀਰ ਬਾਦਲ ਆਪਣੇ ਕਰਾਲੀ ਇਲਾਕੇ ਦੇ ਵਿੱਚ ਗਿਆ ਸੀ ਤੇ ਉੱਥੇ ਵੀ ਕਿਸੇ ਗੁਰਦੁਆਰੇ ਵੱਲੋਂ ਉਹਨਾਂ ਨੂੰ ਲੰਗਰ ਲਾਇਆ ਗਿਆ ਸੀ। ਰੋਡ ਦੇ ਉੱਤੇ ਪਕੌੜਿਆਂ ਦੀ ਤੇ ਚਾਹ ਦੀ ਸੇਵਾ ਹੋ ਰਹੀ ਸੀ ਤੇ ਪੁਲਿਸ ਵਾਲਿਆਂ ਨੂੰ ਉਠਾਇਆ ਗਿਆ। ਕੀ ਇਹ ਸੱਚੀ ਗੱਲ ਹੈ? ਜੇ ਮੇਰਾ ਕੋਈ ਵੀ ਪੈਨਲਿਸਟ ਇਸ ਖਬਰ ਨੂੰ ਸਹੀ ਜਾਂ ਗਲਤ ਦੱਸਣਾ ਚਾਹੇ, ਮੈਂ ਇਸ ਖਬਰ ਤੇ ਕਮੈਂਟ ਨਹੀਂ ਕਰਨਾ ਚਾਹੂੰਗਾ। ਮੈਨੂੰ ਇਹ ਤੋਂ ਕੋਈ ਵੀ, ਮੈਂ ਤੋਂ ਜਾਣੂ ਨਹੀਂ ਆ। ਪਲੀਜ਼। ਹੈਲੋ। ਹਾਂਜੀ ਵੀਰੇ। ਹਾਂਜੀ हाँ एक मिनट सर, मैं सिर्फ 3708 कॉलर, सिर्फ कॉलर 37। मैं अगेन टेक्निकल टीम ने कहूंगा प्लीज डोंट डू दिस। आई मीन ਤੁਸੀਂ 3708 ਦੀ ਜੇ ਕੋਈ ਜਵਾਬ ਦੇਣਾ ਚਾਹ ਮੇਰੇ ਪੈਨਲਿਸਟ ਦਿਲਰਾਜ ਜੀ, ਸਬਦੀਪ ਜੀ, ਸੀਪੀ ਸਿੰਘ ਜੀ, ਜੇ ਇਦਾਂ ਦੀ ਖਬਰ ਤੁਸੀਂ ਸੁਣੀ ਆ। ਬਿਲਕੁਲ ਸਰ, ਮੈਂ ਦੇਣਾ ਜਵਾਬ। ਹੋ ਸਕਦਾ ਸਰ ਕਿ ਲੰਗਰ ਲਾਇਆ ਹੋਵੇ ਪੁਲਿਸ ਵਾਲਿਆਂ ਲਈ ਪਕੌੜਿਆਂ ਦਾ। ਆਮ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਕੀ ਹੈ ਕਿ ਜਦੋਂ ਵੀ ਕਿਤੇ ਵੱਡੀ ਤਾਦਾਦ ਵਿੱਚ ਪੁਲਿਸ ਆਉਂਦੀ ਹੈ, ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਆਈ ਹੋਵੇ, ਉਹਨਾਂ ਦੀ ਸਿਕਿਉਰਿਟੀ ਵਜੋਂ ਆਈ ਹੋਵੇ, ਚਾਹੇ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਿਕਿਉਰਿਟੀ ਵਜੋਂ ਆਈ ਹੋਵੇ, ਚਾਹੇ ਅਰਵਿੰਦ ਕੇਜਰੀਵਾਲ ਜੀ ਦੀ ਸਪੋਰਟ ਵਜੋਂ ਵੀ ਆਈ ਹੋਵੇ, ਜਿੰਨੇ ਵੀ ਲੋਕਲ ਗੁਰਦੁਆਰੇ ਲੋਕਲ ਲੋਕੀ ਹੈਗੇ ਆ, ਲੋਕੀ ਪੁਲਿਸ ਵਾਲਿਆਂ ਨੂੰ ਆਮ ਤੌਰ ਤੇ ਲੰਗਰ, ਚਾਹ, ਪਕੌੜੇ, ਪਾਣੀ, ਇਹ ਆਮ ਤੌਰ ਤੇ ਪੰਜਾਬ ਦੇ ਵਿੱਚ ਰਵਾਇਤ ਹੀ ਬਣੀ ਹੋਈ ਹੈ, ਦੇ ਦਿੰਦੇ ਹੈਗੇ ਆ। ਹੁਣ ਅੱਜ ਕੱਲ੍ਹ CRPF ਪੰਜਾਬ ਦੇ ਵਿੱਚ ਹੈਗੀ ਹੈ, ਤਕਰੀਬਨ ਹਰ ਚੌਂਕਾਂ ਦੇ ਵਿੱਚ ਖੜੀ ਹੈਗੀ ਹੈ, ਕਿਉਂਕਿ ਆਮ ਤੌਰ ਤੇ ਲੋਕੀ ਵੀ ਹੈਲਪ ਕਰਦੇ ਆ। ਪਿੰਡਾਂ ਦੇ ਵਿੱਚ ਜੇ ਆਪਾਂ ਜਾਈਏ ਤੇ ਗੁਰਦੁਆਰੇ ਚਾਹ ਜਾਂ ਪਕੌੜੇ ਦਾ ਲੰਗਰ ਆਮ ਤੌਰ ਤੇ ਲਾਉਂਦੇ ਆ, ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਬਾਦਲ ਸਾਹਿਬ ਨੇ ਗੁਰਦੁਆਰਿਆਂ ਨੂੰ ਕਿਹਾ ਹੋਏਗਾ ਕਿ ਹਾਂਜੀ ਜੀ ਸਾਡੀ ਪੁਲਿਸ ਆ ਗਈ ਸਿਕਿਉਰਿਟੀ ਤੇ ਉਹਨਾਂ ਨੂੰ ਪਕੌੜਿਆਂ ਦਾ ਲੰਗਰ ਲਾਓ। ਇਹ ਸਾਡੇ ਰੀਤੀ ਰਿਵਾਜ ਹੈਗੇ, ਚੰਗੀ ਚੀਜ਼ ਹੈ ਲੰਗਰ ਲੱਗਣਾ, ਮੈਨੂੰ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ। ਇੱਕ ਹੋਰ ਕਾਲਰ ਮੇਰੇ ਨਾਲ ਜੁੜਿਆ। ਸਤਿ ਸ਼੍ਰੀ ਅਕਾਲ ਜੀ। 6804। okay, I think let's ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਪਲੀਜ਼ ਡਿਸਕਨੈਕਟ ਦੀ ਲਾਈਨਸ ਜਿੰਨੀਆਂ ਵੀ ਜੁੜੀਆਂ ਹੋਈਆਂ ਨੇ। ਮੈਂ ਵਾਪਸ ਜਲੰਧਰ ਵੈਸਟ ਤੇ ਗੱਲਬਾਤ ਕਰੂੰਗਾ। ਬੀਜੇਪੀ ਪਾਰਟੀ ਜਲੰਧਰ ਵੈਸਟ ਤੇ ਨੰਬਰ 1 ਦੀ ਪੋਜੀਸ਼ਨ ਤੇ 34%, ਕਾਂਗਰਸ ਪਾਰਟੀ ਨੰਬਰ 2 ਦੀ ਪੋਜੀਸ਼ਨ ਤੇ 25%, ਆਮ ਆਦਮੀ ਪਾਰਟੀ ਨੰਬਰ 3 ਦੀ ਪੋਜੀਸ਼ਨ ਤੇ 21%। ਅਨਡਿਸਾਈਡਡ ਵੋਟਰਸ ਦੀ ਗਿਣਤੀ ਫਿਰ ਤੋਂ ਸਾਡੇ ਨਾਲ ਸਾਨੂੰ ਵੇਖਣ ਨੂੰ ਮਿਲਿਆ। ਇਹ ਰਾਈਡਿੰਗ ਵਿੱਚ ਚੋਣ ਜਾਬਤਾ ਲੱਗਣ ਤੋਂ ਬਾਅਦ ਕੀਤੀ ਸੀ। ਇੱਥੇ ਵੀ ਜੋ ਅਨਡਿਸਾਈਡਡ ਵੋਟਰ ਆ ਉਹਦੀ ਮਾਤਰਾ 20% ਤੋਂ ਥੱਲੇ ਆਈ ਆ, 17% ਆ। ਕੁਝ ਜੋ ਦੂਜੀਆਂ ਚੀਜ਼ਾਂ ਅਸੀਂ ਨੋਟ ਕੀਤੀਆਂ ਨੇ, ਨੋਟਾ 1% ਜਲੰਧਰ ਵੈਸਟ ਉਹ ਲੋਕ ਨੇ ਜੋ ਨੋਟਾ ਦਾ ਇਸਤੇਮਾਲ ਕਰਨਾ ਚਾਹੁੰਦੇ ਨੇ, ਤੇ BSP ਦੇ ਹੱਕ 'ਚ 2% ਵੋਟਾਂ BSP ਦੇ ਹੱਕ 'ਚ ਭੁਗਤਦੀਆਂ ਨੇ। ਮੈਂ ਫਿਰ ਤੋਂ ਰਿਪੀਟ ਕਰਦਾ, ਬੀਜੇਪੀ ਅਕਾਲੀ ਦਲ 34%, ਕਾਂਗਰਸ ਪਾਰਟੀ 25%, ਆਮ ਆਦਮੀ ਪਾਰਟੀ 21%, ਅਨਡਿਸਾਈਡਡ ਵੋਟਰ 17%। ਦਲਰਾਜ ਸਿੰਘ ਜੀ, ਮੈਂ ਤੁਹਾਡੇ ਤੋਂ ਸ਼ੁਰੂ ਕਰੂੰਗਾ। ਜਲੰਧਰ ਵੈਸਟ, ਤੁਸੀਂ ਜਲੰਧਰ ਜਦੋਂ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ? ਸਰ ਦੇਖੋ, ਮੇਰੀ ਆਪਣੀ ਕੰਸਟੀਟਿਊਂਸੀ ਹੈ ਜਲੰਧਰ ਵੈਸਟ। ਜੋ ਹਜੇ ਤੱਕ ਨਿਕਲਾ ਓਪੀਨੀਅਨ ਪੋਲ, ਤਕਰੀਬਨ ਓਪੀਨੀਅਨ ਪੋਲ ਸਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ BJP, ਇੱਥੋਂ BJP ਦੇ ਕੈਂਡੀਡੇਟ ਜਿਹੜੇ ਕੈਬਨਿਟ ਮਿਨਿਸਟਰ ਵੀ ਹੈ, ਐਕਸ BJP ਪੰਜਾਬ ਪ੍ਰਧਾਨ ਵੀ ਰਹਿ ਚੁੱਕੇ ਹੈ, ਉਹ ਇੱਥੋਂ ਮੌਜੂਦਾ MLA ਨੇ। ਇਸ ਵਾਰੀ ਉਹਨਾਂ ਦੇ ਬੇਟੇ ਮੋਹਿੰਦਰ ਸਿੰਘ ਭਗਤ, ਉਹਨਾਂ ਨੇ ਸੀਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈਗੀ ਹੈ। ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਦਰਸ਼ਨ ਲਾਲ ਭਗਤ ਨੂੰ ਆਮ ਆਦਮੀ ਪਾਰਟੀ ਨੇ ਸੀਟ ਦਿੱਤੀ ਹੈ। ਇੱਕ ਜਿਹੜਾ ਭਗਤ ਫੈਕਟਰ ਹੈਗਾ ਵਾ, ਇੱਕ ਜਿਹੜਾ ਜਾਤੀ ਵਾਲਾ ਫੈਕਟਰ ਹੈ, ਉਹ ਬਹੁਤ ਵੱਡਾ ਅਹਿਮ ਰੋਲ ਪਲੇ ਕਰਦਾ ਵਾ ਇਹ ਵਾਲੀ ਜਿਹੜੀ ਜਲੰਧਰ ਵੈਸਟ ਕੰਸਟੀਟੂਐਂਸੀ ਹੈ ਉਹਦੇ ਵਿੱਚ।
ਇੱਥੇ ਬੀਜੇਪੀ ਦਾ ਵੀ ਬਸਪਾ ਦਾ BSP ਦਾ ਵੀ ਇੱਕ ਵੋਟ ਬੈਂਕ ਹੈਗਾ ਵਾ ਜਿਹੜਾ ਹਮੇਸ਼ਾ ਤੋਂ ਹੀ ਖੜੇ ਹੁੰਦਾ ਵਾ ਤੇ ਕਾਂਗਰਸ ਨੂੰ ਇਫੈਕਟ ਪੈਂਦਾ ਵਾ। ਮੈਨੂੰ ਲੱਗਦਾ ਕਿ ਜਿਹੜੇ ਹਜੇ ਤੱਕ ਓਪੀਨੀਅਨ ਪੋਲ ਆਏ ਸੀ ਇਹ ਇੱਕ ਹਫ਼ਤਾ ਪੁਰਾਣੇ ਸੀਗੇ, ਅੱਜ ਤੋਂ ਇੱਕ ਹਫ਼ਤਾ ਪਹਿਲੇ ਅਸੀਂ ਕੀਤਾ ਸੀ ਮੇਰੇ ਖਿਆਲ ਦੇ ਨਾਲ, ਤੇ ਇਹ ਇਸ ਕਰਕੇ ਇਹ ਵਾਲੇ ਰਿਜ਼ਲਟ ਸਾਹਮਣੇ ਆਇਆ। ਪਰ ਐਟ ਪ੍ਰੈਜ਼ੈਂਟ ਜੇ ਆਪਾਂ ਅੱਜ ਦੀ ਗੱਲ ਕਰੀਏ ਤੇ ਕਾਂਗਰਸ ਨੇ ਇੱਥੇ ਗੇਮ ਖੇਲ ਲਈ ਹੈਗੀ ਹੈ। ਜੇ ਆਪਾਂ ਬੀਜੇਪੀ ਦੀ ਗੱਲ ਕਰੀਏ, ਬੀਜੇਪੀ ਭਗਤ ਬਰਾਦਰੀ ਚੋਂ ਹੀ ਟਿਕਟ ਦੇਗੀ ਤੇ ਕਾਫੀ ਉਮੀਦ ਹੈ ਕਿ ਮੋਹਿੰਦਰ ਸਿੰਘ ਭਗਤ ਨੂੰ ਸੀਟ ਮਿਲੇਗੀ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਦਰਸ਼ਨ ਲਾਲ ਭਗਤ ਨੂੰ ਸੀਟ ਮਿਲ ਚੁੱਕੀ ਹੈ। ਪਰ ਕਾਂਗਰਸ ਇੱਥੇ ਗੇਮ ਖੇਲ ਗਈ। ਕਾਂਗਰਸ ਨੇ ਭਗਤ ਕੈਂਡੀਡੇਟ ਖੜੇ ਨਾ ਕਰਕੇ ਸੁਸ਼ੀਲ ਰਿੰਕੂ ਜਿਹੜੇ ਇੱਕ ਆਜ਼ਾਦ ਉਮੀਦਵਾਰ ਦੇ ਵਜੋਂ ਇੱਧਰੋਂ ਖੜੇ ਹੁੰਦੇ ਸੀ, ਕਾਫੀ ਪੋਪੂਲਰ ਹੈਗੇ ਆ, ਉਹਨਾਂ ਨੂੰ ਸੀਟ ਦੇ ਦਿੱਤੀ ਹੈਗੀ ਆ। ਹੁਣ ਮੈਨੂੰ ਪਰਸਨਲ ਤੌਰ ਤੇ ਇਹ ਲੱਗ ਰਿਹਾ ਕਿ ਜਿਹੜੀ ਭਗਤ ਬਰਾਦਰੀ ਦੀਆਂ ਵੋਟਾਂ ਵਾ ਉਹ ਬੀਜੇਪੀ ਤੇ ਆਮ ਆਦਮੀ ਪਾਰਟੀ ਵਿੱਚ ਡੈਫੀਨੇਟਲੀ ਡਿਵਾਈਡ ਹੋਣਗੀਆਂ, ਜਿਹਦਾ ਸਿੱਧਾ ਲਾਹਾ ਸੁਸ਼ੀਲ ਰਿੰਕੂ ਸਾਹਿਬ ਨੂੰ ਮਿਲੇਗਾ। ਤੇ ਇਹ ਜਿਹੜੇ ਰਿਜ਼ਲਟ ਹੈਗੇ, ਜਿਹੜਾ 35% ਤੇ 25% ਦਾ ਗੈਪ ਹੈਗਾ ਵਾ, ਉਹ ਗੈਪ ਤੁਸੀਂ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਦੇਖੋਗੇ। ਜਦੋਂ ਰਿਜ਼ਲਟ ਆਏਗਾ ਉਹ ਗੈਪ ਡੈਫੀਨੇਟਲੀ ਕਿਤੇ ਨਾ ਕਿਤੇ ਚੇਂਜ ਹੋਏਗਾ। ਜੇ ਮੁੱਦਿਆਂ ਦੀ ਗੱਲ ਕਰੀ ਤੇ ਇਸ ਹਲਕੇ ਦੇ ਵਿੱਚ ਅਨਐਮਪਲੋਇਮੈਂਟ, ਡਰੱਗਸ, ਇਹ ਕੁਝ ਮੁੱਦੇ ਹਾਵੀ ਰਹੇ। ਨਾਲ ਹੀ ਕਾਫੀ ਵੋਟਰ ਜਿਨ੍ਹਾਂ ਨੇ ਬੀਜੇਪੀ ਨੂੰ ਵੋਟ ਪਾਉਣ ਦੀ ਗੱਲ ਕੀਤੀ ਆ, ਉਹਨਾਂ ਨੇ ਮੋਦੀ ਸਾਹਿਬ ਦੇ ਸਪੋਰਟ ਵਿੱਚ ਗੱਲ ਕੀਤੀ ਆ ਕਿ ਮੋਦੀ ਸਾਹਿਬ ਇੱਕ ਵਧੀਆ ਲੀਡਰ ਨੇ ਤੇ ਕਰਪਸ਼ਨ ਹਟਾਉਣਗੇ, ਅਸੀਂ ਮੋਦੀ ਸਾਹਿਬ ਦੇ ਨਾਂ ਨੂੰ ਵੋਟ ਪਾਵਾਂਗੇ। ਡੀਮੋਨੇਟਾਈਜੇਸ਼ਨ ਜਿੱਥੇ ਕਿ ਬੀਜੇਪੀ ਨੂੰ ਨੁਕਸਾਨ ਵੀ ਕਰ ਰਿਹਾ, ਪਰ ਜਲੰਧਰ ਵੈਸਟ ਸਾਨੂੰ ਵੇਖਣ ਨੂੰ ਮਿਲਿਆ ਕਿ ਕਿਤੇ ਨਾ ਕਿਤੇ ਬੀਜੇਪੀ ਦੇ ਹੱਕ ਵਿੱਚ ਵੀ ਭੁਗਤ ਰਿਹਾ। ਇੱਕ ਖਾਸ ਗੱਲ ਜੋ ਜਲੰਧਰ ਵੈਸਟ ਦੇ ਏਰੀਆ 'ਚ ਅਸੀਂ ਨੋਟ ਕੀਤੀ ਆ, ਖਾਸ ਤੌਰ ਤੇ ਜਦੋਂ ਵੀ ਅਸੀਂ ਕੋਈ ਸ਼ਹਿਰੀ ਏਰੀਆ 'ਚ ਜੋ ਰਾਈਡਿੰਗ ਸਿਰਫ ਸ਼ਹਿਰੀ ਹੁੰਦੀ ਆ ਉੱਥੇ ਪੋਲ ਕਰਦੇ ਆ ਤੇ ਇਹ ਆਮ ਹੀ ਚੀਜ਼ ਆ ਕਿ ਸਾਨੂੰ ਇਹ ਜ਼ਿਆਦਾ ਸੁਣਨ ਨੂੰ ਮਿਲਦੀ ਆ, ਉਹ ਇਹ ਕਿ ਸਾਰੀਆਂ ਪਾਰਟੀਆਂ ਸੇਮ ਆ, ਮੈਂ ਵੋਟ ਪਾ ਕੇ ਟਾਈਮ ਵੇਸਟ ਨਹੀਂ ਕਰਨਾ। ਜਲੰਧਰ ਵੈਸਟ ਵੀ ਇੱਕ ਇਦਾਂ ਦੀਆਂ ਕੁਝ ਆਵਾਜ਼ਾਂ ਕਾਫੀ ਵਾਰ ਸੁਣਨ ਨੂੰ ਮਿਲੀਆਂ ਕਿ ਸਾਰੀਆਂ ਪਾਰਟੀਆਂ ਇੱਕੋ ਵਰਗੀਆਂ ਨੇ, ਸਭ ਚੋਰ ਨੇ ਤੇ ਮੈਂ ਇਹਨਾਂ ਉੱਤੇ ਟਾਈਮ ਵੇਸਟ ਨਹੀਂ ਕਰਨਾ। ਸਬਦੀਸ਼ ਜੀ ਔਰ CP ਸਿੰਘ ਜੀ। ਹਰਪ੍ਰੀਤ ਜੀ, ਜੇ ਅਸੀਂ ਜਲੰਧਰ ਦੀ ਇਹ ਸੀਟ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਇੱਕ ਗੱਲ ਜਿਹੜੀ ਬਹੁਤ ਜਾਣੀ ਚਾਹੀਦੀ ਹੈ ਔਰ ਬਹੁਤ ਮਹੱਤਵਪੂਰਨ ਹੈ। ਸੁਤੰਤਰਤਾ ਦੇ ਅੰਦੋਲਨ ਤੋਂ ਵੀ ਬਹੁਤ ਪਹਿਲਾਂ, ਈਵਨ ਮਤਲਬ ਅਸੀਂ ਕਹਿ ਸਕਦੇ ਹਾਂ ਕਿ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਵੀ ਇਹ ਉਹ ਏਰੀਆ ਵਾ ਜਿੱਥੇ ਚਮੜੇ ਦਾ ਵਪਾਰ ਕੌਮਾਂਤਰੀ ਪੱਧਰ ਦੇ ਉੱਤੇ ਚੱਲਦਾ ਸੀ। ਕਿਸੇ ਵੇਲੇ ਇਸੇ ਗੱਲ ਨੇ ਜਿਹੜੀ ਇੱਕ ਭਗਤ ਬਰਾਦਰੀ ਨੂੰ ਇੱਕ ਤਰ੍ਹਾਂ ਨਾਲ ਕਾਫੀ ਮਜ਼ਬੂਤ ਕੀਤਾ ਆਰਥਿਕ ਤੌਰ ਤੇ। ਉਹਨੇ ਬਸਪਾ ਨੂੰ ਬਹੁਤ ਵੱਡੀ ਸਪੋਰਟ ਦਿੱਤੀ ਸੀ। ਹੈਰਾਨੀਜਨਕ ਗੱਲ ਇੱਥੇ ਇਹ ਨਹੀਂ ਹੈ ਕਿ ਭਗਤ ਬਰਾਦਰੀ ਜਿਹੜੀ ਪਾਰਟੀ ਦੀ ਸਪੋਰਟ ਕਰਦੀ ਉਹ ਕਿੰਨਾ ਮਜ਼ਬੂਤ ਹੋ ਜਾਂਦਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬਸਪਾ ਜਿਹੜੀ ਕਿਸੇ ਦੌਰ ਦੇ ਵਿੱਚ ਇੱਥੇ ਬਹੁਤ ਮਜ਼ਬੂਤ ਸੀ, ਉਹ ਸਿਰਫ 2% ਦੇ ਉੱਤੇ ਆ ਕੇ ਅਟਕੀ ਹੋਈ ਨਜ਼ਰ ਆਉਂਦੀ ਹੈ। ਦੂਸਰੀ ਗੱਲ ਜਿਹੜੀ ਦਿਲਰਾਜ ਜੀ ਨੇ ਕਹੀ ਹੈ ਕਿ ਕਾਂਗਰਸ ਦੀ ਸਟ੍ਰੈਟਜੀ ਸੱਚਮੁੱਚ ਇਹੀ ਬਣਦੀ ਹੈ ਕਿ ਭਗਤ ਬਰਾਦਰੀ ਦੀਆਂ ਜਿਹੜੀਆਂ ਵੋਟਾਂ ਨੇ ਦੋਨਾਂ ਦੇ ਵਿੱਚ ਵੰਡੀਆਂ ਜਾਣ ਤੇ ਉਹਦੇ ਨਾਲ ਜਿਹੜੇ ਸੱਤਾ ਦਾ ਸਮੀਕਰਨ ਬਦਲ ਜਾਵੇ, ਉਹਦੇ ਨਾਲ ਜਿਹੜੇ ਸੰਤੁਲਨ ਬਦਲਣ, ਉਹਦਾ ਕਾਂਗਰਸ ਪਾਰਟੀ ਲਾਹਾ ਲੈ ਸਕੇ। ਪਰ ਮੈਨੂੰ ਇਸ ਸੀਟ ਦੇ ਉੱਤੇ ਬਹੁਤ ਇਸ ਗੱਲ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਕਿ ਬਹੁਤ ਤਿੱਖੀ ਟੱਕਰ ਦੇ ਬਾਵਜੂਦ ਹੋ ਸਕਦਾ ਵਾ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਜਿੱਤ ਹਾਸਲ ਹੋਵੇ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਉਹਨਾਂ ਦੀ ਬਹੁਤ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਨਾਲ ਰਵਾਇਤੀ ਸੀਟ ਵੀ ਬਣੀ ਹੋਈ ਹੈ। ਬਿਲਕੁਲ ਸਹੀ। ਕੁਝ ਹੋਰ ਗੱਲਾਂ ਜੋ ਮੈਂ ਮੈਂਸ਼ਨ ਕਰਨੀ ਚਾਹੂੰਗਾ, ਮਹਿੰਗਾਈ, ਇਨਫਲੇਸ਼ਨ, ਇੱਕ ਕਾਫੀ ਵੋਟਰਸ ਵੱਲੋਂ ਸਾਨੂੰ ਮਹਿੰਗਾਈ ਜਾਂ ਇਨਫਲੇਸ਼ਨ ਮੁੱਦੇ ਉੱਤੇ ਵੀ ਵੋਟ ਪਾਉਣ ਨੂੰ ਗੱਲ ਕਹੀ ਕਿ ਮਹਿੰਗਾਈ ਕਾਫੀ ਵੱਧ ਗਈ ਆ। ਫ੍ਰੀ ਆਟਾ, ਦਾਲ, ਕਣਕ ਤੇ ਫ੍ਰੀ ਸਿਲੰਡਰ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਹੱਕ ਵਿੱਚ ਜਾਂਦੇ ਦੇਖ ਰਹੇ ਨੇ। ਤਾਂ ਅਜੇ ਤੱਕ ਅਸੀਂ ਜਿੰਨੇ ਵੀ ਪੋਲ ਕੀਤੇ ਆ, ਕਾਫੀ ਤੁਸੀਂ ਇਹਨੇ ਵੀ ਨੋਟ ਕੀਤਾ ਹੋਊਗਾ ਕਿ ਜੋ ਫ੍ਰੀ ਆਟਾ ਦਾਲ ਸਕੀਮ ਆ, ਫ੍ਰੀ ਆਟਾ ਦਾਲ ਕਣਕ, ਹੁਣ ਤੇ ਸਿਲੰਡਰ ਵੀ ਵੰਡੇ ਜਾ ਰਹੇ ਨੇ, ਕਿਤੇ ਨਾ ਕਿਤੇ ਅਕਾਲੀ ਦਲ ਅਤੇ ਬੀਜੇਪੀ ਗੱਠਜੋੜ ਨੂੰ ਵੋਟਾਂ ਮਿਲਣ 'ਚ ਕਾਫੀ ਜ਼ਿਆਦਾ ਮਦਦ ਕਰ ਰਹੇ ਨੇ। ਭਾਵੇਂ ਇਹ ਸਕੀਮ ਗਰੀਬਾਂ ਦੀ ਮਦਦ ਵਾਸਤੇ ਚਲਾਈ ਗਈ ਹੋਵੇ, ਭਾਵੇਂ ਇਹ ਸਕੀਮ ਵੋਟਾਂ ਨੂੰ ਧਿਆਨ 'ਚ ਰੱਖ ਕੇ ਚਲਾਈ ਗਈ ਹੋਵੇ, ਪਰ ਅੱਜ ਦੀ ਡੇਟ ਤੇ ਅਕਾਲੀ ਦਲ ਅਤੇ ਬੀਜੇਪੀ ਇਹਨਾਂ ਸਕੀਮਾਂ ਤੋਂ ਵੋਟਾਂ ਕੈਸ਼ ਕਰਦੇ ਨਜ਼ਰ ਆ ਰਹੇ ਨੇ। ਗੋ ਹੈਡ CP ਸਿੰਘ ਜੀ।
ਬਿਲਕੁਲ ਹਰਪ੍ਰੀਤ ਜੀ, ਮੈਂ ਇਹੀ ਗੱਲ ਕਰਨ ਲੱਗਾ ਸੀ। ਜਿਹੜੀਆਂ ਸਕੀਮਸ ਪ੍ਰੈਜ਼ੈਂਟ ਗਵਰਨਮੈਂਟ ਵੱਲੋਂ ਚਲਾਈਆਂ ਗਈਆਂ ਸੀਗੀਆਂ, ਚਾਹੇ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਵੋਟਾਂ ਦੇ ਵਿੱਚ ਜਾਂ ਵੋਟਾਂ ਨੂੰ ਮੁੱਖ ਰੱਖ ਕੇ ਨਹੀਂ ਚਲਾਈਆਂ ਗਈਆਂ, ਬਟ ਫਿਰ ਵੀ ਉਸ ਚੀਜ਼ ਦਾ ਇੰਪੈਕਟ ਜ਼ਰੂਰ ਪੈਂਦਾ ਹੈ ਲੋਕਾਂ ਦੇ ਉੱਪਰ। ਅਸੀਂ ਸਾਰੇ ਜਿਹੜੇ ਆਪਣੇ ਓਪੀਨੀਅਨ ਪੋਲ ਹੈ ਉਹਨਾਂ ਤੇ ਇਸ ਚੀਜ਼ ਦਾ ਪ੍ਰਭਾਵ ਦੇਖ ਰਹੇ ਹਾਂ। ਔਰ ਜੇ ਅਸੀਂ ਜਲੰਧਰ ਵੈਸਟ ਦੀ ਪਾਰਟਿਕੂਲਰ ਗੱਲ ਕਰੀਏ ਤਾਂ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਕਾਂਗਰਸ ਨੇ ਆਪਣਾ ਕੈਂਡੀਡੇਟ ਜਿਹੜਾ ਅਨਾਉਂਸ ਕੀਤਾ ਹੈ, ਉਹ ਆਈ ਥਿੰਕ ਇਹੋ ਜਿਹੀ ਸਟ੍ਰੈਟਜੀ ਲੈ ਕੇ ਅਨਾਉਂਸ ਕੀਤਾ ਹੈ ਕਿ ਇੱਕ ਪਾਰਟਿਕੂਲਰ ਬਰਾਦਰੀ ਨੂੰ ਕੇਟਰ ਨਾ ਕੀਤਾ ਜਾਵੇ ਔਰ ਇੱਕ ਸੈਗਮੈਂਟ ਨੂੰ ਕੇਟਰ ਕਰਕੇ ਔਰ ਉਸ ਬਰਾਦਰੀ ਦੀ ਵੋਟ ਹੈ ਜਿਹੜੀ ਉਸ ਨੂੰ ਵੰਡ ਦਿੱਤਾ ਜਾਵੇ, ਤਾਂ ਕਿ ਉਸ ਦਾ ਜਿਹੜਾ ਸਿੱਧਾ ਬੈਨੀਫਿਟ ਹੈ ਜਿਹੜਾ ਉਹ ਕਾਂਗਰਸ ਆਪਣੇ ਖੇਮੇ ਦੇ ਵਿੱਚ ਪਾ ਸਕੇ। ਪਰ ਜੇ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ ਜਾਂ ਜਲੰਧਰ ਦੇ ਵੈਸਟ ਦੇ ਵਿੱਚ ਜੋ ਜੋ ਚੀਜ਼ਾਂ ਹੋਈਆਂ ਉਸ ਚੀਜ਼ ਨੂੰ ਮੱਦੇਨਜ਼ਰ ਗੱਲ ਕਰੀਏ ਤਾਂ ਜਿਹੜੀ ਅਕਾਲੀ ਭਾਜਪਾ ਸਰਕਾਰ ਦੇ ਉੱਪਰ ਜ਼ਿਆਦਾ ਕਿ ਜਿਹੜੀਆਂ ਸਕੀਮਾਂ ਲਾਂਚ ਕੀਤੀਆਂ, ਉਹ ਚਾਹੇ ਉਹ ਆਟਾ ਦਾਲ ਸਕੀਮ ਹੋਵੇ, ਚਾਹੇ ਉਹ ਸੜਕਾਂ ਦਾ ਨਿਰਮਾਣ ਹੋਵੇ, ਚਾਹੇ ਉਹ ਵੱਡੇ ਵੱਡੇ ਪੁਲਾਂ ਦਾ ਨਿਰਮਾਣ ਹੋਵੇ, ਉਸ ਚੀਜ਼ ਨੇ ਬਹੁਤ ਜ਼ਿਆਦਾ ਇੰਪੈਕਟ ਪਾਇਆ ਉਸ ਏਰੀਆ ਦੇ ਵਿੱਚ। ਔਰ ਸ਼ਾਇਦ ਇਸੇ ਕਰਕੇ ਜਿਹੜਾ ਉਹਨਾਂ ਦਾ ਵੋਟ ਸ਼ੇਅਰ ਹੈ ਉਹ ਜ਼ਿਆਦਾ ਹੋ ਰਿਹਾ ਉਸ ਦੇ ਵਿੱਚ। ਔਰ ਆਉਣ ਵਾਲੇ ਵੋਟਾਂ ਦੇ ਵਿੱਚ ਔਰ ਆਉਣ ਵਾਲੇ ਰਿਜ਼ਲਟ ਤੇ ਵੀ ਤੁਸੀਂ ਇਸ ਚੀਜ਼ ਦਾ ਇੰਪੈਕਟ ਜ਼ਰੂਰ ਦੇਖੋਗੇ। ਸਮਾਂ ਜ਼ਿਆਦਾ ਨਹੀਂ ਬਚਿਆ ਕਿ ਆਪਾਂ ਇਸ ਗੱਲਬਾਤ ਨੂੰ ਵਧਾ ਸਕੀਏ, ਪਰ ਜੇ ਮੇਰਾ ਕੋਈ ਪੈਨਲਿਸਟ ਇੱਥੇ ਕਮੈਂਟ ਕਰਨਾ ਚਾਹੇ, ਪਲੀਜ਼ ਗੋ ਅਹੈਡ। ਅਜੇ ਤੱਕ ਕੋਈ ਗੱਲਬਾਤ ਉੱਤੇ ਇੱਕ ਪੋਲੀਟੀਕਲ ਕਰਪਸ਼ਨ ਦਾ ਮੁੱਦਾ ਅਸੀਂ ਡਿਸਕਸ ਕਰਨਾ ਭੁੱਲ ਗਏ ਸੀ, ਜੋ ਕਿ ਮੈਂ ਕਿਹਾ ਸੀ ਜ਼ਰੂਰ ਡਿਸਕਸ ਕਰਾਂਗੇ। ਜਿੱਦਾਂ ਕਿ ਸਬਦੀਪ ਜੀ ਨੇ ਮੁੱਦਾ ਚੱਕਿਆ ਸੀ ਕਿ ਜੋ ਵੱਡੇ ਲੀਡਰ ਨੇ ਆਪਣੇ ਹਲਕੇ ਦਾ ਇੰਨਾ ਜ਼ਿਆਦਾ ਵਿਕਾਸ ਕਰ ਦਿੰਦੇ ਆ, ਜੇ ਇਹਨੂੰ ਥੋੜਾ ਜਿਹਾ ਅਸੀਂ ਬਾਰੀਕੀ ਨਾਲ ਇੱਥੇ ਨਜ਼ਰ ਮਾਰਨਾ ਚਾਹੀਏ ਕਿ ਜੇ ਅੱਜ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਸਟੇਟ ਦੇ ਵਿੱਚ ਰਾਜ ਕਰ ਰਹੀ ਆ ਤਾਂ ਇੱਕ ਜਾਂ ਦੋ ਹਲਕੇ ਤੇ ਵੋਟਾਂ ਜਿੱਤ ਕੇ ਉੱਥੇ ਨਹੀਂ ਆਈ ਹੁੰਦੀ, ਜਾਂ ਫਿਰ ਜਿਹੜੇ ਹਲਕਿਆਂ ਨੇ ਵੋਟ ਉਹ ਪਾਰਟੀ ਨੂੰ ਨਹੀਂ ਪਾਈ ਆ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਦਾ ਵਿਕਾਸ ਨਾ ਕੀਤਾ ਜਾਵੇ। ਆਮ ਤੌਰ ਤੇ ਅਸੀਂ ਜੋ ਮਜੀਠੇ ਹਲਕੇ ਦੀ ਗੱਲ ਕਰੀਏ, ਜਲਾਲਾਬਾਦ ਹਲਕੇ ਦੀ ਗੱਲ ਕਰੀਏ, ਇੱਥੇ ਲੋਕਾਂ ਨੇ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਪਾਉਣ ਦੀ ਗੱਲ ਕੀਤੀ ਆ, ਪਰ ਜੋ ਅਸੀਂ ਬਾਕੀ ਹਲਕਿਆਂ 'ਚ ਪੋਲ ਕੀਤੀ ਆ, ਡਿਵੈਲਪਮੈਂਟ ਦੀ ਗੱਲ ਤੇ ਉੱਥੇ ਵੀ ਹੋਈ ਆ, ਪਰ ਜੇ ਕੰਪੈਰੀਜ਼ਨ ਕੀਤਾ ਜਾਵੇ ਤੇ ਕਾਫੀ ਜ਼ਿਆਦਾ ਫਰਕ ਆ। ਪੋਲੀਟੀਕਲ ਲੀਡਰ ਆਪਣੀਆਂ ਸੀਟਾਂ ਉੱਤੇ ਜ਼ਿਆਦਾ ਪੈਸੇ, ਜ਼ਿਆਦਾ ਗਵਰਨਮੈਂਟ ਦੀ ਫੰਡਿੰਗ ਕਰਵਾਉਂਦੇ ਆ, ਜ਼ਿਆਦਾ ਡਿਵੈਲਪਮੈਂਟ ਕਰਾਉਂਦੇ ਆ। ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਆ। ਜੇ ਡਿਵੈਲਪਮੈਂਟ ਹੋਣੀ ਚਾਹੀਦੀ ਆ, ਉਹ ਸਾਰੇ ਸਟੇਟ ਵਿੱਚ ਬਰਾਬਰ ਹੋਣੀ ਚਾਹੀਦੀ ਆ। ਇਹਨੂੰ ਐਟਲੀਸਟ ਮੈਂ ਤੇ ਪੋਲੀਟੀਕਲ ਕਰਪਸ਼ਨ ਹੀ ਵੇਖੂੰਗਾ, ਚਾਹੇ ਸੁਖਬੀਰ ਬਾਦਲ ਹੋ, ਚਾਹੇ ਬਿਕਰਮਜੀਤ ਸਿੰਘ ਮਜੀਠੀਆ ਹੋਣ। ਜੇ 400 ਕਰੋੜ ਆਪਣੇ ਹਲਕਿਆਂ ਉੱਤੇ ਲਾਉਂਦੇ ਆ, ਉਹ ਕਿਤੇ ਨਾ ਕਿਤੇ ਗਲਤ ਆ। ਜਦਕਿ ਜੇ ਤਰੱਕੀ ਹੋਣੀ ਚਾਹੀਦੀ ਆ, ਪੂਰੇ ਸਟੇਟ ਦੇ ਹਲਕਿਆਂ ਦੀ ਬਰਾਬਰ ਹੋਣੀ ਚਾਹੀਦੀ ਆ। ਜੇ ਮੇਰੇ ਨਾਲ ਕੋਈ ਪੈਨਲਿਸਟ ਕਮੈਂਟ ਕਰਨਾ ਚਾਹੇ। ਸਿੰਘ ਬਾਦਲ ਐਲਾਨੀਆ ਤੌਰ ਦੇ ਉੱਤੇ ਇਹ ਕਹਿ ਦਿੰਦੇ ਨੇ ਕਿ ਜੇ ਕੋਈ ਨਾਰਮਲ ਐਮਐਲਏ ਹੋਏਗਾ ਤਾਂ ਉਹ ਤਾਂ 4 ਕਰੋੜ ਤੋਂ ਜ਼ਿਆਦਾ ਖਰਚਾ ਨਹੀਂ ਕਰ ਸਕੇਗਾ, ਮੈਂ ਤਾਂ 400 ਕਰੋੜ ਖਰਚਾ ਵੀ ਹਲਕੇ ਦੇ ਉੱਤੇ ਕਰ ਸਕਦਾ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਖਤਰਨਾਕ ਕਿਸਮ ਦਾ ਸਾਈਨ ਹੈ ਔਰ ਇੱਕ ਤਰ੍ਹਾਂ ਦੀ ਲੋਕਾਂ ਨੂੰ ਬਹੁਤ ਵੱਡੀ ਇੱਕ ਰਿਸ਼ਵਤਖੋਰੀ ਵਰਗੀ ਜਿਹੜੀ ਲਾਲਸਾ ਵਾ ਉਹ ਦਿੱਤੀ ਗਈ ਹੈ। ਇਹ ਦੂਸਰੀ ਗੱਲ ਮੈਂ ਸ਼ੁਰੂ 'ਚ ਵੀ ਕਹੀ, ਮੈਂ ਆਪਣੀ ਗੱਲ ਨੂੰ ਬਹੁਤ ਸੰਖੇਪ ਰੱਖਾਂਗਾ ਕਿ ਸਾਡੇ ਦੇਸ਼ ਦੇ ਵਿੱਚ ਇਹ ਗੜਬੜ ਕੋਈ ਨਵੀਂ ਨਹੀਂ ਹੈ। ਯੂਪੀ ਦੇ ਵਿੱਚ ਮੈਂ ਪਹਿਲਾਂ ਵੀ ਹਵਾਲਾ ਦਿੱਤਾ, ਕਾਂਗਰਸ ਬਹੁਤ ਬੁਰੀ ਤਰ੍ਹਾਂ ਰੋਲੀ ਹੋਈ ਪਾਰਟੀ ਆ, ਪਰ ਕੇਂਦਰ ਦੇ ਵਿੱਚ ਸਰਕਾਰਾਂ ਆਉਣ ਕਰਕੇ ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਹਲਕੇ ਸਟਿਲ ਵੀ ਕੰਟੀਨਿਊ ਕਰਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਪੈਸਾ ਇੰਨੀ ਵੱਡੀ ਪੱਧਰ ਦੇ ਉੱਤੇ ਉਧਰ ਨੂੰ ਵਹਾ ਦਿੱਤਾ ਜਾਂਦਾ ਕਿ ਲੋਕ ਹਾਲੇ ਵੀ ਉਹਨਾਂ ਹਲਕਿਆਂ ਦੇ ਉੱਤੇ ਕਾਂਗਰਸ ਨੂੰ ਸਪੋਰਟ ਕਰਦੇ ਆ। ਇਸ ਪ੍ਰਵਿਰਤੀ ਨੂੰ ਜ਼ਰੂਰ ਰੋਕਿਆ ਜਾਣਾ ਚਾਹੀਦਾ, ਕਿਉਂਕਿ ਦੇਸ਼ ਦੇ ਵਿੱਚ ਜਮਹੂਰੀਅਤ ਦਾ ਸਿੱਧਾ ਅਰਥ ਇਹ ਹੈ ਕਿ ਤੁਸੀਂ ਜਮਹੂਰੀਅਤ ਦੇ ਵਿੱਚ ਸਭ ਦਾ ਇੱਕਸਾਰ ਵਿਕਾਸ ਕਰਨਾ। ਜੇ ਕਿਸੇ ਹਲਕੇ ਦੇ ਵਿੱਚ ਵਧੇਰੇ ਪੈਸਾ ਲਾਇਆ ਵੀ ਜਾਣਾ ਵਾ ਤਾਂ ਉਸ ਹਲਕੇ ਦੀ ਬਾਕੀ ਹਲਕਿਆਂ ਦੇ ਨਾਲੋਂ ਪਛੜੇਵੇਂ ਦੇ ਆਧਾਰ ਨੂੰ ਇੱਕ ਮਿਆਰ ਬਣਾ ਕੇ ਪੂਰਾ ਇੱਕ ਕੈਬਨਿਟ ਦੇ ਵਿੱਚ ਪ੍ਰੋਪਰ ਫੈਸਲਾ ਲੈ ਕੇ ਤੁਸੀਂ ਇੱਕ ਹਲਕੇ ਦੇ ਵਿੱਚ ਨਾਰਮਲ ਨਾਲੋਂ ਵੱਧ ਪੈਸਾ ਖਰਚ ਸਕਦੇ ਹੋ। ਪਰ ਐਦਾਂ ਨਹੀਂ ਹੈ ਕਿ ਜਿਹੜਾ ਨੇਤਾ ਭਾਰੂ ਹੈ ਆਪਣੀ ਪਾਰਟੀ ਦੇ ਵਿੱਚ, ਸੱਤਾ ਦੇ ਵਿੱਚ, ਉਹ ਆਪਣੀ ਮਨਮਾਨੀ ਦੇ ਨਾਲ ਜਿੰਨਾ ਮਰਜ਼ੀ ਪੈਸਾ ਜਿਹੜੇ ਮਰਜ਼ੀ ਹਲਕੇ ਦੇ ਵਿੱਚ ਇਸਤੇਮਾਲ ਕਰ ਸਕੇ। ਮੈਨੂੰ ਲੱਗਦਾ ਇਹਦੇ ਉੱਤੇ ਕੋਈ ਨਾ ਕੋਈ ਲਾਜ਼ਮੀ ਤੌਰ ਤੇ ਕਾਨੂੰਨੀ ਰੋਕ ਲੱਗਣੀ ਚਾਹੀਦੀ ਹੈ, ਖਾਸ ਕਰਕੇ ਜੇ ਉਸ ਹਲਕੇ ਨੂੰ ਐਮਪੀ ਦੇ ਕੋਟੇ ਦੇ ਵਿੱਚੋਂ ਇੱਕ ਹਿੱਸਾ
ਫੰਡ ਮਿਲ ਜਾਂਦਾ ਤਾਂ ਕੁਦਰਤੀ ਤੌਰ ਤੇ ਐਮਐਲਏ ਦਾ ਹਿੱਸਾ ਰਲਾ ਕੇ ਤੁਸੀਂ ਉਸ ਹਿੱਸੇ ਨੂੰ ਇੱਕ ਸੰਤੁਲਨ ਦੇ ਵਿੱਚ ਪੇਸ਼ ਕਰਨਾ ਪਵੇਗਾ। ਇਹ ਨਹੀਂ ਹੈ ਕਿ ਇੱਕ ਹਲਕੇ ਦੇ ਵਿੱਚ ਤਾਂ ਐਮਪੀ ਦੇ ਵੀ ਸਾਰੇ ਕੋਟੇ ਉੱਥੇ ਇਕੱਠੇ ਹੁੰਦੇ ਜਾਣ, ਕਿਉਂਕਿ ਉੱਥੇ ਪਾਰਟੀ ਦਾ ਪ੍ਰਮੁੱਖ ਨੇਤਾ ਚੋਣਾਂ ਲੜਦਾ ਤੇ ਬਾਕੀ ਹਲਕੇ ਜਿਹੜੇ ਐਮਪੀ ਦੇ ਵੀ ਅੰਡਰ ਆਉਂਦੇ ਨੇ ਉਸ ਹਲਕੇ ਨਾਲ ਜੁੜੇ ਹੋਏ, ਉਹ ਜਿਹੜੇ ਉਹ ਵਾਂਝੇ ਰਹਿ ਜਾਣ। ਇਹਦੇ ਬਾਰੇ ਵੀ ਸਾਨੂੰ ਜ਼ਰੂਰ ਸੋਚਣਾ ਪਵੇਗਾ। ਮੇਰੇ ਨਾਲ ਹੁਣ ਥੋੜੀ ਦੇਰ ਪਹਿਲਾਂ ਕਾਲਰ ਜੁੜੇ ਸੀ ਜਿਨ੍ਹਾਂ ਨੇ ਇੱਕ ਨਿਊਜ਼ ਸ਼ੇਅਰ ਕੀਤੀ ਸੀ। ਮੈਂ ਉਸ ਨਿਊਜ਼ ਤੇ ਕਮੈਂਟ ਨਹੀਂ ਕਰਨਾ ਚਾਹੂੰਗਾ, ਉਹ ਨਿਊਜ਼ ਗਲਤ ਹੈ ਕਿ ਸਹੀ ਆ, ਪਰ ਜੇ ਉਦਾਂ ਹੋ ਰਿਹਾ ਤੇ ਉਹ ਵੀ ਗਲਤ ਆ। ਕਿਤੇ ਨਾ ਕਿਤੇ ਉਹਨੂੰ ਵੀ ਪੋਲੀਟੀਕਲ ਕਰਪਸ਼ਨ ਨਾਲ ਮਿਲਾ ਕੇ ਹੀ ਸਾਨੂੰ ਵੇਖਣਾ ਚਾਹੀਦਾ। ਜੇ SGPC ਦੇ ਕਿਸੇ ਵੀ ਸਾਧਨ ਦਾ ਇਸਤੇਮਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਹ ਗਲਤ ਆ ਤੇ ਉਹਦਾ ਵਿਰੋਧ ਵੀ ਹੋਣਾ ਚਾਹੀਦਾ। ਤੇ ਨਾਲ ਹੀ ਜੋ ਜਾਗਰੂਕ ਲੋਕ ਨੇ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਜ਼ਰੂਰ ਕੰਪਲੇਂਟ ਕਰਨੀ ਚਾਹੀਦੀ ਆ। ਜੇ ਕਿ ਵੀ ਮੇਰੇ ਸਾਡੇ ਦਰਸ਼ਕ ਕੋਲ ਕੋਈ ਇਦਾਂ ਦਾ ਵੀਡੀਓ ਫੁਟੇਜ ਜਾਂ ਕੋਈ ਹੋਰ ਫੁਟੇਜ ਹੈਗੀ ਆ ਜਿਹਦੇ ਨਾਲ ਕਿ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਜਾ ਸਕੇ, ਜਾਂ ਫਿਰ ਤੁਸੀਂ ਚਾਹੁੰਦੇ ਹੋ ਅਸੀਂ ਉਹਦੇ ਉੱਤੇ ਗੱਲਬਾਤ ਕਰੀਏ, ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਅਸੀਂ ਉੱਤੇ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਉਹ ਮੁੱਦਾ ਜ਼ਰੂਰ ਰੱਖ ਸਕੀਏ। ਸਮੇਂ ਜ਼ਿਆਦਾ ਨਹੀਂ ਬਚਿਆ, ਪਰ ਅਖੀਰ 'ਚ ਦਿਲਰਾਜ ਜੀ ਅਤੇ CP ਸਿੰਘ ਜੀ ਜੇ ਕੋਈ ਵੀ ਤੁਸੀਂ ਪੁਆਇੰਟ ਰੱਖਣਾ ਚਾਹੋ ਪਲੀਜ਼, ਪਰ ਸਮੇਂ ਬਹੁਤ ਘੱਟ ਹੈ, ਛੋਟੀ ਗੱਲ ਰੱਖਿਓ। ਮੈਂ ਉਹੀ ਕਹਿ ਰਿਹਾ ਸੀ ਹਰਪ੍ਰੀਤ, ਦੇਖੋ ਘਟਨਾ ਕੁਰਾਲੀ ਵਾਲੀ ਜਿਹੜੀ ਹੋਈ ਹੈ ਇਹ ਬਿਲਕੁਲ ਉੱਥੇ ਲੰਗਰ ਲਗਾਇਆ ਗਿਆ ਸੀ, ਲੇਕਿਨ ਤੁਸੀਂ ਇੱਕ ਚੀਜ਼ ਦੇਖੋ ਉਸ ਲੰਗਰ ਦੇ ਪਿੱਛੇ ਮਨਸ਼ਾ ਕੀ ਸੀ। ਕਿਉਂਕਿ ਪੰਜਾਬ ਦੀ ਟ੍ਰੈਡੀਸ਼ਨ ਹੈ, ਇੱਥੇ ਲੋਕਾਂ ਦੇ ਵਿੱਚ ਸੇਵਾ ਦੀ ਬੜੀ ਭਾਵਨਾ ਹੁੰਦੀ ਹੈ, ਲੇਕਿਨ ਉਸ ਚੀਜ਼ ਨੂੰ ਐਨਾਲਾਈਜ਼ ਕਰਕੇ ਅਗਰ ਉਹ ਚੀਜ਼ ਗਲਤ ਨਿਕਲਦੀ ਹੈ ਤਾਂ ਬਿਲਕੁਲ ਸਹੀ ਗੱਲ ਹੈ। ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਤਾਂ ਹੁਣ ਚਾਹ ਪਕੌੜੇ ਬ੍ਰੈਡ ਔਰ ਟੈਂਟ ਵਗੈਰਾ ਸਭ ਦੇ ਰੇਟ ਫਾਈਨਲਾਈਜ਼ ਕਰ ਦਿੱਤੇ ਨੇ, ਔਰ ਇਸ ਚੀਜ਼ ਦੀ ਕੰਪਲੇਂਟ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਔਰ ਇਸ ਚੀਜ਼ ਨੂੰ ਪੋਲੀਟੀਕਲੀ ਨਹੀਂ ਵਰਤਣਾ ਚਾਹੀਦਾ। ਇਹ ਬਿਲਕੁਲ ਸਹੀ ਹੈ। ਹਾਂ, ਲੇਕਿਨ ਜੇ ਉਹ ਕਿਸੇ ਦੀ ਜਨਰਲ ਪਬਲਿਕ ਦੇ ਵਿੱਚ ਲਗਾਇਆ ਜਾਂਦਾ, ਚਾਹੇ ਉਹਦੇ ਉਹ ਪੰਜਾਬ ਪੁਲਿਸ ਵਾਸਤੇ ਵੀ ਹੋਵੇ ਔਰ ਜਿਹੜੇ ਉਹਨਾਂ ਦੇ ਸੁਰੱਖਿਆ ਕਰਮੀ ਜਾਂ ਉਹਨਾਂ ਦੇ ਵਰਕਰਸ ਵਾਸਤੇ ਵੀ ਹੋਣ, ਪੋਲੀਟੀਕਲ ਮਨਸ਼ਾ ਤੋਂ ਇਲਾਵਾ ਜੇ ਲਗਾਇਆ ਜਾਵੇ ਤਾਂ ਇਹ ਚੀਜ਼ ਸਹੀ ਮੰਨੀ ਜਾਏਗੀ। ਲੇਕਿਨ ਸਾਡੇ ਇੱਥੇ ਕੀ ਹੁੰਦਾ ਜਨਰਲੀ, ਜਦੋਂ ਇਦਾਂ ਦੀ ਕੋਈ ਰੈਲੀ ਹੁੰਦੀ ਹੈ ਤਾਂ ਹਰ ਇੱਕ ਕੋਈ ਚਾਹੇ ਉਹ ਧਾਰਮਿਕ ਜਥੇਬੰਦੀ ਹੋਵੇ ਚਾਹੇ ਕੋਈ ਹੋਰ ਜਥੇਬੰਦੀ ਹੋਵੇ, ਪੋਲੀਟੀਕਲ ਨੇਤਾਵਾਂ ਨੂੰ ਭਰਮਾਉਣ ਵਾਸਤੇ ਇਦਾਂ ਦੇ ਐਕਟਸ ਕਰਦੇ ਨੇ। ਉਹ ਚੀਜ਼ ਗਲਤ ਹੈ ਕਿਉਂਕਿ ਉਹ ਸਿੱਧਾ ਜ਼ਾਹਰ ਹੋ ਜਾਂਦਾ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਸ ਚੀਜ਼ ਨੂੰ ਐਨਾਲਾਈਜ਼ ਕਰਕੇ ਇਸ ਦੀ ਰਿਪੋਰਟਿੰਗ ਹੋਣੀ ਚਾਹੀਦੀ ਹੈ, ਔਰ ਅਗਰ ਇਹ ਉਸਦਾ ਕਨੈਕਸ਼ਨ ਪੋਲੀਟੀਕਲ ਪਾਰਟੀ ਨਾਲ ਜੁੜਦਾ ਹੈ ਤਾਂ ਉਸ ਚੀਜ਼ ਨੂੰ ਇਲੈਕਸ਼ਨ ਕਮਿਸ਼ਨ ਦੇ ਉੱਪਰ ਜ਼ਰੂਰ ਦਿਖਾਉਣਾ ਚਾਹੀਦਾ। ਦਿਲਰਾਜ ਜੀ ਪਲੀਜ਼ ਗੋ ਹੈਡ। ਹਰਪ੍ਰੀਤ ਜੀ, ਮੈਂ ਇਸ ਮੁੱਦੇ ਦੇ ਉੱਤੇ ਤੁਸੀਂ ਗੱਲ ਕਰ ਲਈ, ਮੈਂ ਫਿਰ ਜਲੰਧਰ ਵੈਸਟ ਵਾਲੇ ਤੇ ਹੀ ਆਵਾਂਗਾ। ਇੱਕ ਜਿਹੜੀ ਹੋਰ ਚੀਜ਼ ਮੈਂ ਇੱਥੇ ਸ਼ੇਅਰ ਕਰਨੀ ਚਾਹੁੰਦਾ ਸੀਗਾ, ਥੋੜਾ ਜਿਹਾ ਟੌਪਿਕ ਆਊਟ ਆਫ ਟਰੈਕ ਚਲੇ ਗਿਆ ਬਸ ਆਖਰੀ ਵਿੱਚ ਜਾਂਦੇ ਜਾਂਦੇ, ਕਿ ਜਲੰਧਰ ਦੇ ਜਿਹੜੇ ਐਕਸ ਮੇਅਰ ਹੈ ਸੁਰਿੰਦਰ ਮਹੇ, ਉਹ ਕਾਂਗਰਸ ਦੀ ਟਿਕਟ ਦੇ ਚਾਹਵਾਨ ਸੀਗੇ। ਸੁਸ਼ੀਲ ਰਿੰਕੂ ਨੂੰ ਟਿਕਟ ਮਿਲਣ ਦੇ ਨਾਲ ਮਹੇ ਸਾਹਿਬ ਨੇ ਆਜ਼ਾਦ ਲੜਨ ਦੀ ਇੱਕ ਡੈਕਲੇਰੇਸ਼ਨ ਕੀਤੀ ਹੈ। ਕੱਲ ਬਹੁਤ ਵੱਡਾ ਉਹਨਾਂ ਨੇ ਇਕੱਠ ਕਰਕੇ ਇੱਕ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਵਾ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੁਰਿੰਦਰ ਮਹੇ ਸਾਹਿਬ ਦੀ ਬਗਾਵਤ ਹੈ ਤੇ ਕਾਂਗਰਸ ਦਾ ਆਪਣਾ ਅੰਦਰੂਨੀ ਕਲੇਸ਼ ਹੈਗਾ ਵਾ, ਉਹ ਕਿਤੇ ਨਾ ਕਿਤੇ ਕਾਂਗਰਸ ਨੂੰ ਸੈਟਬੈਕ ਕਰਵਾ ਸਕਦਾ ਵਾ। ਮੇਰੇ ਨਾਲ ਕਾਲਰ ਜੁੜ ਚੁੱਕੇ ਨੇ, ਅਖੀਰ 'ਚ ਮੈਂ ਕਾਲਰ ਲੈਣਾ ਚਾਹੂੰਗਾ 8324 8324। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਆਪਣੀ ਗੱਲ ਪੂਰੀ ਕਰੋ। ਸਤਿ ਸ਼੍ਰੀ ਅਕਾਲ, ਮੈਂ ਮਲਕੀਤ ਕੌਰ ਬੋਲਦੀ ਹਾਂ ਟਾਂਡਾ ਤੋਂ। ਹਾਂਜੀ ਹਾਂਜੀ, ਮੈਂ ਇਹ ਬੋਲਦੀ ਹਾਂ ਵੀ ਆ ਸ਼੍ਰੋਮਣੀ ਕਮੇਟੀ ਬਾਰੇ ਰੌਲਾ ਬਹੁਤ ਪਿਆ ਹੋਇਆ। ਮੈਂ ਤੁਹਾਨੂੰ ਦੱਸਦੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਨਾ, ਮੇਰਾ ਬ੍ਰਦਰ 17 ਸਾਲ ਰਿਹਾ ਜਦੋਂ ਇੱਕ ਵਾਰੀ ਚੋਣ ਨਹੀਂ ਸੀ ਹੋਈ, ਰੌਲੇ ਵੇਲੇ ਹੋਈ ਨਹੀਂ ਸੀ ਕਿੰਨਾ ਚਿਰ, ਉਹ ਵਿੱਚ ਰਿਹਾ। ਅਸੀਂ ਬਹੁਤ ਚਿਰ ਤੋਂ, ਮੇਰੇ ਪਿਤਾ ਜੀ ਹੋਰੀ ਅਕਾਲੀ ਦਲ 'ਚ ਨਹੀਂ ਹੈਗੇ ਨੇ, ਅਸੀਂ ਜ਼ਮੀਨ ਹੀ ਆਪਦੀ ਗੁਆਦੀ ਘਰੋਂ ਖਵਾ ਕੇ ਸਾਰੇ ਸੇਵਾ ਕਰਕੇ ਹੈ ਨਾ। ਤੇ ਸਾਡੇ ਉਹ ਮੈਂ ਤੁਹਾਨੂੰ ਇੰਨਾ ਪਤਾ, ਜਿਹੜੀ ਸ਼੍ਰੋਮਣੀ ਕਮੇਟੀ ਮੈਂਬਰ ਚੁਗੇ ਜਾਂਦੇ ਆ ਨਾ, ਇਹਨਾਂ ਕੋਈ ਤਨਖਾਹ ਨਹੀਂ ਹੈਗੀ, ਇਹ ਫ੍ਰੀ ਸੇਵਾ ਕਰਦੇ ਆ। ਜਿਹੜੇ ਮੁਲਾਜ਼ਮ ਹੈ ਨਾ ਇਸ ਕਮੇਟੀ ਦੇ, ਉਹਨਾਂ ਨੂੰ ਤਨਖਾਹਾਂ ਦਿੰਦੇ ਆ। ਜਿਹੜੇ ਸ਼੍ਰੋਮਣੀ ਕਮੇਟੀ ਦੀ ਪਾਵਰ ਪੰਜਾਬ ਸਰਕਾਰ ਵਾਂਗੂ ਹੈ, ਉਹਨਾਂ ਹੀ ਇਹਨਾਂ ਨੂੰ ਪੰਜਾਬ ਸਰਕਾਰ ਵਾਂਗੂ ਉਹਨਾਂ ਨੂੰ ਜੋ ਤਨਖਾਹਾਂ ਦੇਣੀਆਂ ਪੈਂਦੀਆਂ, ਉਵੇਂ ਕਾਨੂੰਨ ਮੁਤਾਬਕ ਸਾਰਾ ਕੁਝ ਦੇਣਾ ਪੈਂਦਾ ਇਹਨਾਂ ਨੂੰ ਉਸ ਹਿਸਾਬ ਨਾਲ। ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ, ਮੈਂ ਬ੍ਰਦਰ ਨੂੰ ਪੁੱਛਿਆ ਸੀ, ਮੈਂ ਕਿਹਾ ਰੌਲਾ ਬਹੁਤ ਪੈਂਦਾ, ਕਹਿੰਦੇ ਭੈਣ ਜੀ ਮੈਂ ਜਾ ਰਿਹਾ, ਜਿਹੜੇ ਸ਼੍ਰੋਮਣੀ ਕਮੇਟੀ ਦੇ ਤਾਲੇ ਲੱਗੇ ਹੋਏ ਨਾ ਗੁਰਦੁਆਰਿਆਂ ਦੇ, ਉਹ ਜਿਹੜੇ ਮੂਹਰੇ ਰੱਖੇ ਹੁੰਦੇ ਆ ਗੋਲਕਾਂ,
ਉਹਨਾਂ ਦੀ ਜਿਵੇਂ ਤੁਹਾਡੀ ਬੈਂਕਾਂ ਦੀਆਂ 2 ਲੱਖ ਹੁੰਦੀਆਂ ਉਵੇਂ हाँ जी ਉਹ 2 ਲੱਖ ਦੇ ਬਿਨਾਂ ਖੁੱਲਦਾ ਨਹੀਂ ਗਾ। ਇੱਕ ਮੈਨੇਜਰ ਕੋਲ ਹੁੰਦੀ, ਗੁਰਦੁਆਰੇ ਕੋਲ ਇੱਕ ਕੋਠੇ ਹੁੰਦੇ, ਅੰਮ੍ਰਿਤਸਰ ਕਰਦੇ ਉਹਨਾਂ ਕੋਲ ਖਜ਼ਾਨੇ 'ਚ ਪਈ ਹੁੰਦੀ ਹੈ ਆਫਿਸ ਵਿੱਚ। ਉੱਥੋਂ ਲੈ ਕੇ ਇੰਸਪੈਕਟਰ ਨੇ ਜਾਣਾ, ਫਿਰ ਉਹਨੇ ਗੋਲਕ ਖੋਲਣੀ ਆ, ਫਿਰ ਉਹਨਾਂ ਨੇ ਗਿਣਨੇ ਆ, ਫਿਰ ਉਹਦਾ ਰਜਿਸਟਰ ਵੀ ਨਾਲ ਉੱਠ ਜਾਂਦਾ ਉਸ ਗੁਰਦੁਆਰੇ ਦਾ, ਉਹਦੇ ਤੇ ਸਾਈਨ ਹੋਣੇ ਆ। ਜਦੋਂ ਦੋਵਾਂ ਦੇ ਸਾਈਨ ਹੋ ਗਏ ਫਿਰ ਉਹ ਕਿਸੇ ਪਾਸੇ ਨਹੀਂ ਪੈਸਾ ਜਾਂਦਾ, ਕਿਸੇ ਪਾਸੇ। ਜਦੋਂ ਉੱਥੋਂ ਰਲ ਕੇ ਖਾ ਲੈਣ ਕੱਢ ਕੇ ਉਹ 2000 ਬੰਦੇ, ਉਹ ਦੱਸ ਗੱਲ ਹੈ, ਉਹ ਬਾਬਰ ਨੂੰ ਕਿਵੇਂ ਦੇਣਗੇ? ਕੋਈ ਪੈਸਾ ਨਹੀਂ ਬਾਹਰ ਜਾਂਦਾ। 125 ਸਕੂਲ ਕਾਲਜ ਚੱਲਦੇ, ਇੱਕ ਯੂਨੀਵਰਸਿਟੀ ਚੱਲਦੀ ਹੈ ਫਤਿਹਗੜ੍ਹ ਸਾਹਿਬ, ਇੱਕ ਹਸਪੀਟਲ ਚੱਲਦਾ ਫਿਰ ਬਾਬਾ ਟਾਲੇਵਾਲ ਪਾਸੇ ਪਰਲੇ ਪਾਸੇ ਦੇਖੋ ਜਾ ਕੇ ਗੁਰੂ ਰਾਮਦਾਸ ਹਸਪੀਟਲ। ਇੰਨੀਆਂ ਸਰਾਵਾਂ ਜਿਹੜੀ ਤਨਖਾਹ ਨਾ ਇੱਥੇ ਜਿਹੜੇ ਹੈਗੇ ਆ ਉਹ ਰਾਗੀ ਗੁਰਦੁਆਰੇ 4 ਹੁੰਦੇ ਅੰਮ੍ਰਿਤਸਰ ਤਾਂ, ਬਾਕੀ ਸਾਡੇ 3 ਹੁੰਦੇ ਆ। ਉਹਨਾਂ ਚੋਹਾਂ ਨੂੰ 65-70 ਹਜ਼ਾਰ ਤਨਖਾਹ ਹੈ, ਘੱਟ ਨਹੀਂ ਦੇ ਸਕਦੇ। ਪੰਜਾਬ ਜਿਹੜੇ ਪੰਜਾਬ ਸਰਕਾਰ ਦੀ ਤਨਖਾਹ ਹੈ ਨਾ ਉਵੇਂ ਹੈ, ਉਹ ਤੋਂ ਘੱਟ ਦੇ ਨਹੀਂ ਸਕਦੇ ਕਾਨੂੰਨੀ ਤੌਰ ਤੇ। ਜਿਹੜੇ ਬਾਦਲ ਦੀ ਪਾਵਰ ਹੈ ਨਾ ਇਹਦੇ ਤੇ ਪੰਜਾਬ ਸਰਕਾਰ ਦੇ, ਉਵੇਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਪਾਵਰ ਹੈ। ਤੇ ਇਹ ਗੋਰੇ ਦੇ ਗਏ, ਹੁਣ ਨਹੀਂ ਕਿਸੇ ਨੇ ਦੇਣਾ। ਕਿਉਂਕਿ ਮੈਨੂੰ ਤਾਂ ਪਤਾ ਮੇਰਾ ਬ੍ਰਦਰ ਵਿੱਚ ਰਿਹਾ, ਮੇਰੇ ਬਾਪੂ ਜੀ ਅਕਾਲੀ ਦਲ ਵਿੱਚ ਸੇਵਾ ਕਰਦੇ, ਉਹਦਾ ਕੋਈ ਨਹੀਂ ਸੀ ਲਿਆ। ਉਹ ਸਭਾ ਨਾਲ ਸੇਵਾ ਕਰਦੇ ਸੀ, ਉਹ ਫਿਕਰ ਕਰਦੇ ਸੀ, ਉਹ ਸ਼੍ਰੋਮਣੀ ਕਮੇਟੀ ਦਾ ਭਲਾ ਕਰਦੇ ਸੀ। ਮੇਰਾ ਬ੍ਰਦਰ ਵੀ ਤੁਹਾਨੂੰ ਦੱਸਦੀ ਹੈ, ਮੋਗਾ ਜਿਹੜਾ ਕਾਲਜ ਹੈ ਉੱਥੇ ਗੁਰਦੁਆਰੇ ਦੀ ਕਮੇਟੀ ਦੀ ਜਗ੍ਹਾ ਪਈ ਆ ਕੋਈ, ਤੇ ਪਹਿਲਾਂ ਚੌੜੇ ਵੇਲੇ ਕਿਸੇ ਨੇ 6000 ਮਹੀਨੇ ਤੇ ਦਿੱਤੀ ਸੀ, ਮੇਰੇ ਬ੍ਰਦਰ ਨੇ ਜੋੜ ਪਾ ਕੇ 12000 ਤੇ ਚੜਾਈ ਸੀ। ਕਹਿੰਦੇ ਵੀ ਕਮੇਟੀ ਦਾ ਭਲਾ ਹੋਵੇ, ਕਮੇਟੀ ਨੂੰ ਆਮਦਨ ਹੋਵੇ। ਇਹ ਬੰਦੇ ਕਦੋਂ ਖਾਈ ਜਾਂਦੇ ਵਿੱਚ? ਇਸ ਤਰ੍ਹਾਂ ਦੇ ਬੰਦਿਆਂ ਨੇ ਕਮੇਟੀ ਸੰਭਾਲੀ ਹੈ। ਇਹ ਤੁਹਾਨੂੰ ਭੁਲੇਖਾ, ਤੁਸੀਂ ਉਹ ਮਹੀਨੇ ਪਾਣਾ ਇੱਕ ਸਾਲ ਦੇ ਪੇਪਰ ਜਿਹੜਾ ਕਿਹਨੂੰ ਕਹਿੰਦੇ ਹੁੰਦੇ ਆ, ਗੁਰਦੁਆਰੇ ਵੱਲੋਂ ਚੱਲਦਾ ਗੈਜਟ ਸ਼ਬਦ ਹੈ, ਉਹ ਤੁਸੀਂ ਲਵਾ ਸਕਦੇ, ਤੁਹਾਨੂੰ ਸਾਰਾ ਹਿਸਾਬ ਆਊਗਾ। ਜਿਹੜੇ ਮੈਂਬਰ ਉਹਨਾਂ ਨੂੰ ਫਰੀ ਜਾਂਦਾ, ਜਿਹੜੇ ਕਮੇਟੀ ਦੇ ਮੈਂਬਰ ਹੈ ਤੁਸੀਂ ਲਵਾ ਲਓਗੇ, ਥੋੜੇ ਜਿਹੇ ਪੈਸੇ ਬਾਹਲੇ ਨਹੀਂ ਹੈਗੇ, ਤੁਹਾਨੂੰ ਭੁਲੇਖਾ ਨਿਕਲ ਜਾਓ। ਤੁਸੀਂ ਆਸ ਵਿੱਚ ਜਾਓ, ਉੱਥੋਂ ਸਿੱਧਾ ਲਓ ਹਿਸਾਬ ਨਾਲ, ਉਹ ਤੁਹਾਨੂੰ ਦੇਣਗੇ, ਲੁਕੋ ਨਹੀਂ ਸਕਦੇ ਹੋ ਖੇਤੀ ਵਾਲੇ। ਇਹ ਥੋੜਾ ਭੁਲੇਖਾ ਕਰ ਲਓ, ਉੱਥੋਂ ਪੈਸਾ ਕੋਈ ਪਾਰਟੀ ਨਹੀਂ ਖਾ ਸਕਦੀ। ਜਿਹੜੇ ਮੁਲਾਜ਼ਮ ਹੈਗੇ 2-4 ਸਾਲ ਕੇ ਖਾ ਜਾਣ ਤਾਂ ਭਾਵੇਂ ਖਾ ਲੈਣ, ਉਹ ਵੀ ਚੋਰੀ ਜੇ ਪਤਾ ਲੱਗੇ ਉਹਨਾਂ ਨੂੰ ਕੱਢ ਦਿੰਦੇ, ਉਹ ਨੌਕਰੀ ਵੀ ਕੱਢ ਦਿੰਦੇ ਉਹਨਾਂ। ਮੈਨੂੰ ਇਹਨਾਂ ਪਤਾ ਕਿਉਂਕਿ ਮੈਂ ਸਾਰੀ ਉਮਰ ਮੇਰੇ ਪਿਤਾ ਜੀ ਇਹ ਰਹੇ, ਮੇਰਾ ਬਰੋਦਰ ਰਿਆਸਤ ਆਲਾ ਹਸਪਤਾਲ ਸ਼੍ਰੋਮਣੀ ਕਮੇਟੀ ਦੀ, ਤੇ ਮੈਂ ਤੁਹਾਨੂੰ ਫੋਨ ਵੀ ਦੇ ਦਿੰਦੀ ਹਾਂ, ਇੱਥੇ ਕਹਿਣਗੀਰੀ ਆ ਹੁਣ ਉਹ ਇੱਥੇ ਆਇਆ ਹੋਇਆ, ਤੁਸੀਂ ਉਹਦੇ ਕੋਲ ਸਾਰਾ ਪੁੱਛ ਸਕਦੇ ਆ, ਉਹ ਸਾਰੀ ਤੁਹਾਨੂੰ ਦੱਸ ਦੂਗਾ। थैंक यू मैम। ਜੇ ਇਹ ਮੈਂ ਤੁਹਾਨੂੰ ਦੱਸ ਦਈ, ਇੱਕ ਹੋਰ ਗੱਲ ਯਾਦ ਹੋ ਗਈ, ਫਿਰ ਮੈਂ ਤੁਹਾਨੂੰ ਦੱਸ ਦੂੰਗੀ। ਇਹ ਮੈਨੂੰ ਪਤਾ, ਇਹ ਤੁਸੀਂ ਇਹ ਕੌਮ 'ਚ ਬਹੁਤ ਫਰਕ ਪਈ ਜਾਂਦਾ, ਐਵੇਂ ਭੁਲੇਖੇ ਨਾਲ ਗੱਲਾਂ ਵਧੀ ਜਾਂਦੀਆਂ, ਖੁਦ ਪਈ ਜਾਂਦੀ ਹੈ। ਇਹ ਤਾਂ ਗੱਲ ਥੋੜੀ ਸਮਝ ਨਹੀਂ ਹੈ। ਤੁਸੀਂ ਕਮੇਟੀ ਦੇ ਆਪਸ ਵਿੱਚ ਪੁੱਛੋ, ਉਹਨੂੰ ਕਿਹੜਾ ਸਾਰਾ ਕੁਛ ਉਹਦੇ ਫੋਨ ਤੁਹਾਡੇ ਆਪਦੇ ਬੰਦੇ ਉੱਥੋਂ ਲੈ ਲੈਣਗੇ, ਦੇਣਾ ਪੈਣਾ ਉਹਨਾਂ ਨੂੰ ਕਮੇਟੀ ਵਾਲਿਆਂ ਨੂੰ ਸਾਹਿਬ ਉਹ ਦੇਣਗੇ। ਉਹਨਾਂ ਕਰਕੇ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਚੱਲਦੀ ਹੈ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਸਾਰਾ ਖਰਚਾ ਹੈ ਉੱਥੋਂ ਦਾ ਉਹਨਾਂ ਦਾ। ਰਾਮਦਾਸ ਹਸਪੀਟਲ ਚੱਲਦਾ ਇੰਨਾ ਵੱਡਾ, ਸਾਰੇ ਉਹਨਾਂ ਦਾ ਡਾਕਟਰਾਂ ਦਾ ਸਾਰਾ ਹੈਗਾ। ਜਿਹੜੇ ਕਾਲਜ ਸਕੂਲ ਚੱਲਦੇ ਉਹਨਾਂ ਦੇ ਜਿਹੜੀ ਛੋਟੀ ਪਛੜੀਆਂ ਜਾਤੀਆਂ ਵਾਲੇ ਬੱਚੇ ਆ ਉਹਨਾਂ ਨੂੰ ਵਜ਼ੀਫੇ ਲੱਗੇ ਹੋਏ ਆ, ਉਹਨਾਂ ਨੂੰ ਵਰਦੀਆਂ ਦਿੰਦੇ ਆ ਗਰੀਬਾਂ ਨੂੰ। ਬਹੁਤ ਖਰਚ ਸਕੂਲਾਂ ਦਾ, ਬਿਦਰ ਕਾਲਜ ਚੱਲਦਾ, ਇੱਕ ਇੰਜੀਨੀਅਰ ਕਾਲਜ ਚੱਲਦਾ, ਸਾਰਾ ਖਰਚ ਇੱਥੋਂ ਜਾਂਦਾ। ਜਿਹੜੇ ਛੋਟੇ ਗੁਰਦੁਆਰੇ ਨੇ, ਜਿਹੜੇ ਵੱਡੇ ਗੁਰਦੁਆਰੇ ਨੇ ਵੱਡੇ ਇਹਦੀ ਕਮੇਟੀ ਦੇ ਫੜ, ਜਿਹੜੇ ਛੋਟੇ ਪਿੰਡਾਂ 'ਚ ਉਹਨਾਂ ਦਾ ਛੋਟੀਆਂ ਕਮੇਟੀਆਂ ਬਣੀਆਂ, ਉਹਨਾਂ ਨੂੰ ਆਮਦਨ ਘੱਟ ਹੁੰਦੀ ਆ, ਉਹਨਾਂ ਨੂੰ ਪੈਸਾ ਫਿਰ ਇੱਥੋਂ ਜਾਂਦਾ ਅੰਮ੍ਰਿਤਸਰੋਂ। ਉਹ ਜਿਹੜੇ ਭੁੱਖੇ ਮੰਡੇ ਉਹਨਾਂ ਦਾ ਹੈ ਹੀ ਨਹੀਂ, ਮੋਗੇ ਗੁਰਦੁਆਰਾ ਉਹਨੂੰ ਹੈ ਹੀ ਨਹੀਂ ਆਮਦਨ, ਉਹ ਉੱਥੇ ਆ, ਫਿਰ ਇੱਥੋਂ ਕਮੇਟੀ ਤੋਂ ਇੱਥੋਂ ਜਾਂਦਾ ਪੈਸਾ। ਜਿਹੜੀ ਹੁਣ ਦਾਦੂਵਾਲ ਨੇ ਪਹਿਲੀ ਕਮੇਟੀ, ਦਾਦੂਵਾਲ ਨੇ ਜਿਹੜੇ ਗੁਰਦੁਆਰੇ ਹਰਿਆਣੇ ਸੀ, ਇਹਨੇ ਅੱਡ ਕਰਾ ਦਿੱਤੀ। ਇਹ ਵੱਡਾ ਹੁਣ ਜਥੇਦਾਰ ਬਣਿਆ ਫਿਰਦਾ ਹੈ, ਕਮੇਟੀ ਤੜਵਾ ਕੇ ਇਹਨੇ ਅੱਡ ਕਰਾਈ 6-7 ਗੁਰਦੁਆਰੇ। ਤੁਹਾਨੂੰ ਪਤਾ ਹੋਣਾ 5-6 ਸਾਲ ਹੋ ਗਏ ਕਬਜ਼ਾ ਕਰਾਇਆ ਇਹਨੇ। ਉਸ ਗੁਰਦੁਆਰਾ ਨੂੰ ਵੀ ਦੋ ਉੱਥੋਂ ਉਹਨਾਂ ਨੂੰ ਆਮਦਨ ਆਉਂਦੀ, ਉਹ ਵੀ ਇਹ ਸੰਭਲ ਹੋ ਜਾਂਦਾ, ਇੱਥੋਂ ਭੇਜ ਦੀਏ। ਤੁਸੀਂ ਕੱਢੋ, ਕੌਮ 'ਚ ਸ਼ਾਂਤੀ ਹੋਵੇ, ਭੜਕੀ ਜਾਂਦੇ ਲੋਕ, ਪੁੱਛਦੇ ਕੁਛ ਹੈ ਨਹੀਂ, ਖਾ ਗਿਆ। ਇਹਨਾਂ ਨੇ ਪਚੋਲ ਪਾ ਕੇ ਜਿਵੇਂ ਅੱਗੇ ਅੱਗ ਲਾਤੀ ਸੀਗੀ
84 ਵੇਲੇ ਹੁਣ ਫੇਰ ਲਾ ਦੇਣਗੇ। ਬਹੁਤ ਮੈਨੂੰ ਤਾਂ ਡਰ ਲੱਗਦਾ ਹੈ। ਜਦ ਦਾ ਵਾਲਸਾ ਤੁਸੀਂ ਨੇ ਇਹਨਾਂ ਨੂੰ ਕਹੋ ਲੋਕਾਂ ਨੂੰ ਵੀ ਅੰਮ੍ਰਿਤਸਰ ਜਾ ਕੇ ਪਤਾ ਕਰੋ ਤੇ ਅੰਮ੍ਰਿਤਸਰ ਇਹਨਾਂ ਦੀ ਬੈਕ ਸਾਈਡ ਆ, ਹੁਣ ਤਾਂ ਸਾਰਾ ਕੁਝ ਕਬੂਤ ਦਿੱਤੇ ਆ। ਪਰ ਤੁਸੀਂ ਉੱਥੋਂ ਪ੍ਰਧਾਨ ਕੋਲੋਂ ਪੁੱਛੋ, ਪ੍ਰਧਾਨ ਬਹੁਤ ਚੰਗਾ ਹੋਣ ਵਾਲਾ, ਸਾਰਾ ਦੱਸੂ ਤੁਹਾਨੂੰ, ਉਹ ਬਹੁਤ ਚੰਗਾ, ਉਹ ਸਾਰੇ ਠੇਕੇ ਕੱਢੂਗਾ। ਮੈਂ ਤਾਂ Thank you, ma'am. ਨਹੀਂ ਕਿਉਂ ਮੈਨੂੰ Thank you, ma'am. ਪਤਾ ਚੰਗਾ ਹੈ ਕਿਉਂਕਿ ਮੈਨੂੰ ਪਹਿਲੇ ਦਿਨ ਤੋਂ ਅਸੀਂ ਇਸ ਪਾਸੇ ਆ, ਮੈਨੂੰ ਬਹੁਤ ਨਾਰਾਜ਼ ਰਿਹਾ ਤੇ ਮੈਂ ਥੋੜੀ ਸਾਰੀ ਆ ਗੱਲ ਸੁਣਦੀ ਆ, ਪਰ ਮੇਰੇ ਕੋਲ ਕਦੇ ਫੋਨ ਲੱਗਦਾ ਨਹੀਂਗਾ। ਮੈਂ ਕਰਾਂਗੀ, ਤੁਸੀਂ ਇਹ ਮੇਰੇ ਰੱਬ ਦਾ ਵਾਸਨ ਨਾਲ ਹੱਥ ਜੋੜ ਕੇ ਕਹਿੰਦੀ ਆ, ਤੁਸੀਂ ਕੌਮ ਨੂੰ ਬਚਾਓ। ਇਹ ਲੋਕ ਇਹਨੇ ਕਵਲ ਮਾਰੀਏ ਤੇ ਪੈਸਾ 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 ਕੀ ਚੀਜ਼ ਹੈ? ਪੈਸਾ ਕੋਈ ਚੀਜ਼ ਨਹੀਂ। ਜਿੱਥੇ ਸਾਡਾ ਅਮਾਨ ਹੈ, ਧਰਮ ਹੈ, ਉਹਦੇ ਕੋਈ ਚੀਜ਼ ਨਹੀਂ ਪੈਸਾ। ਸਾਨੂੰ ਅਮਾਨ ਧਰਮ ਕਾਇਮ ਚਾਹੀਦਾ ਹੈ। ਸਾਨੂੰ ਸੇਵਾ ਭਾਵਨਾ ਵਾਂਗੂ ਗੱਲ ਕਰਨੀ ਚਾਹੀਦੀ ਹੈ। ਸਾਨੂੰ ਆਪਣੀ ਕਮੇਟੀ ਬਚਾਉਣੀ ਚਾਹੀਦੀ ਹੈ। ਮਸਾਂ ਬਚੀ ਹੈ 84 ਗਜ ਮੈਂ ਕਹਿੰਦਾ ਤੁਹਾਨੂੰ ਦੱਸੂ ਜਾਂ ਮੇਰੇ ਕੋਲ ਕਦੇ ਕੋਈ ਪੁੱਛ ਲਿਓ, ਕਮੇਟੀ ਮਸਾਂ ਬਚੀ ਹੈ। 10-12 ਬੰਦੇ ਕੁੱਟ ਕੇ ਮਾਰਦੇ ਨੇ ਸੀ ਇਹਨਾਂ ਨੇ, ਤੋੜਾ ਨਿਕਲ ਗਿਆ ਸੀ ਤੇ ਨਹੀਂ ਤਾਂ ਉਹਦੇ ਕੋਲ ਫੈਨ ਉਹਨੇ ਧੱਕੇ ਨਾ ਕਰਾਉਣੇ ਸੀਗੇ ਕਮੇਟੀ ਤੋੜਨ ਵਾਸਤੇ। ਉਹ ਹੋਣੀ ਸੀ ਮੇਰੇ ਦੂਸਰਾ ਬੋਰਡ ਬਣਿਆ ਤੇ ਉੱਥੇ ਰੋਟੀ ਨਹੀਂ ਮਿਲਦੀ। ਨਿਧਾਨ ਸਿੰਘ ਦੇ ਗੁਰਦੁਆਰੇ ਤੇ ਰੋਟੀ ਖਾਂਦੇ ਅਸੀਂ। ਇਹ ਕਮੇਟੀ ਦਾ ਸਾਰਾ ਪੈਸਾ ਕਿਸੇ ਪਾਸੇ ਨਹੀਂ ਜਾਂਦਾ। ਉਹ ਸਾਡਾ ਕੋਈ ਮੁਲਾਜ਼ਮ ਮੈਂ ਇਸ ਤਰ੍ਹਾਂ ਖਾ ਖੂਗਾ। ਥੈਂਕ ਯੂ ਮੈਮ। ਮੇਰੇ ਕੋਲ ਸਮਾਂ ਘੱਟ ਆ, ਪਰ ਤੁਸੀਂ ਜੋ ਜਾਣਕਾਰੀ ਦਿੱਤੀ ਆਈ ਥਿੰਕ ਅਹਿਮ ਜਾਣਕਾਰੀ ਆ ਸਾਨੂੰ ਲੋਕਾਂ ਨੂੰ। ਅਸੀਂ ਆਮ ਤੌਰ ਤੇ ਹੀ ਬੜੇ ਆਰਾਮ ਛੇਤੀ ਇਲਜ਼ਾਮ ਲਾ ਦਿੰਦੇ ਆ, ਪਰ ਸਰ ਥੋੜਾ ਜਿਹਾ ਸੋਚ ਜ਼ਰੂਰ ਲੈਣਾ ਚਾਹੀਦਾ ਵਾ। ਅਗੇਨ ਮੈਂ ਕਲੀਨ ਚਿੱਟ ਵੀ ਨਹੀਂ ਦੇ ਰਿਹਾ, ਪਰ ਮੈਂ ਕਿਹਦੇ ਉੱਤੇ ਬਿਨਾਂ ਕਿ ਗੱਲ ਦੇ ਇਲਜ਼ਾਮ ਵੀ ਲਾਉਣ ਦੀ ਗੱਲ ਕਰ ਰਿਹਾ। ਅਖੀਰ ਚ ਦਰਸ਼ਕਾਂ ਨੂੰ ਇੱਕ ਅਗਲੇ ਵੀਕ ਦੇ ਪੋਲ ਬਾਰੇ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ। ਅਗਲੀ ਵੀਕ ਅਸੀਂ ਲੰਬੀ ਹਲਕੇ ਦੇ ਜਿੱਥੇ ਕਿ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਵਾ, ਨਾਲ ਹੀ ਜਰਨੈਲ ਸਿੰਘ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ, ਉਹਦੇ ਡੇਟਾ ਤੁਹਾਡੇ ਨਾਲ, ਉਹਦੇ ਓਪੀਨੀਅਨ ਪੋਲ ਤੁਹਾਡੇ ਨਾਲ, ਲੰਬੀ ਅਤੇ ਇੱਕ ਹੋਰ ਹਲਕੇ ਦੇ ਓਪੀਨੀਅਨ ਪੋਲ ਤੁਹਾਡੇ ਨਾਲ ਸਾਂਝੇ ਕਰਾਂਗੇ। ਵੇਖਦੇ ਆ ਲੰਬੀ ਦੇ ਲੋਕ ਕੀ ਆਂਦੇ ਆ ਤੇ ਲੰਬੀ ਦੇ ਲੋਕ ਕਿਹਨੂੰ ਵੋਟ ਪਾਉਣਾ ਚਾਹੁੰਦੇ ਆ, ਕੀ ਕਾਰਨ ਨੇ। ਇਹਦੇ ਨਾਲ ਹੀ ਮੈਨੂੰ, ਸਬਦੀਸ਼ ਜੀ ਨੂੰ, ਦਿਲਰਾਜ ਜੀ ਨੂੰ, ਸੀਪੀ ਸਿੰਘ ਜੀ ਨੂੰ ਅਤੇ ਸਾਡੀ ਸਾਰੀ ਹੀ ਟੈਕਨੀਕਲ ਟੀਮ ਨੂੰ ਦੋ ਇਜਾਜ਼ਤ। ਧੰਨਵਾਦ।